ਸਾਡੇ ਨਾਲ ਸਟੂਡੀਓ ਦੇ ਵਿੱਚ ਜਿੱਥੋਂ ਕਾਉਂਸਲਰਸ ਦੀ ਗੱਲ ਕਰਦੇ ਹਾਂ ਤਾਂ ਪੌਲ ਵਿਸੈਂਟੇ ਹੋਰੀ ਵੀ ਪਹੁੰਚੇ ਹੋਏ ਸੀ, ਉਹਨਾਂ ਦੇ ਨਾਲ ਵੀ ਇੱਕ ਵਾਰੀ ਗੱਲ ਹੋਈ ਸੀ ਇਸ ਵਿਸ਼ੇ 'ਤੇ। ਅਤੇ ਆਪਣੇ ਆਜ਼ਾਦ ਜੀ, ਡਾਕਟਰ ਆਜ਼ਾਦ ਹੋਰੀ ਵੀ ਪਿਛਲੀ ਵਾਰ ਆ ਚੁੱਕੇ ਆ ਸਾਡੇ ਨਾਲ। ਅਤੇ ਹੁਣ ਅੱਜ ਜਿਹੜੀ ਰੀਸੈਂਟਲੀ RRL ਨਾਲ ਸੰਬੰਧਿਤ ਜਦੋਂ ਆਪਾਂ ਪਿਛਲੇ ਵੀਕ ਫਰਾਈਡੇ ਦੀ ਗੱਲ ਕਰ ਰਹੇ ਸੀ ਤਾਂ ਉਸ ਦਿਨ ਜਿਹੜੀ ਇੱਕ ਅਪਡੇਟ ਹੋਈ ਸੀ, ਉਹ ਕੀ ਅਪਡੇਟ ਹੋਈ ਹੈ ਉਹਨੂੰ ਵੀ ਦੁਬਾਰਾ ਰਿਪੀਟ ਕਰ ਦਿੰਦੇ ਹਾਂ। ਤਾਂ ਉਹਦਾ ਕੀ ਮਾਇਨਾ ਲਿਆ ਜਾਣਾ ਚਾਹੀਦਾ ਹੈ, ਜਾਂ ਸਿਟੀ ਇਸ ਵੇਲੇ ਕਿਸ ਤਰੀਕੇ ਦੇ ਨਾਲ ਦੇਖ ਰਹੀ ਹੈ, ਕਿ ਜਾਂ ਇਹ ਸਿਰਫ ਇੱਕ ਫਾਰਮੈਲਿਟੀ ਤਹਿਤ ਹੀ ਸਿਰਫ ਇਹਨੂੰ ਪੌਜ਼ ਕੀਤਾ ਗਿਆ ਕਿ ਕੰਟੀਨਿਊ ਰਹਿਣਾ, ਜਾਂ ਕੀ ਸਿਰਫ ਇਸ ਗੱਲ ਦੀ ਫਾਰਮੈਲਿਟੀ ਬਣਾਈ ਗਈ ਹੈ ਕਿ ਚਲੋ ਇਹਨੂੰ ਥੋੜ੍ਹੀ ਦੇਰ ਲਈ ਇੱਕ ਠੰਡੇ ਬਸਤੇ 'ਚ ਪਾ ਦਿਓ ਅਤੇ ਫਿਰ ਹੌਲੀ ਹੌਲੀ ਕਰਕੇ ਲੋਕ ਭੁੱਲ ਜਾਣਗੇ ਅਤੇ ਫਿਰ ਇਹਨੂੰ ਠੱਪ ਕਰ ਦਿਆਂਗੇ। ਹੁਣ ਕਿਹੜਾ ਪੱਖ ਡਾਕਟਰ ਸਾਹਿਬ ਸੋਚੀ ਬੈਠੇ ਆ ਅਤੇ ਕਿਹੜਾ ਪੱਖ ਸਿਟੀ ਸੋਚੀ ਬੈਠੀ ਹੈ, ਉਹਦੇ ਬਾਰੇ 'ਚ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। डॉक्टर साहब बहुत बहुत स्वागत ਤੁਹਾਡਾ ਪ੍ਰੋਗਰਾਮ ਦੇ ਵਿੱਚ। हरजिंदर जी, सबसे पहले आपको जो इतना अच्छा प्लेटफार्म देते हो, जो ब्रैम्पटन के जो रेजिडेंट्स हैं, जो इतना ये हॉट मुद्दा जो ब्रैम्पटन में है, इसको लोगों तक पहुंचाने में, लोगों की जानकारी बढ़ाने के लिए जो आपने जो प्लेटफार्म हमें दिया है, उसके लिए हम बहुत बहुत आभारी हैं। और हमेशा जो है ये आपसे विनती करते हैं कि कोई भी कम्युनिटी का कोई इशू हो तो उसमें आपने बढ़ चढ़ के हिस्सा लेना है और लोगों को इसी तरह प्लेटफार्म जो है प्रोवाइड करते रहना है। ਸ਼ੁਕਰੀਆ ਸਰ, ਥੈਂਕ ਯੂ। ਦੇਖੋ ਤੁਹਾਡੇ ਲਈ ਵੀ ਮੈਂ ਇਹੀ ਅਪਰੀਸ਼ੀਏਟ ਕਰਦਾ ਕਿ ਜੇ ਕਮਿਊਨਿਟੀ ਦੇ ਕੰਮਾਂ ਦੇ ਲਈ ਤੁਸੀਂ ਕੋਈ ਐਫਰਟ ਕਰ ਰਹੇ ਹੋ ਜੀ ਤਾਂ ਤੁਹਾਨੂੰ ਵੀ ਸ਼ੁਭ ਕਾਮਨਾਵਾਂ ਅਤੇ ਮੁਬਾਰਕਬਾਦ ਦੇਣੀਆਂ ਬਣਦੀਆਂ, ਕਿਉਂਕਿ ਅਦਰਵਾਈਜ਼ ਆਪਣਾ ਕੰਮ ਛੱਡ ਕੇ ਤੁਸੀਂ ਜੇ ਕਰ ਰਹੇ ਹੋ ਤਾਂ ਹੋਰ ਬੜੇ ਝਮੇਲੇ ਹੁੰਦੇ, ਕਈ ਵਾਰੀ ਅਸੀਂ ਆਪਣੇ ਘਰ ਦੇ ਕੰਮ ਹੀ ਨਹੀਂ ਪੂਰੇ ਕਰ ਹੁੰਦੇ। ਬਿਲਕੁਲ ਬਿਲਕੁਲ ਜੀ, ਤੁਸੀਂ ਇਸ ਤਰੀਕੇ ਦੇ ਨਾਲ ਤੁਰੇ ਹੋ। ਪਰ ਇਹਦੇ ਨਾਲ ਇਹ ਵੀ ਹੋਏਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕ ਤੁਹਾਡਾ ਵੀ ਵਿਰੋਧ ਕਰ ਰਹੇ ਹੋਣਗੇ ਕਿ ਯਾਰ ਇਹ ਕਿਉਂ, ਕਿਹੜੇ ਚੱਕਰ 'ਚ ਪੈ ਗਏ ਨੇ। देखो जी, सबसे पहले तो यह है कि जो लोग अभी तक विरोध कर रहे हैं, हाँ जी, उनका बेसिकली कोई खास वो नहीं है। वो जो उन लोगों के साथ लगे हुए हैं कि भी उन्होंने उनके बारे में ही बात करनी जो इनको लेके आए हैं, हाँ जी, क्योंकि उनका वहाँ पर्सनल इंटरेस्ट होता है। क्योंकि आपने देखा है कई बार हम फेसबुक पर पोस्ट भी डालते हैं तो वही लोग लाइक करते हैं जो 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 सर्कल के होते हैं। वो सोचेंगे यार इस पोस्ट को हम लाइक कर देंगे तो वहाँ तक मैसेज चला जाएगा, इसको लाइक नहीं करना। सो बेसिकली जो एक पर्सनल इंटरेस्ट ग्रुप है, हाँ जी, वही इस चीज़ को ये कह सकता है कि ये जो सिटी का सही है। अदरवाइज जो एक अपने जो दिमाग से सोचेगा, जो एक पब्लिक के हिसाब से सोचेगा, जो कम्युनिटी के हिसाब से सोचेगा, उसको मैं बिल्कुल ये दावे के साथ कह सकता हूँ वो कभी भी इस चीज़ को ये नहीं कहेगा कि अच्छा है, जब तक उसको पूरे उस प्रोग्राम को पहले समझना पड़ेगा कि ये प्रोग्राम है क्या, ये किस तरह से कम्युनिटी को इम्पैक्ट करेगा। ਅੱਛਾ, ਅਤੇ ਆਪਣੇ ਨਾਲ ਜਸਵਿੰਦਰ ਕਾਲਰਾ ਸਾਹਿਬ ਵੀ ਨੇ ਨਾਲ। ਸੋ ਕਾਲਰਾ ਸਾਹਿਬ, ਇੱਕ ਚੀਜ਼ ਜਿੱਥੇ ਸਿੰਸ ਤੁਸੀਂ ਵੀ ਲੰਬੇ ਸਮੇਂ ਤੋਂ ਇਸ ਫੀਲਡ ਦੇ ਨਾਲ ਜੁੜੇ ਹੋਏ, ਜਿਵੇਂ ਤੁਸੀਂ ਦੱਸਿਆ ਕਿ ਲੈਂਡਲੋਰਡ ਟੈਨੈਂਟ ਬੋਰਡ ਨਾਲ ਸੰਬੰਧਿਤ ਵੀ ਤੁਹਾਡਾ ਕਾਫੀ ਐਕਸਪੀਰੀਅੰਸ ਰਿਹਾ। ਸੋ ਇੱਥੇ ਜਦੋਂ RRL ਪ੍ਰੋਗਰਾਮ, ਜਿਹੜਾ ਪਾਇਲਟ ਪ੍ਰੋਗਰਾਮ ਇੱਕ ਬਣਾਇਆ ਗਿਆ ਜਿਹਦੇ ਤਹਿਤ 5 ਵਾਰਡਸ ਨੂੰ ਚੁਣਿਆ ਗਿਆ ਅਤੇ ਉਹਦੇ ਵਿੱਚ ਇੱਕ ਖਾਸ ਕਿਸਮ ਦੀ ਤਿਆਰੀ ਕਰਕੇ, ਖਾਸ ਕਿਸਮ ਦੀ ਡਾਕੂਮੈਂਟੇਸ਼ਨ ਪ੍ਰੋਵਾਈਡ ਕਰਕੇ, ਖਾਸ ਕਿਸਮ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਫੁਲਫਿਲ ਕਰਕੇ ਤੁਹਾਨੂੰ ਲਾਇਸੈਂਸ ਲੈਣ ਦੇ ਲਈ ਕਿਹਾ ਗਿਆ ਸੀਗਾ। ਤੁਹਾਡੀ ਅੰਡਰਸਟੈਂਡਿੰਗ ਕੀ ਕਹਿੰਦੀ ਹੈ? ਤੁਸੀਂ ਰੀਅਲ ਸਟੇਟ ਦੇ ਵਿੱਚੋਂ ਵੀ, ਟੈਨੈਂਟਸ ਦੇ ਪੱਖ ਤੋਂ ਵੀ, ਲੈਂਡਲੋਰਡਸ ਦੇ ਪੱਖ ਤੋਂ ਵੀ ਕਿਵੇਂ ਦੇਖਦੇ ਹੋ? ਪਹਿਲੀ ਗੱਲ, ਇੱਕ ਚੀਜ਼ ਨਾਲ ਮੈਂ ਹੋਰ ਇਸ ਤੋਂ ਪਹਿਲਾਂ ਤੁਹਾਡਾ ਕੌਮੈਂਟ ਲਵਾਂ, ਕਿਤੇ ਸਾਡੇ ਸਰੋਤਿਆਂ ਲਈ ਕੋਈ ਇਹ ਇੰਪਰੈਸ਼ਨ ਨਾ ਜਾਵੇ ਕਿ ਯਾਰ ਹਰਜਿੰਦਰ ਹੋਰੀ ਹਰ ਹਫ਼ਤੇ ਡਾਕਟਰ ਆਜ਼ਾਦ ਨੂੰ ਇੱਥੇ ਬੁਲਾ ਲੈਂਦੇ ਆ ਕਿ ਹਰਜਿੰਦਰ ਹੋਰੀ ਸ਼ਾਇਦ ਇਸ ਪ੍ਰੋਗਰਾਮ ਦੇ ਖਿਲਾਫ ਨੇ। ਸੋ ਅਸੀਂ ਪਲੈਟਫਾਰਮ ਦੇ ਰਹੇ ਹਾਂ। ਜੇ ਮੈਂ ਦੁਬਾਰਾ ਫਿਰ ਕਹਿਣਾ ਕਿ ਜਿਹੜੇ ਲੋਕ ਇਸ ਪ੍ਰੋਗਰਾਮ ਦੇ ਪੱਖ ਦੇ ਵਿੱਚ ਵੀ ਨੇ ਉਹ ਵੀ ਵੈਲਕਮ ਨੇ। ਸਾਨੂੰ ਕਾਲ ਕਰੋ, ਕੰਟੈਕਟ ਕਰੋ। ਡਾਕਟਰ ਸਾਹਿਬ ਨੇ ਅੱਜ ਦੁਬਾਰਾ ਫਿਰ ਕਾਲ ਕੀਤੀ, ਮੈਨੂੰ ਕਹਿੰਦੇ ਜੀ ਅਸੀਂ ਕੁਛ ਪੱਖ ਹੋਰ ਆਪਣੇ ਰੱਖਣੇ ਚਾਹੁੰਦੇ ਹਾਂ, ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਟਾਈਮ 'ਚੋਂ ਟਾਈਮ ਦੇ ਕੇ ਡਾਕਟਰ ਸਾਹਿਬ ਦੇ ਵਿਚਾਰ ਸੁਣਨੇ ਆ। ਇਸੇ ਤਰੀਕੇ ਅਸੀਂ ਤੁਹਾਡੇ ਵੀ ਵਿਚਾਰ ਸੁਣਾਂਗੇ। ਜੇ ਕੋਈ ਬੰਦਾ ਪੱਖ 'ਚ ਹੈ ਉਹ ਵੀ ਆਉਣਾ ਚਾਹੁੰਦਾ ਹੋਵੇ ਤਾਂ ਆ ਕੇ ਸਾਨੂੰ ਦੱਸੇ। ਔਰ ਸਿਟੀ ਦੇ ਵੱਲੋਂ ਵੀ ਅਸੀਂ ਦੁਬਾਰਾ ਫਿਰ ਵਾਰ-ਵਾਰ ਇਹੀ ਬੇਨਤੀ ਕਰਦੇ ਹਾਂ ਕਿ ਉਹਨਾਂ ਦੀ ਇੰਟੈਂਸ਼ਨ ਕੀ ਹੈ। ਹੋ ਸਕਦਾ ਅਸੀਂ ਪ੍ਰੋਪਰ ਨਾ ਸਮਝ ਸਕੇ ਹੋਈਏ, ਉਹਨਾਂ ਦਾ ਇੰਟੈਂਸ਼ਨ ਜਿਹੜੀ ਹੈ ਚੰਗੀ ਹੋਵੇ, ਸ਼ਾਇਦ ਲੋਕਾਂ ਦਾ ਭਲਾ ਹੀ ਚਾਹੁੰਦੇ ਹੋਣ, ਪਰ ਸ਼ਾਇਦ ਉਹ ਚੰਗੇ ਤਰੀਕੇ ਦੇ ਨਾਲ ਇਹਨੂੰ ਐਗਜ਼ੀਕਿਊਟ ਨਹੀਂ ਕਰ ਪਾਏ, ਜਾਂ ਉਹਨੂੰ ਫਲੋਟ ਨਹੀਂ ਕਰ ਪਾਏ, ਜਾਂ ਲੋਕਾਂ ਤੱਕ ਨਹੀਂ ਪਹੁੰਚਦਾ ਕਰ ਪਾਏ। ਕਿਤੇ ਨਾ ਕਿਤੇ ਤਾਂ ਕਮੀ ਰਹੀ ਹੈ ਨਾ। ਸੋ ਉਸ ਪੱਖ ਨੂੰ ਵੀ ਅਸੀਂ ਜਾਣਨ ਦੇ ਲਈ ਉਤਸੁਕ ਹਾਂ ਅਤੇ ਵੈਲਕਮ ਕਰਾਂਗੇ ਜੇ ਕੋਈ ਵਿਚਾਰ ਇਸ ਤਰ੍ਹਾਂ ਦਾ ਵੀ ਆਉਂਦਾ ਹੋਵੇ। ਕਾਲਾ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ? ਮੈਨੂੰ ਨਹੀਂ ਪਤਾ ਵੀ ਤੁਹਾਡੇ ਵਿਚਾਰ ਕੀ ਨੇ। ਜੀ ਡੈਫੀਨੇਟਲੀ, ਸਭ ਤੋਂ ਪਹਿਲਾਂ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਇੱਕ ਗਲਤੀ ਸਿਟੀ ਕੋਲੋਂ ਹੋ ਗਈ ਹੈ, ਔਰ ਉਹ ਉਹਨਾਂ ਦੇ ਤੁਹਾਡੇ ਜਿਹੜੇ 2 ਕਾਉਂਸਲਰ ਸੀਗੇ, ਮੈਂ ਉਹਨਾਂ ਦੇ ਹੁਣ ਨਾਮ ਨਹੀਂ ਲੈਂਦਾ ਇੱਥੇ, ਲੇਕਿਨ ਜਿਹੜੇ 2 ਕਾਉਂਸਲਰਸ ਨੇ ਇਹ ਪ੍ਰਪੋਜ਼ਲ ਪਹਿਲੀ ਵਾਰੀ ਸਿਟੀ ਦੇ ਵਿੱਚ ਜਦੋਂ ਲੈ ਕੇ ਆਏ, ਉਹਨਾਂ ਦਾ ਮੈਂ ਹੁਣ ਰੀਸੈਂਟ ਇੰਟਰਵਿਊ ਦੇਖ ਰਿਹਾ ਸੀ, ਉਹਨਾਂ ਨੇ ਆਪ ਮੰਨਿਆ ਹੈਗਾ ਜਦੋਂ ਪੌਜ਼ ਲਗਾਉਣ ਵਾਲੇ ਦਿਨ ਉਹਨਾਂ ਨੇ ਆਪ ਮੰਨਿਆ ਕਿ ਵੀ ਅਸੀਂ ਟੋਟਲੀ 100% ਪ੍ਰੀਪੇਅਰਡ ਨਹੀਂ ਸੀਗੇ। ਸਾਨੂੰ ਇਹ ਜਿਹੜੇ ਪਬਲਿਕ ਦੇ ਔਰ ਜਿਹੜੇ ਸਿਟੀ ਦੇ ਜਿਹੜੇ ਕੰਸਰਨ ਨੇ, ਇਹਨਾਂ ਦਾ ਪ੍ਰੈਕਟੀਕਲ ਅਸੀਂ ਇਸ ਚੀਜ਼ ਨੂੰ ਜੇ ਸਟੱਡੀ ਕਰਕੇ ਇਸ ਪ੍ਰੋਜੈਕਟ ਨੂੰ ਲੈ ਕੇ ਆਏ ਹੁੰਦੇ ਤਾਂ ਸ਼ਾਇਦ ਇਹ ਪ੍ਰੋਪਰ ਕਾਮਯਾਬ ਹੁੰਦਾ। ਵਿਦ ਆਲ ਡਿਊ ਰਿਸਪੈਕਟ ਟੂ ਆਜ਼ਾਦ ਸਾਹਿਬ ਜਿਹੜਾ ਆਪਣਾ ਇਸ ਚੀਜ਼ ਨੂੰ ਅਪੋਜ਼ ਕਰ ਰਹੇ ਨੇ, ਕੁਛ ਗੱਲਾਂ ਅੱਗੋਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕਰਾਂਗੇ। ਲੇਕਿਨ ਮੈਂ ਤੁਹਾਨੂੰ ਇੱਕ ਸਟੈਟਸ ਦੱਸ ਦੇਣਾ ਜੀ,
ਜਿਹੜੀਆਂ ਡਿਫਰੈਂਟ ਸਿਟੀਜ਼ ਨੇ ਜੀ ਆਊਟ ਆਫ ਪੀਲ ਰੀਜਨ, ਜਿਵੇਂ ਤੁਸੀਂ ਸੈਂਟ ਕੈਥਰੀਨ ਦੀ ਗੱਲ ਕਰ ਲਓ, ਨਾਇਗਰਾ ਫਾਲ ਦੀ ਗੱਲ ਕਰ ਲਓ, ਥੋਰੋਲ ਦੀ ਗੱਲ ਕਰ ਲਓ, ਹਾਂਜੀ ਤੁਸੀਂ ਉੱਥੇ ਜਾ ਕੇ ਦੇਖੋ ਜੀ ਇਹ ਰੈਂਟਲ ਪ੍ਰੋਗਰਾਮ ਆਲਰੇਡੀ ਚੱਲ ਰਹੇ ਨੇ, ਇਹ ਲਾਇਸੈਂਸਿੰਗ ਪ੍ਰੋਗਰਾਮ ਸੇਮ ਪ੍ਰੋਗਰਾਮ ਚੱਲ ਰਹੇ ਨੇ, ਬਿਲਕੁਲ ਚੱਲ ਰਹੇ ਨੇ ਜੀ, ਇਸੇ ਪੈਟਰਨ ਤੇ ਚੱਲ ਰਹੇ ਨੇ, ਇਸੇ ਪੈਟਰਨ ਤੇ ਚੱਲ ਰਹੇ ਨੇ। ਮੇਰੀ ਆਪ ਦੀਆਂ ਔਰ ਮੇਰੇ ਇਨਵੈਸਟਮੈਂਟਸ ਜਿਹੜੇ ਕਲਾਇੰਟਸ ਹੈਗੇ ਨੇ ਉਹਨਾਂ ਦੀਆਂ ਪ੍ਰੋਪਰਟੀਜ਼। ਸੋ ਇੱਕ ਵਾਰੀ ਦੱਸਿਓ ਕਿਹੜੇ ਸਿਟੀਜ਼ ਦਾ ਜ਼ਿਕਰ ਕੀਤਾ ਤੁਸੀਂ? 100% ਜਿਸ ਚੀਜ਼ ਦੇ ਉੱਤੇ ਮੈਂ ਸ਼ੋਰ ਹਾਂ ਉਹ ਤੇ ਨਾਇਗਰਾ ਰੀਜਨ ਹੈ ਪੂਰਾ ਦਾ ਪੂਰਾ, ਠੀਕ ਹੈ। ਚਾਹੇ ਉਹ ਨਾਇਗਰਾ ਹੈ, ਚਾਹੇ ਫੈਲਮ ਸਿਟੀ ਹੈ, ਚਾਹੇ ਥੋਰੋਲਡ ਹੈ, ਵੈਲੈਂਡ ਹੈ, ਸੇਂਟ ਕੈਥਰੀਨ ਹੈ ਸਿਟੀ ਦੇ ਉੱਤੇ ਤੁਸੀਂ ਜਾਓ, ਤੁਹਾਡੇ ਕੋਲੋਂ $400 ਜਾਂ $500 ਸ਼ਾਇਦ ਫੀਸ ਹੈ 2 ਸਾਲਾਂ ਦੀ, ਉਹ ਤੁਹਾਡੇ ਕੋਲੋਂ ਲੈਂਦੇ ਨੇ। ਉਹ ਬਾਕਾਇਦਾ ਆ ਕੇ ਤੁਹਾਡੀ ਪ੍ਰੋਪਰਟੀ ਨੂੰ ਇੰਸਪੈਕਟ ਕਰਦੇ ਹੈਗੇ ਨੇ ਕਿ ਇਹ ਸਿਟੀ ਜਿਹੜੀ, ਕਿਉਂਕਿ ਮੋਸਟ ਆਫ ਦਾ ਇਨਵੈਸਟਰਸ ਨੇ ਜਿਹੜੀਆਂ ਉਸ ਸਿਟੀ ਦੇ ਵਿੱਚ ਉਹਨਾਂ ਨੇ ਆਪਣੀ ਇਨਵੈਸਟਮੈਂਟਸ ਕੀਤੀਆਂ ਹੋਈਆਂ ਨੇ, ਠੀਕ ਹੈ। ਔਰ ਉੱਥੇ ਮੈਂ ਖੁਦ ਮੇਰੀਆਂ 2 ਪ੍ਰੋਪਰਟੀਜ਼ ਦੇ ਉੱਤੇ $500 ਪਰ ਐਵਰੀ 2 ਈਅਰ ਉਹਦੀ ਫੀਸ ਹੁੰਦੀ ਹੈ। ਔਰ ਮੈਂ ਤੁਹਾਨੂੰ ਦੱਸਾਂ ਕਿ ਜੇ ਅਗਰ ਸਿਕਿਉਰਿਟੀ ਦੀ ਤੁਸੀਂ ਗੱਲ ਕਰੋ, ਸੇਫਟੀ ਦੀ ਗੱਲ ਕਰੋ ਟੈਨੈਂਟਸ ਦੀ, ਹਾਂਜੀ, ਇਹ ਵਨ ਆਫ ਦਾ ਸਿਕਿਉਰਡ ਪ੍ਰੋਗਰਾਮ ਹੈ। ਮੈਨੂੰ ਨਹੀਂ ਪਤਾ, ਮੈਨੂੰ ਅਜੇ ਅੱਜ ਮੈਂ ਬਹੁਤ ਜ਼ਿਆਦਾ ਸਟੱਡੀ ਨਹੀਂ ਕੀਤੀ, ਅੱਜ ਤੁਹਾਡੇ ਪ੍ਰੋਗਰਾਮ 'ਚ ਆਇਆ ਸੀਗਾ ਅਤੇ ਮੇਰੇ ਸਾਹਮਣੇ ਇਹ ਕੰਸਰਨ ਆ ਗਿਆ। ਮੈਂ ਇਹਦੇ 'ਤੇ ਬਹੁਤ ਜ਼ਿਆਦਾ ਕਮੈਂਟ ਕਰਨ ਦੀ ਪੋਜੀਸ਼ਨ 'ਚ ਨਹੀਂ ਹੈ, ਲੇਕਿਨ ਮੈਂ ਤੁਹਾਨੂੰ ਇੱਕ ਚੀਜ਼ 100% ਕਹਿ ਸਕਦਾ ਕਿ ਉੱਥੇ ਜਿਹੜੀ ਸਿਕਿਉਰਿਟੀ ਔਰ ਸੇਫਟੀ ਦੇ ਜਿਹੜੇ ਪੈਰਾਮੀਟਰਸ ਨੇ ਉਹ ਟੈਨੈਂਟਡ ਪ੍ਰੋਪਰਟੀਜ਼ ਹੈਗੀਆਂ ਨੇ। ਉਹ ਪ੍ਰੋਪਰਟੀਜ਼ ਟੈਨੈਂਟਸ ਨੂੰ ਜਾਂ ਉੱਥੇ ਰਹਿਣ ਵਾਲੇ ਜਿਹੜਾ ਅੰਦਰ ਤੁਹਾਡਾ ਕੋਈ ਵੀ ਹੈ, ਚਾਹੇ ਉਹ ਤੁਹਾਡਾ ਟੈਨੈਂਟ ਹੈ ਜਾਂ ਕੋਈ ਹੋਰ ਉੱਥੇ ਬੰਦੇ ਤੁਸੀਂ ਰੱਖ ਰਹੇ ਹੋ ਜਿਨ੍ਹਾਂ ਨੂੰ ਪ੍ਰੋਪਰਟੀਜ਼ ਦੇ ਉੱਤੇ ਆਕਿਊਪਾਈ, ਜਿਨ੍ਹਾਂ ਨੇ ਵੀ ਆਕਿਊਪੈਂਟਸ ਜਿੰਨੇ ਵੀ ਹੈਗੇ ਨੇ, ਉਹਨਾਂ ਦੀ ਸੇਫਟੀ ਸਿਟੀ ਦਾ ਪਹਿਲਾ ਕੰਸਰਨ ਹੈ ਔਰ ਜੋ ਹੋਣਾ ਵੀ ਚਾਹੀਦਾ ਹੈ। ਓਕੇ, ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹਾਊਸਿੰਗ ਦੀ ਕਿੱਲਤ ਤਾਂ ਦੇਖੀ ਹੀ ਹੈ ਬੇਸਮੈਂਟ ਇੱਥੇ ਆਪਣੇ ਬਰੈਂਪਟਨ ਦੇ ਵਿੱਚ, ਮਾਫ ਕਰਨਾ, ਪਰ ਨਾਲ ਦੇ ਨਾਲ ਤੁਸੀਂ ਇਹ ਵੀ ਦੇਖਿਆ ਹੋਣਾ ਹੈ ਕਿ ਜਿਹੜਾ 18 ਤੋਂ 20 25 ਬੱਚੇ ਆਪਣੇ ਜਿਹੜੇ ਜਿਸ ਲਿਵਿੰਗ ਸਟੈਂਡਰਡ ਦੇ ਨਾਲ ਜਿਸ ਪ੍ਰੋਪਰਟੀ ਦੇ ਉੱਤੇ ਰਹਿ ਰਹੇ ਨੇ ਉਹ ਵੀ ਸੇਫ ਨਹੀਂ ਹੈ। ਗਿੱਲ ਸਾਹਿਬ ਤੁਸੀਂ ਇਸ ਚੀਜ਼ ਲਈ ਸਹਿਮਤ ਹੋਵੋਗੇ ਮੇਰੇ ਨਾਲ, ਠੀਕ ਹੈ। ਅਤੇ ਇੱਕ ਪਾਸੇ ਸਿਟੀ ਦਾ ਇਹ ਜਿਹੜਾ ਕੰਸਰਨ ਕਿ ਸੇਫਟੀ ਔਰ ਜਿਹੜਾ ਉਹਨਾਂ ਦਾ ਇੱਕ ਲਿਵਿੰਗ ਸਟਾਈਲ ਆਫ ਜਿਹੜਾ ਲਿਵਿੰਗ ਹੈ ਉਹਨੂੰ ਕੰਸਰਨ ਰੱਖਣਾ ਔਰ ਨਾਲ ਦੇ ਨਾਲ ਇਸ ਚੀਜ਼ ਨੂੰ ਇੰਪਲੀਮੈਂਟ ਕਰਨਾ, ਠੀਕ ਹੈ। ਸਿਟੀ ਬਹੁਤ ਵੱਡੀ ਹੈ, ਪਾਪੂਲੇਸ਼ਨ ਬਹੁਤ ਜ਼ਿਆਦਾ ਹੈ, ਆਲਰੇਡੀ ਸਾਡੇ ਕੋਲ ਹਾਊਸਿੰਗ ਦੀ ਕਿੱਲਤ ਹੈ, ਇਸ ਕਰਕੇ ਇਹ ਕੰਸਰਨ ਇਸ ਵੇਲੇ ਰੇਜ਼ ਕੀਤਾ ਜਾ ਰਿਹਾ ਹੈਗਾ। ਲੇਕਿਨ ਆਜ਼ਾਦ ਸਾਹਿਬ, ਵਿਦ ਆਲ ਡਿਊ ਰਿਸਪੈਕਟ, ਮੈਂ ਤੁਹਾਡੇ ਨਾਲ ਇਸ ਚੀਜ਼ ਨੂੰ ਤੁਸੀਂ ਇਹਨੂੰ ਜੇ ਸਿਟੀ ਇਸ ਪਾਸੋਂ ਦੇਖਦੀ ਹੈ ਕਿ ਵੀ ਸਾਡੇ ਲਈ ਰਹਿਣ ਵਾਲੀ ਪॉपुलेशन है ਜਿਹੜੀ ਸਿਟੀ ਦੇ ਵਿੱਚ, ਉਹਨਾਂ ਦੀ ਸੇਫਟੀ ਸਾਡੇ ਲਈ ਪਹਿਲਾ ਕੰਸਰਨ ਹੈ, ਤੇ ਤੁਸੀਂ ਇਹਨੂੰ ਕਿਵੇਂ ਦੇਖते हो? देखो जी, सबसे पहले जो सेफ्टी है उसमें कोई दो राय नहीं है, चाहे वो अपने खुद के मेंबर घर में रहते हो चाहे रेंट पे रह रहे हो, उसकी सेफ्टी जो सिक्योरिटी है बहुत ज़रूरी है। लेकिन जिस हिसाब से ये प्रोग्राम लागू किया गया है, क्योंकि ये प्रोग्राम जो लागू किया है ओनली जो रजिस्टर्ड यूनिट है उनको ही एनरोल किया था इन्होंने, सिर्फ जो रजिस्टर जिन्होंने ऑलरेडी सेकंड डिवेलिंग है, जिन्होंने सारे जो बायलॉज पास किए हैं, सारे जो फायर कोड हैं, बिल्डिंग कोड हैं, HVAC का सारा जो जिस हिसाब से जो भी सिटी ने कहा उनको उस हिसाब से पूरा किया, जहाँ पे जो रिक्वायरमेंट थी सारी पूरी की। तो इनका जो प्रोग्राम है, ये जो प्रोग्राम है ये ਪਰ ਨਹੀਂ ਡਾਕਟਰ ਸਾਹਿਬ, ਮੈਂ ਇੱਥੇ ਥੋੜਾ ਮੈਨੂੰ ਕਨਫਰਮ ਕਰੋ ਜਰਾ, ਇਹ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਸਿਰਫ ਉਹਨਾਂ ਨੂੰ ਹੀ ਕੀਤਾ, ਇਹ ਸਾਰਿਆਂ ਦੇ ਲਈ ਨਹੀਂ ਸੀ? देखो ये सारा वास्ता नहीं है, क्योंकि रजिस्टर्ड बंदा वही कराऊगा सिटी कोड जिसकी ऑलरेडी लीगल है, जिसकी लीगल बेसमेंट नहीं है। मैं दोबारा अंडरस्टैंड करना चाहना जी ये चीज़, सो जिन्हां दी लीगल बेसमेंट नहीं है ਜਾਂ ਲੀਗਲ ਜਿਹੜੇ ਅਪਰ ਲੈਵਲ ਨੂੰ ਤਾਂ ਆਪਾਂ ਕੋਈ ਇਸ ਤਰ੍ਹਾਂ ਦੀ ਫਾਰਮੈਲਿਟੀ ਪਹਿਲਾਂ ਕਰਨੀ ਨਹੀਂ ਪੈਂਦੀ ਨਾ, ਸੋ ਜਿਹੜੇ ਉਹਨਾਂ ਨੇ ਕਿਹਾ ਕਿ ਬਾਕੀ ਐਕਸਟਰਾ ਯੂਨਿਟਸ ਵੀ ਨੇ, ਸੋ ਬੇਸਮੈਂਟ ਦਾ ਨਾ ਆਪਾਂ ਇਕੱਲਾ ਥੋੜੀ ਦੇਰ ਲਈ ਆਪਾਂ ਬੇਸਮੈਂਟ ਨੂੰ ਭੁੱਲ ਜਾਂਦੇ ਹਾਂ। ਆਪਾਂ ਕਹਿੰਦੇ ਕਿ ਜੇ ਸਾਡੇ ਵੈਸੇ ਹੀ ਦੋ ਯੂਨਿਟਸ ਨੇ, ਅਸੀਂ ਅਪਰ ਲੈਵਲ ਤੇ ਮੇਨ ਲੈਵਲ ਤੇ ਗੱਲ ਕਰ ਲਈਏ, ਜਾਂ ਕਿਸੇ ਵੀ ਤਰੀਕੇ ਅਸੀਂ 4 ਤੱਕ ਜਿਹੜਾ ਇਹਨਾਂ ਨੇ ਇੱਕ ਲਿਮਿਟ ਦਿੱਤੀ ਹੈ, सो 4 ਦੇ 4 बेसमेंट्स तो नहीं ना हो सकते, नहीं सो एक लेवल तो ऊपर देखिए आप बिल्कुल 4 यूनिट है, लेकिन जो डिवेलिंग्स है, मान लो हम घर एक रेजिडेंशियल यूनिट की बात करते हैं, मान लो घर की बात करते हैं, उस घर में मोस्टली 2 ही डिवेलिंग होंगी। एक तो ऊपर जो मेन है, अगर आपने बेसमेंट फिनिश की है और अगर उसको आपने लीगलाइज कराया तो सेकंड डिवेलिंग होगी, अदरवाइज पूरा घर एक सिंगल डिवेलिंग होम माना जाएगा। तो वो हम ये कहते हैं कि भाई आप जो है आप कहो जी रेंटल लाइसेंस लो, ठीक है, रेंटल लाइसेंस में आपको क्या चाहिए? आप कहते हो कि मान लो कि हम बेसमेंट की बात नहीं करते, हम ऊपर वाले घर की बात करते हैं, भाई ऊपर वाला घर आपने रेंट पे देना है, तो आप जी पास कराओ उसकी ड्राइंग पास कराओ, जबकि उस घर की पूरी ड्राइंग ऑलरेडी सिटी के पास होती है, क्योंकि जब भी ऑक्यूपेंसी होता है उसके पास सिटी ने अप्रूव करके बिल्डर। फिर उन्होंने कहा कि भी जो लैंडलॉर्ड है उनका जो है ना क्रेडिट जो अपना क्रिमिनल चेक होगा, फिर उन्होंने कहा भी आपको
ESA, क्योंकि जो ESA और जो HVAC सर्टिफिकेशन है या जो गैस का सर्टिफिकेशन है वो ऑलरेडी उनका हुआ होता है, क्योंकि जब सेकंड डिवेलिंग होम जो होता है वो ऑलरेडी सारी चीज़ हुई होती है। जब हम सेकंड डिवेलिंग की बात करते हैं तो सेकंड डिवेलिंग के टाइम पे फिर हमें पूरी डिवेलिंग की, चाहे वो फर्स्ट डिवेलिंग है चाहे सेकंड डिवेलिंग, उसके अंदर जो भी फायर कोड है, जैसे पहले जो आपके फायर अलार्म थे वो इंटरकनेक्टेड नहीं होते थे, ठीक है, अब इन्होंने सारा इंटरकनेक्टेड कर दिया सारे का सारा, तो आपको पूरे नए सिरे से वो सारी चीज़ करानी पड़ती है, तभी आपकी जो है वो सेकंड डिवेलिंग का ऑक्यूपेंसी परमिट मिलता है आपको। ਪਰ ਜਿਹੜੀ ਕਾਲਰ ਸਾਹਿਬ ਨੇ ਗੱਲ ਕੀਤੀ ਹੈ ਤੇ ਫਿਰ ਇਹ ਤਾਂ ਸੇਫ ਹੈ ਜੀ, ਜਿਹੜਾ ਬੰਦਾ ਰਹਿ ਰਿਹਾ ਉਹਦੇ ਲਈ ਸੇਫ ਕਰਨ ਲਈ नहीं कर रहे। देखो सेफ्टी का कोई कंसर्न नहीं है, लेकिन हम कहते हैं कि जो ऑलरेडी, देखो रजिस्टर कौन कराएगा, बात वो आ जाती है कि रजिस्टर कौन कराएगा। रजिस्टर वही कराएगा जिसकी लीगल है, राइट, जिसकी ऑलरेडी, जिसने सिटी ने सेकंड डिवेलिंग पास नहीं की है और घर रेंट पे देना है। देखो फर्स्ट डिवेलिंग की तो आप बहुत बात छोड़ दो, ऑलरेडी लीगल, हाँ जी, उसमें लीगल इलीगल का कोई इश्यू नहीं है। जब सेकंड डिवेलिंग करते हैं और हमने ऑलरेडी सारी जो है सिटी के जो कोड फुलफिल करके हमें ऑक्यूपेंसी परमिट सिटी ने दिया, तो इसका पास मतलब ये है कि सिटी के पास सारा रिकॉर्ड हमारा कि ये चाहे हम घर पे रहें चाहे इसमें कोई भी रहे वो सेफ होगा कोड के हिसाब से। राइट, उसमें जो सेफ्टी का इशू, कोई इशू नहीं है, क्योंकि ऑलरेडी सारे कोड बायला फॉलो हुए वहाँ पे। ठीक है। जहाँ तक इन्होंने बात की है कि भाई एक घर में ज़्यादा रहते हैं, हाँ जी, देखिए उतने ही लोग रहने चाहिए जितना सेफ है उस घर में, हम इसको बिल्कुल जो है ना सपोर्ट करते हैं कि भी ज़्यादा नहीं चाहिए। तो सिटी के पास ऑलरेडी बायलाज हैं, अगर किसी घर में ऑक्यूपेंसी ज़्यादा है, आपको लगता है कि वहाँ फायर कोड आपके पास नहीं है, तो आप उसको नोटिस दे सकते हो ओनर को, और आप उस घर का इंस्पेक्शन कर सकते हो। अगर आपको कोई वायलेशन लगती है तो उसको सिटी को टिकट दे सकता है, बिल्कुल उसमें कोई दो राय नहीं है। हम चाहते हैं कि सेफ़ एनवायरनमेंट हो, सेफ़ माहौल हो, सबकी सेफ्टी ज़रूरी है, लेकिन हम ये नहीं चाहते कि इस प्रोजेक्ट को पहले आप जो लीगल यूनिट ऑलरेडी रजिस्टर्ड यूनिट हैं, जो लीगल मतलब सिटी के पास है, डिवेलिंग जो मान लो रजिस्टर्ड हैं, सेकंड डिवेलिंग या फर्स्ट डिवेलिंग, आप उनको लागू कर रहे हो। बेसिकली ये प्रोजेक्ट होना चाहिए था कि भी जो इलीगल बेसमेंट है, जिन्होंने रजिस्टर नहीं कराई, जो रेंट पे हैं, उनको हम कैसे सेफ्टी और सिक्योरिटी के लिए उन लोगों को मोटिवेट कर सकते हैं कि भी सारा ब्रैम्पटन सेफ हो। ਅੱਛਾ, ਇਹ ਤੁਸੀਂ ਇੱਕ ਚੰਗੀ ਗੱਲ ਕੀਤੀ ਹੈ ਕਿ ਤੁਸੀਂ ਚਾਹੁੰਦੇ ਹੋ ਵੀ ਇੱਥੇ ਇੱਕ ਦੀ ਅਪਰੋਚ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ, ਲੋਕਾਂ ਨੂੰ ਮੋਟੀਵੇਟ ਕਰਿਆ ਜਾਵੇ, ਨਾ ਕਿ ਉਹਨਾਂ ਨੂੰ ਇਸ ਤਰੀਕੇ ਦਾ ਕੋਈ ਥ੍ਰੈਟ ਹੋਵੇ ਜਾਂ ਕੱਲ੍ਹ ਨੂੰ ਕੋਈ ਡਰ ਹੋਵੇ ਕਿ ਯਾਰ ਅਸੀਂ ਕਿਤੇ ਫਸ ਨਾ ਜਾਈਏ, ਸਾਡੇ ਇਹ ਸਾਰੀਆਂ ਸਿਕਿਉਰਿਟੀਜ਼ ਪੂਰੀਆਂ ਨਾ ਹੋਈਆਂ ਤਾਂ ਸਾਨੂੰ ਪੈਨਲਟੀਜ਼ ਹੋ ਜਾਣੀਆਂ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ। ਪਰ ਉਹਦੇ ਲਈ ਅਵੇਅਰਨੈਸ ਜਿਹੜੀ ਹੈ, ਜਾਂ ਉਹ ਇਸ ਤਰ੍ਹਾਂ ਦੇ ਪ੍ਰੋਗਰਾਮ ਤੋਂ ਪਹਿਲਾਂ, ਇਹਨੂੰ ਲਾਂਚ ਕਰਨ ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀ। देखो ये प्रोग्राम लागू होए कितने दिन होए हैं, ਆਲਮੋਸਟ 4 ਵੀਕ ਵੀ ਨਹੀਂ ਹੋਏ ਜੀ, ਜਨਵਰੀ 1 और उससे पहले ਤੁਸੀਂ ਕਹਿੰਦੇ ਹੋ ਕਿ ਵੀ ਅਸੀਂ ਜੋ ਹੈ ਨਾ ਪ੍ਰੋਪਰ ਇਸ ਨੂੰ ਲਾਗੂ ਨਹੀਂ ਕੀਤਾ, ਪ੍ਰੋਪਰ ਕੰਸਲਟੇਸ਼ਨ ਨਹੀਂ ਹੋਈ, ਤਾਂ ਤੁਹਾਨੂੰ ਇੰਨੀ ਛੇਤੀ ਕੀ ਲੋੜ ਸੀ ਕਿ ਵੀ ਤੁਸੀਂ ਇਸ ਪ੍ਰੋਗਰਾਮ ਨੇ ਇੰਨਾ ਛੇਤੀ ਕਰਨਾ, ਇਸ ਵਿੱਚ ਇੰਨੀ ਖਾਮੀ ਆ। ਤੁਸੀਂ ਹੁਣ ਅਬ ਕਹਿੰਦੇ ਹੋ ਅਸੀਂ फायर जो है ना आपका क्रेडिट चेक नहीं चाहिए नहीं, आपका क्रिमिनल चेक नहीं चाहिए लैंडलॉर्ड का, सानू HVAC की भी लोड नहीं है अगर पहले पास होया है। सानू ESA के साथ जो चेंज शायद अब आने हैं, जो सिटी काउंसिल की मीटिंग च आने हैं, कि ESA का सर्टिफिकेशन भी चाहिए, सानू गैस का सर्टिफिकेशन भी नहीं चाहिए, असी फीस भी माफ़ कर देंगे, हो सकता भी पूरे 1 साल की माफ़ कर दो फीस। फिर वो ये भी सुनने च आया कि वो कहोगे भी अगर दूजे साल तुसी रजिस्टर कराते हो सिटी नाल, तुहाडी कोई कंप्लेंट नहीं आती, तो असी दूजे साल की फीस भी तुहाडी माफ़ कर देंगे। तो ये दसो इस प्रोजेक्ट लागू करने वास्ते जो एडमिन कॉस्ट है वो 1.2 मिलियन है। बेसिकली 1 मिलियन फिर भी सिटी इन्वेस्ट करने लग जाए टैक्स पेयर का मनी। जो मैं कहता हूँ कि भाई ऑलरेडी सिटी के पास, सिटी खुद एडमिट करता है, उनके बाइल ऑफिसर खुद एडमिट करते हैं कि आज की भी जो सिचुएशन ले हम, जो हमारी जो भी कंप्लेंट आती है सिटी के पास, उनको रिजोल्व करने के लिए उनका बैकलॉग है। तो ऑलरेडी जब ये चीज़ हो जाएगी, इससे बैकलॉग और बढ़ेगा। आपके पास रिसोर्सेज है नहीं, तो हम कहते हैं जो ये 1.2 मिलियन है, इस 1.2 मिलियन को जो बायला ऑफिसर्स है उनके ऊपर जो है ना आप लगाओ, सिटी का प्रॉपर सेफ बनाओ, स्कोर बनाओ, जो वायलेशन करता है उसको टिकट दो। ठीक है, तो हमारा ये मतलब ये नहीं कहते। ਆਪਾਂ ਕਾਲਰ ਸਾਹਿਬ ਦੇ ਕੋਲ ਵੀ ਆਉਂਦੇ ਹਾਂ, ਤੁਹਾਡੇ ਨਾਲ ਵੀ ਇਸ ਗੱਲ ਨੂੰ ਕੰਟੀਨਿਊ ਕਰਦੇ, ਤੇ ਇੱਕ ਵਾਰੀ ਫਿਰ ਰਿਪੀਟ ਵੀ ਕਰ ਦਿੰਦੇ ਹਾਂ ਕਿ ਸਰ ਕੁਇਕਲੀ ਜੇਕਰ ਤੁਸੀਂ ਡਾਕਟਰ ਸਾਹਿਬ ਦੱਸੋ ਕਿ ਇਸ ਵੇਲੇ ਜਿਹੜਾ ਇਹ ਆਪਣਾ ਪਾਇਲਟ ਪ੍ਰੋਜੈਕਟ ਹੈ ਇਹ ਕਿੱਥੇ ਸਟੈਂਡ ਕਰ ਰਿਹਾ, ਥੋੜਾ ਜਿਹਾ ਇਹ ਵੀ ਦੱਸ ਦਿਓ। देखो सबसे पहले तो मैं जिन्ने भी जो ब्रैम्पटोनियन है, जो इस पिछले सैटरडे को बिल्कुल ठंड के अंदर, क्योंकि असी गौरमेंटो सेंटर के अंदर सानू कोई रूम नहीं मिला, वो कहते भी सारे ऑक्यूपाइड हैं, असी तो रूम नहीं दे सकते। जिन्ने भी लोग उत्थे आए, 300 350 लोग जिन्ने भी आए, ठंड के अंदर असी मीटिंग की, मैं उनका सबसे पहले दिल से बहुत बहुत आभारी हूँ कि भी उन्होंने इसको जिम्मेवारी समझ के, ये मेरा अकेले का काज नहीं है, ये आपका काज नहीं है, ये जसविंदर जी का काज नहीं, सबका काज है। जो लोग वहाँ पे आए और जिन्होंने ये सहमति जताई कि भाई जो ये प्रोजेक्ट है ये होल्ट होना चाहिए, ये बंद होना चाहिए। और इसके लिए अब हम जो है 31 जनवरी को
ये जो 31 जनवरी है 2024, इसमें हमारा सिटी हॉल के अंदर एक डेलीगेशन जाने लग रहा है। हम अपने विचार रखेंगे यहाँ पे ये प्रोग्राम क्यों सही नहीं है। ਓਕੇ तो हाँ, जितने भी लोग हमारे ਪ੍ਰੋਪਰ ਤੁਸੀਂ ਉੱਥੇ ਇੱਕ ਅਪਾਇੰਟਮੈਂਟ ਬਣਾ ਕੇ ਜਾ ਰਹੇ ਹੋ जी जी ਸਾਰੀ वहाँ ਤੁਹਾਨੂੰ पे ਟਾਈਮ वहाँ ਦਿੱਤਾ पे ਜਾਏਗਾ सिटी को ਪ੍ਰੋਪਰ हमने भेजा था, तो सिटी ने डेलीगेशन का टाइम रखा है वहाँ पे। ठीक है। तो जो भी अपने श्रोता हैं, जो भी दर्शक हैं, जो भी ज्वाइन करना चाहें, प्लीज़ सबसे पहले मैं कहूँगा, देखिए हमारी जो एक आवाज़ है वो बुलंद होनी चाहिए। बुलंद आवाज़ तभी होगी जब सबका साथ होगा। ਸੋ ਉਹਦੇ ਲਈ ਕਿੰਨੇ ਸਪੀਕਰ ਜਾ ਰਹੇ ਨੇ ਜੀ ਨਾਲ ਜਿਹੜੇ देखिए जी, अब तक 23 बंदे जो है डेलीगेशन के रजिस्टर्ड है। ਸੋ ਐਵਰੀਬਾਡੀ ਵਿਲ ਸਪੀਕ है ਸਾਰੇ ਬੋਲਣਗੇ सारे बोलोगे जी, हर एक ਨੂੰ 5 ਸਾਰਿਆਂ मिनट ਨੂੰ का time टाइम ਦੇਣਗੇ ਉਹ। हर एक ਨੂੰ 5 मिनट का टाइम मिलेगा। Okay जी। लेकिन अगर कोई डेलीगेट नहीं भी कर सकता तो ਆਪਾਂ ਸਿਟੀ ਹਾਲ ਜਾਈਏ, एटलीस्ट ਆਪਾਂ ਨੂੰ ਇਹ ਲੱਗਾ ਵੀ ਆਪਾਂ ਇਹ ਮਿਲ ਕੇ ਸਾਰਾ ਇਹ ਜੋ ਹੈ वेंचर है साਡਾ जॉइंट है, जो बोलोगे उसका नहीं है, सारे ब्रैम्पटन का इशू है। देखिए जहाँ तक जसविंदर जी कह रहे हैं, आप कह रहे हो सेफ्टी एंड सिक्योरिटी बहुत ज़रूरी है, लेकिन रिसेंटली अगर आपने देखा हो कि जो इनफ्लो है ब्रैम्पटन के अंदर और रुक गया अभी, चाहे आप स्टूडेंट का कह लो, क्योंकि पिछले काफ़ी दिनों में नोवा स्कोशिया, अल्बर्टा, सस्काचुआन, इधर काफ़ी जो है ना लोग चले गए, क्योंकि यहाँ पे जो बच्चे थे हमारे उनका पीआर की यहाँ पे काफ़ी दिक्कत थी। और जो अभी रिसेंटली जो फेडरल गवर्नमेंट ने जो प्रोग्राम अनाउंस किया है कि जो कट का किया स्टडी परमिट का जो कट किया हाँ जी, हाँ है, जी। और जो उसके बाद भी इन्होंने प्रोविंस वाइड कोटा किया पॉपुलेशन के हिसाब से, उससे क्या है कि जो ओवरफ्लो था यहाँ पे, ठीक है। नो डाउट So कि थोड़ा भी controlled अगर होएगा। यहाँ पे मॉन्ट्रियल में स्टूडेंट पढ़ते थे यहाँ पे आते थे, हाँ जी। विंडसर पढ़ते थे वो भी आते थे। तो अब इन्होंने जिस हिसाब से ये प्रोग्राम किया, उस हिसाब से ये प्रोग्राम की तो हम कहते हैं कि ज़रूरत नहीं, क्योंकि अपने आप ही चीज़ इतनी स्ट्रीमलाइन हो जाएगी। सिटी ऑफ ब्रैम्पटन को 1.2 मिलियन का जो एडमिन कॉस्ट है, इसको कहीं दूसरे बजट साइड में लगा के सिटी को सेव किया जाए। जो ऑलरेडी हमारी जो लीगल बेसमेंट नहीं है, किस तरह से लोगों को मोटिवेट किया जाए। देखिए मोटिवेशन आप कर सकते हो। हाँ जी। सबसे पहले सिटी को चाहिए कि भी हर एक को एक ਲੈਟਰ भेजे भी आप डिक्लेयर करो कि भी आपकी बेसमेंट ਬਣੀ ਹੈ ਕਿ ਨਹੀਂ ਬਣੀ। ਠੀਕ ਹੈ, ਆਪਣੇ ਕੁਝ ਕਾਲਸ ਲੈਂਦੇ ਆ, ਤਾਂ ਫਿਰ ਆਪਾਂ ਕਾਲਰ ਸਾਹਿਬ ਦੇ ਨਾਲ ਤੇ ਡਾਕਟਰ ਸਾਹਿਬ ਨਾਲ ਆਪਣੀ ਗੱਲਬਾਤ ਨੂੰ ਵੀ ਅੱਗੇ ਤੋਰਦੇ ਹਾਂ। ਮੇਰੇ ਨਾਲ ਪ੍ਰੇਮ ਗਿੱਲ ਹੋਰੀ ਨੇ ਕਾਫੀ ਦੇਰ ਤੋਂ ਹੋਲਡ ਤੇ ਨੇ। ਪ੍ਰੇਮ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਧੰਨਵਾਦ ਗਿੱਲ ਸਾਹਿਬ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਕਿ ਤੁਸੀਂ ਕੋਈ ਵੀ ਮੁੱਦਾ ਹੋਵੇ ਤੇ ਤੁਸੀਂ ਜ਼ਰੂਰ ਆਪਣੇ ਮਾਧਿਅਮ ਰਾਹੀਂ ਤੁਸੀਂ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਕਿ ਕੀ ਸੱਚਾਈ ਕੀ ਹੈਗੀ ਆ। ਜੀ, ਤਾਂ thank you। ਧੰਨਵਾਦ ਪਹਿਲਾਂ ਤਾਂ। ਥੈਂਕ ਯੂ ਬ੍ਰਦਰ, ਥੈਂਕ ਯੂ। ਮੈਂ ਨਾਲ ਹੀ ਧੰਨਵਾਦ ਆਪਣੇ ਡਾਕਟਰ ਸਾਹਿਬ ਦਾ ਕਰਦਾ ਜੀ। ਬਹੁਤ ਵਧੀਆ ਜੀ ਇਹ ਕਾਰਜ ਕਰ ਰਹੇ ਆ ਕਿ ਦੇਖੋ ਇਹਨਾਂ ਦਾ ਕੋਈ ਘਰ ਦਾ ਮਸਲਾ ਨਹੀਂ ਹੈਗਾ ਇਹ ਸਾਡੇ ਸਾਰੇ ਬਰੈਂਪਟਨ 'ਚ ਰਹਿਣ ਵਾਲੇ ਜਿੰਨੇ ਵੀ ਹੈਗੇ ਆ ਵਸਨੀਕ, ਖਾਸ ਕਰਕੇ ਓਨਰ ਜਿਹੜੇ ਹੈਗੇ ਘਰ ਦੇ, ਉਹਨਾਂ ਦਾ ਬਹੁਤ ਵੱਡਾ ਮਸਲਾ ਜੀ। ਹੁਣ ਦੇਖੋ ਇੱਕ ਹੁੰਦਾ ਸਮਝ ਲਓ ਡਾਕਾ ਹੀ ਪੈਣ ਵਾਲਾ ਹੈ ਨਾ ਕਿ ਸਿਟੀ ਆਲਰੇਡੀ ਸਾਨੂੰ ਜਦੋਂ ਇਹਨਾਂ ਨੇ ਕਿਹਾ ਸੀਗਾ ਕਿ ਲੀਗਲ ਬੇਸਮੈਂਟਾਂ ਬਣਾਉਣੀਆਂ ਤੇ ਆਪਾਂ ਬੜਾ ਭਰਮਾ ਹੁੰਗਾਰਾ ਦਿੱਤਾ ਕਿ ਚਲੋ ਵਧੀਆ ਕੰਮ ਕੋਈ ਕਾਰਜ ਕਰ ਰਹੀ ਹੈ ਨਾ, ਤੇ ਸਾਰਿਆਂ ਨੇ ਜਿਨ੍ਹਾਂ ਨੇ ਬਣਾਈਆਂ ਬੇਸਮੈਂਟਾਂ ਲੀਗਲ, ਉਹਨਾਂ ਬੇਸਮੈਂਟਾਂ ਨੂੰ ਲੀਗਲ ਤਾਂ ਬਣਾ ਲਿਆ। ਹੁਣ ਜਿਹੜਾ ਹੁਣ ਉੱਤੋਂ ਦੀ ਉਹਨਾਂ ਦੇ ਉੱਤੇ ਹੀ ਇੱਕ ਦੂਸਰਾ ਸਕੰਜਾ ਕੱਸਿਆ ਜਾਣਾ, ਇਹ ਮੈਨੂੰ ਲੱਗਦਾ ਕਿ ਵਧੀਆ ਗੱਲ ਨਹੀਂ ਹੈਗੀ। ਮਨ ਉੱਦਾਂ ਦੀ ਅਗੇਂਸਟ ਦੀ ਕਹਿ ਲਓ ਹੈ ਨਾ ਕਿ ਦੇਖੋ ਅਸੀਂ ਆਲਰੇਡੀ ਲੀਗਲ ਬਣਾਈਆਂ ਕਿ ਸਾਡੀ ਬੇਸਮੈਂਟ ਜਿੰਨੇ ਵੀ ਲੀਗਲ ਹੈਗੀਆਂ ਆ ਉਹ 4 ਬੰਦਿਆਂ ਤੋਂ ਵੱਧ ਰੱਖ ਹੀ ਨਹੀਂ ਸਕਦੇ ਉਹ ਬਾਈ ਲਾਅ, ਰਾਈਟ। ਤੇ ਜਿਹੜੇ ਇਲੀਗਲ ਹੈਗੀਆਂ ਜਿਹੜੀਆਂ ਹੁਣ 10-10 15-15 ਸਟੂਡੈਂਟ ਜਾਂ ਕਹਿ ਲਓ ਸਟੂਡੈਂਟ ਤਾਂ ਨਹੀਂ ਨਾਂ ਲੈਂਦਾ ਮੈਂ, ਟੇਨਰਡ ਰਹਿੰਦੇ ਆ ਨਾ ਉੱਥੇ, ਇਕੱਲੇ ਸਟੂਡੈਂਟ ਹੀ ਨਹੀਂ ਹੈਗੇ, ਕੋਈ ਵੀ ਰਹਿ ਸਕਦਾ ਉੱਥੇ। ਹਾਂਜੀ ਹਾਂਜੀ। ਮੇਰਾ ਕਹਿਣਾ ਮੰਨ ਲਓ ਕਿ ਇਲੀਗਲ ਜਿੰਨੇ ਵੀ ਕੰਮ ਹੋ ਰਹੇ ਆ ਬਰੈਂਪਟਨ 'ਚ, ਈਵਨ ਹਰਜਿੰਦਰ ਜੀ ਦੇਖਿਆ ਜਾਵੇ ਤੇ ਸਿਟੀ ਨੂੰ ਕੰਮ ਕਰਨ ਵਾਸਤੇ ਜੇ ਚਾਹੁੰਦੀ ਹੈ ਨਾ ਸਿਟੀ ਕਿ ਅਸੀਂ ਤੁਹਾਡੇ ਵਾਸਤੇ, ਉਹ ਇੱਦਾਂ ਕਹਿ ਰਹੇ ਕਿ ਅਸੀਂ ਤੁਹਾਡੇ ਵਾਸਤੇ ਇਹ ਪ੍ਰੋਗਰਾਮ ਲੈ ਕੇ ਆਏ, ਤੇ ਇਹਦੀ ਬਜਾਏ ਮਤਲਬ ਉਹਨਾਂ ਨੂੰ ਕ੍ਰਾਈਮ ਹਟਾਉਣਾ ਚਾਹੀਦਾ। ਇੱਥੇ ਕਿੰਨਾ ਕੁਛ ਹੈਗਾ ਆ, ਗੱਡੀਆਂ ਕਿੰਨੀਆਂ ਚੋਰੀ ਹੋ ਰਹੀਆਂ, ਉਹਨਾਂ ਬਾਰੇ ਧਿਆਨ ਨਹੀਂ ਹੈਗਾ ਸਿਟੀ ਦਾ। ਫਿਰ ਮੈਂ ਕਈ ਵਾਰੀ ਦੇਖਦਾ ਉਹਨਾਂ ਕੰਸਟਰਕਸ਼ਨ ਜ਼ੋਨ ਦੇ ਵਿੱਚ 4 ਪੁਲਿਸ ਦੀਆਂ ਗੱਡੀਆਂ ਖੜੀਆਂ ਹੁੰਦੀਆਂ, ਕੀ ਉੱਥੇ ਉੱਥੇ ਵਾਸਤੇ ਉਹਨਾਂ ਕੋਲ ਹੈਗਾ ਟਾਈਮ ਹੈ ਨਾ ਪੁਲਿਸ ਨੂੰ ਭੇਜਣ ਦਾ। ਜੇ ਕਿਤੇ ਕ੍ਰਾਈਮ ਹੋ ਜਾਵੇ ਤੇ ਕਹਿ ਦਿੰਦੇ ਸਾਡੇ ਕੋਲ ਟਾਈਮ ਹੈ ਨਹੀਂ ਗਾ ਨਾ। ਜੇ ਕੋਈ ਗੱਡੀ ਵੀ ਚੋਰੀ ਹੋ ਜਾਵੇ ਤਾਂ ਕਹਿ ਦਿੰਦੇ ਤੁਸੀਂ ਔਨਲਾਈਨ ਬੁਕਿੰਗ ਕਰਵਾਓ। ਲਾਈਕ ਕਿੱਦਾਂ ਦਾ ਹੈਗਾ ਸਿਟੀ ਦਾ ਪ੍ਰੋਸੀਜਰ? ਮੇਰੇ ਹਿਸਾਬ ਨਾਲ ਇਹ ਨਹੀਂ ਹੋਣਾ ਚਾਹੀਦਾ। ਮੈਂ ਡਾਕਟਰ ਸਾਹਿਬ ਨਾਲ ਜਿੰਨੀਆਂ ਗੱਲਾਂ ਕੀਤੀਆਂ ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ ਜੀ, ਜਿੰਨੀਆਂ ਵੀ ਡਾਕਟਰ ਸਾਹਿਬ ਨੇ ਗੱਲਾਂ ਕੀਤੀਆਂ ਨਾ, ਮੈਂ 100% ਐਗਰੀ ਹਾਂ। ਅੱਛਾ, ਪਰ ਇੱਥੇ ਪ੍ਰੇਮ ਜੀ ਔਰ ਮੈਂ ਤੁਹਾਡੇ ਕੋਲੋਂ ਵੀ ਤੇ ਡਾਕਟਰ ਸਾਹਿਬ ਤੋਂ ਵੀ ਮੈਂ ਦੁਬਾਰਾ ਫਿਰ ਇਹੀ ਗੱਲ ਪੁੱਛਣਾ ਚਾਹੁੰਦਾ ਕਿ ਡਾਕਟਰ ਸਾਹਿਬ ਕਿਤੇ ਇੱਦਾਂ ਦਾ ਨਹੀਂ ਕਿ ਅਸੀਂ ਇੱਕ ਮੂਵਮੈਂਟ ਜੀ ਇਸ ਪਾਸੇ ਨੂੰ ਲੈ ਕੇ ਤੁਰ ਪਏ ਹਾਂ ਕਿ ਜਿਹਦੇ ਪਿੱਛੇ ਜਿਹੜੀ ਇੰਟੈਂਸ਼ਨ ਹੈ, ਦੁਬਾਰਾ ਫਿਰ ਮੈਂ ਬਾਰ-ਬਾਰ ਸਿਟੀ ਦੇ ਚੁਣੇ ਹੋਏ ਨੁਮਾਇੰਦੇ ਜਾਂ ਸਿਟੀ ਕਿਉਂ ਚਾਹੇਗੀ ਕਿ ਲੋਕਾਂ ਦਾ ਅਸੀਂ ਨੁਕਸਾਨ ਕਰਨਾ, ਕੋਈ ਨਾ ਕੋਈ ਤਾਂ ਲੌਜਿਕ ਲੈ ਕੇ ਚੱਲੇ ਹੋਣਗੇ ਨਾ ਕਿ ਇਹਦੇ ਪਿੱਛੇ ਕੋਈ ਰੀਜ਼ਨ ਹੈ, ਕੋਈ ਕਾਰਨ ਹੈ,
ਕੋਈ ਸਾਨੂੰ ਕੰਪਲੇਂਟਸ ਆਈਆਂ ਨੇ, ਅਤੇ ਉਹਦੇ ਵਿੱਚ ਹਾਂ ਇਹ ਗੱਲ ਹੈ ਵੀ ਦੁਬਾਰਾ ਫਿਰ ਹੋ ਸਕਦਾ ਉਹ ਇਹਨੂੰ ਚੰਗੀ ਤਰ੍ਹਾਂ ਪੋਜੀਸ਼ਨ ਨਹੀਂ ਕਰ ਪਾਏ। ਪਰ ਹੁਣ ਅਗਲੀ ਡਿਮਾਂਡ ਕੀ ਹੈ, ਮੈਨੂੰ ਇਹ ਲੱਗਣ ਲੱਗ ਗਿਆ ਵੀ ਗੱਲਾਂ ਬਾਤਾਂ ਤੋਂ ਇਹ ਲੱਗਦਾ ਵੀ ਇਹਨੂੰ ਪੂਰਾ ਵੈਨਿਸ਼ ਹੀ ਕਰ ਦਿਓ ਜੀ, ਇਹ ਤਾਂ ਪ੍ਰੋਗਰਾਮ ਚਾਹੀਦਾ ਹੀ ਨਹੀਂ ਹੈ। ਤੁਸੀਂ ਇਹ ਡਿਮਾਂਡ ਕਰ ਰਹੇ ਹੋ ਜਾਂ ਇਹਨੂੰ ਕੁਛ ਇੰਪਰੂਵਮੈਂਟ ਦੀ ਡਿਮਾਂਡ ਕਰ ਰਹੇ ਹੋ? ਇਹ ਵੀ, ਅਤੇ ਮੇਰੇ ਨਾਲ ਬਾਕੀ ਕਾਲਰ ਨੂੰ ਮੈਂ ਬੇਨਤੀ ਕਰਦਾ। ਪ੍ਰੇਮ ਜੀ ਕੁਛ ਹੋਰ ਕਹਿਣਾ ਹੋਵੇ ਫਿਰ ਮੈਂ ਅਗਲੀ ਕਾਲ 'ਤੇ ਚੱਲਦਾ। ਜੀ ਮੈਂ ਗੱਲ ਦਾ ਜਵਾਬ ਦੇ ਕੇ ਮੈਂ ਤਾਂ ਫਿਰ ਮੈਂ ਹਾਂਜੀ ਹਾਂਜੀ ਪਲੀਜ਼। ਮੈਂ ਮੇਰਾ ਜਿਹੜਾ ਸਵਾਲ ਤੁਸੀਂ ਕੀਤਾ ਨਾ ਕਿ ਸਿਟੀ ਮਤਲਬ ਕਿ ਸਿਟੀ ਨੇ ਲੋਕਾਂ ਨੂੰ ਪੁੱਛ ਕੇ ਪ੍ਰੋਗਰਾਮ ਲਿਆਂਦਾ, ਜੇ ਤਾਂ ਲੋਕਾਂ ਨੂੰ ਪੁੱਛ ਕੇ ਪ੍ਰੋਗਰਾਮ ਲਿਆਂਦਾ ਹੁੰਦਾ, ਸੋ ਪ੍ਰੋਪਰ ਕੰਸਲਟੈਂਸੀ ਨਹੀਂ ਹੋਈ ਤੁਸੀਂ ਕਹਿ ਰਹੇ ਹੋ? ਹਾਂ, ਪ੍ਰੋਪਰ ਕੰਸਲਟੈਂਸੀ ਹੋਣੀ ਬਹੁਤ ਜ਼ਰੂਰੀ ਸੀਗੀ, ਤੇ ਇਸ ਕਰਕੇ ਮੇਰੇ ਹਿਸਾਬ ਨਾਲ ਇਹ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ। ਠੀਕ ਹੈ, ਬਾਕੀ ਡਾਕਟਰ ਸਾਹਿਬ ਤੁਹਾਨੂੰ ਜਵਾਬ ਦੋਗੇ। ਥੈਂਕ ਯੂ। ਹਾਂਜੀ ਪਲੀਜ਼ ਜੀ ਡਾਕਟਰ ਸਾਹਿਬ। ਸੋ ਆਪਾਂ ਬਾਕੀ ਕਾਲਰ ਨੂੰ ਮੈਂ ਬੇਨਤੀ ਕਰਦਾ ਜੀ ਹੋਲਡ ਰੱਖਿਓ, ਆਪਾਂ 1 ਬਾਏ 1 ਤੁਹਾਡੀਆਂ ਲਾਈਨਸ ਔਨ ਏਅਰ ਕਰਦੇ ਹਾਂ। ਉਸ ਤੋਂ ਬਾਅਦ ਰਵੀ ਜੀ ਨੇ, ਫਿਰ ਹਜ਼ਾਰਾ ਸਿੰਘ ਜੀ, ਦੈਨ 1333 ਤੇ ਆਪਾਂ ਕਾਲਸ ਔਨ ਏਅਰ ਕਰਾਂਗੇ। हाँ जी देखिए जी, सबसे पहले तो मैं कहूँगा कि सिटी ऑफ ब्रैम्पटन को हम जो रेजिडेंट हैं एक टाउन हॉल ऑर्गेनाइज करेंगे, ओपन टाउन हाउस, जिसके अंदर हम जो 10 के 10 अपने काउंसलर हैं और मेयर सबको इनवाइट करेंगे, और उस टाउन हॉल में हम सारे ब्रैम्पटन को इनवाइट करेंगे, और कोशिश होगी कि हम हर वार्ड में एक टाउन हॉल ऑर्गेनाइज करें। वहाँ पे लोगों से प्रॉपर कंसल्टेशन लें, उनको कंसल्ट करें भी ये प्रोग्राम है, किस हिसाब से ये मतलब होगा, कैसे ये जो कंसर्न है, जो सिटी के कंसर्न कैसे रिजॉल्व करेगा, कैसे ब्रैम्पटन सिटी ऑफ ब्रैम्पटन को सेफ्टी सिक्योरिटी का जो इशू है उसके उनके जो भी क्वेश्चन है और उनको हल करेगा। हाँ जी। और इसके अंदर मैं ये कहना चाहता हूँ कि जो मेरी अभी तक बात हुई है सिटी काउंसलर से या रीजनल काउंसलर से, उन्होंने ये कहा कि हमें एक स्पेशल टूल मिलेगा कि हम किसी के घर पे भी विद और विदाउट वारंट हमें जाने के लिए अलो करेगा, क्योंकि हमें एक बिजनेस लाइसेंस इशू किया। ओके। और वो साथ में जो अपने डेनिस किनन है जो रीजनल काउंसलर है, वो ये कहते हैं कि भाई अगर आप मेरे रेस्टोरेंट में आते हो, मेरा रेस्टोरेंट है, अगर आप मेरे रेस्टोरेंट में आओगे, अगर आपको सफाई नहीं मिलती, ये नहीं मिलती, तो हम आपका लाइसेंस, सिटी लाइसेंस कैंसिल कर सकती है। हाँ जी। देखिए वहाँ तक ये आपका बिजनेस है, अगर सिटी ऑफ ब्रैम्पटन इसको एक बिजनेस के हिसाब से लेता है कि ये एक बिजनेस है, तो फिर वहाँ पे लैंडलॉर्ड के राइट बहुत हो जाते हैं कि उसके घर में कौन रहेगा, कोई रेंट नहीं देगा तो उसको निकाल सकता है। ठीक है। लेकिन ये अंडर रेजिडेंशियल टेनेंसी एक्ट के अंदर आता है। ओके। अगर मेरे को ये बताइए कि सिटी का जो रिलेशन है वो किसके साथ है, कंसेंट किसने दी है? लैंडलॉर्ड ने दी है कि आप मेरे घर में जा सकते हो, मेरी प्रॉपर्टी में जा सकते हो। हाँ जी। सिटी ऑफ ब्रैम्पटन के जो भी बाइल ऑफिसर है उनको सिटी प्रॉपर्टी के बाहर जाने की इजाज़त है। ठीक है। अगर मान लो यहाँ पे कंसेंट दे भी दी कि आप हमारे घर के अंदर जाके चेक कर सकते हो, वहाँ रिलेशन किसका है? वहाँ टेनेंट ने तो कोई एग्रीमेंट नहीं किया कि सिटी उसके घर में कभी भी आ सकता है। ਹੁਣ ਤੁਹਾਡੀ ਡਿਮਾਂਡ ਸਰ ਕੀ ਹੈ ਕਿ ਤੁਸੀਂ ਇਹਦੇ 'ਚ ਇੰਪਰੂਵਮੈਂਟਸ ਚਾਹੁੰਦੇ ਹੋ ਜਾਂ ਕੀ? नहीं, बेसिकली इस प्रोग्राम की ज़रूरत ही नहीं है ना। ਨਹੀਂ, ਪਰ ਤੁਹਾਨੂੰ ਲੱਗਦਾ ਨਹੀਂ ਕਿ ਜੇ ਇਸ ਤਰ੍ਹਾਂ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ, ਜਿਹੜੀਆਂ लैंडलॉर्ड ਦੀ ਪ੍ਰੋਟੈक्शन भी ਵਧਾ ਦਿੱਤੀ ਜਾਵੇ, ਉਹਨਾਂ ਨੂੰ ਰਾइट्स ज़्यादा दे देखिए जब ओपन टाउन हॉल होगी ना, कि बहुत सारे पॉइंट है इसके अंदर जो कि भी ये वायलेशन नहीं करेगा। मान लो अब मैं बोलता हूँ कि सपोज करो ये मेरे टेनेंट के घर में घुस जाते हैं, और टेनेंट मान लो मेरे को शुरू करता है कि मेरे घर में कैसे हुई, क्या जो सारे काउंसलर एक पर्सनल एफिडेविट देंगे कि जो भी लॉसूट होगा इस प्रोजेक्ट के कारण, कोई भी लॉसूट होता है, चाहे वो रेजिडेंसी एक्ट का वायलेशन हो, चाहे वो प्राइवेसी का वायलेशन हो, चाहे जो ह्यूमन राइट है जो भी हो, क्या ये पर्सनल गारंटी लेते हैं कि कल को कोई ऐसा इशू आता है तो ये पर्सनल लाइबल होंगे? ਆਪਾਂ ਦੇਖਦੇ ਹਾਂ ਜੀ। ਕਾਲਾ ਸਾਹਿਬ ਤੁਸੀਂ ਕੋਈ ਕਮੈਂਟ ਕਰ ਦਿਓ, ਫਿਰ ਉਸ ਤੋਂ ਬਾਅਦ ਰਵੀ ਜੀ ਦੀ ਕਾਲ ਔਨ ਏਅਰ ਕਰਦੇ ਹਾਂ। ਮੈਂ ਬਾਕੀ ਕਾਲਰ ਨੂੰ ਬੇਨਤੀ ਕਰਦਾ ਜੀ ਥੋੜੀ ਦੇਰ ਹੋਲਡ ਕਰਿਓ। ਹਾਂਜੀ ਸਰ, ਕਾਫੀ ਦੇਰ ਤੋਂ ਤੁਸੀਂ ਸੁਣ ਰਹੇ ਸੀ, ਕੁਝ ਆਪਣੇ ਵੱਲੋਂ ਬਸ ਬਿਲਕੁਲ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਮੈਂ ਇਸ ਗੱਲ ਦੇ ਨਾਲ ਕਾਫੀ ਚੀਜ਼ਾਂ ਆਪਾਂ ਡਿਸਕਸ ਕਰ ਰਹੇ ਹਾਂ, ਪਰ ਇੱਕ ਚੀਜ਼ ਦੇ ਨਾਲ ਜਿਹੜੀ ਮੈਂ ਇਹਨਾਂ ਦੇ ਨਾਲ ਸਹਿਮਤ ਹਾਂ, ਉਹ ਵਾਕਈ ਇਹ ਗੱਲ ਹੈ ਕਿ ਇਹ ਬਹੁਤ ਜਲਦਬਾਜ਼ੀ ਦੇ ਵਿੱਚ ਲਿਆਇਆ ਗਿਆ ਪ੍ਰੋਜੈਕਟ ਹੈ। ਹਾਂਜੀ। ਜੇ ਅਗਰ ਅਸੀਂ ਗੱਲ ਕਰੀਏ ਕਿ ਵੀ ਸਾਡੇ ਸਿਟੀ ਦੇ ਸਾਡੇ ਚੁਣੇ ਹੋਏ ਨੁਮਾਇੰਦੇ ਕੋਈ ਵੀ ਲਾਅ ਦੇ ਵਿੱਚ ਜਦੋਂ ਅਮੈਂਡ ਕਰਨਾ ਹੁੰਦਾ ਉਹਨਾਂ ਨੇ, ਜਾਂ ਨਵਾਂ ਹੀ ਕੋਈ ਚੀਜ਼ ਗਾਈਡਲਾਈਨਸ ਨੂੰ ਲੈ ਕੇ ਆਉਣਾ ਹੁੰਦਾ ਹੈ ਐਜ਼ ਏ ਲਾਅ, ਉਹ ਜੇ ਉੱਥੇ ਪ੍ਰਪੋਜ਼ਲ ਆਪਣੀ ਰੱਖਦੇ ਨੇ ਸਿਟੀ ਦੇ ਵਿੱਚ, ਸਿਟੀ ਹਾਲ ਦੇ ਵਿੱਚ, ਤਾਂ ਉਹਨਾਂ ਨੂੰ ਡੈਫੀਨੇਟਲੀ ਜਿਹੜੀਆਂ ਆਪਣੀਆਂ ਜਿਹੜੇ ਏਰੀਆ ਦੇ ਵਿੱਚੋਂ, ਜਿਹੜੇ ਵਾਰਡ ਦੇ ਵਿੱਚੋਂ ਉਹ ਚੁਣ ਕੇ ਆਏ ਹੁੰਦੇ ਨੇ, ਉਸ ਜਿਨ੍ਹਾਂ ਦੇ ਉਹ ਨੁਮਾਇੰਦੇ ਹੁੰਦੇ ਨੇ, ਉਹਨਾਂ ਨਾਲ ਉਹਨਾਂ ਦੀ ਡਿਸਕਸ਼ਨ ਕਰਨੀ ਬਣਦੀ ਹੈ ਜੀ। ਉਹ ਪਹਿਲਾਂ ਇਹੀ ਚੀਜ਼ ਅਗਰ ਉਹਨਾਂ ਨੇ ਪਹਿਲਾਂ ਡਿਸਕਸ਼ਨ ਦੇ ਵਿੱਚ ਲਈ ਹੁੰਦੀ, ਹਾਂਜੀ, ਤਾਂ ਇਹ ਜਿਹੜਾ ਟੋਟਲ ਹੁਣ ਇਸ ਵੇਲੇ ਵੇਸਟ ਆਫ ਮਨੀ, ਵੇਸਟ ਆਫ ਐਨਰਜੀ, ਵੇਸਟ ਆਫ ਰਿਸੋਰਸਿਸ ਜਿਹੜਾ ਨਜ਼ਰ ਆ ਰਿਹਾ ਹੈ, ਜਿਹੜਾ ਇੱਕਦਮ ਕਾਇਓਸ ਜਿਹਾ ਬਣ ਕੇ ਰਹਿ ਗਿਆ, ਉਹ ਕਿਓਸ ਜਿਹੜਾ ਇਹ ਬਚਾਇਆ ਜਾ ਸਕਦਾ ਸੀ ਜੇ ਅਗਰ ਇਹਦੇ ਉੱਤੇ ਪ੍ਰੋਪਰ ਕੰਸਲਟੈਂਸੀ ਦੇ ਨਾਲ ਇਸ ਪ੍ਰੋਜੈਕਟ ਨੂੰ ਲੈ ਕੇ। ਆਪਾਂ ਕਾਲਸ ਤੇ ਚੱਲਦੇ ਹਾਂ ਜੀ। ਨਾਲ ਹੀ ਦੱਸ ਦਿੰਦੇ ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋਅ 1350 AM ਮੰਡੇ ਟੂ ਫਰਾਈਡੇ ਦੁਪਹਿਰੇ 2 ਵਜੇ ਤੋਂ 5 ਵਜੇ ਤੱਕ 3 ਘੰਟੇ ਦੀ ਸਾਡੀ ਇਹ ਜਿਹੜੀ ਸਾਂਝ ਹੁੰਦੀ ਹੈ। ਸੋ ਸਾਡੇ ਨਾਲ ਸਟੂਡੀਓ 'ਚ ਗੱਲ ਕਰਨ ਦੇ ਲਈ 905 601 1350 ਤੇ ਤੁਸੀਂ ਆਪਣਾ ਕੋਈ ਬਿਜ਼ਨਸ ਪ੍ਰਮੋਟ ਕਰਨਾ ਹੋਵੇ ਜਾਂ ਸਾਡੇ ਕਿਸੇ ਸਪਾਂਸਰਸ ਦੇ ਫੋਨ ਨੰਬਰ ਚਾਹੀਦੇ ਆ ਤਾਂ 647 400
6862 ਦੇ ਉੱਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੋ ਰਵੀ ਸੋਹਲ ਜੀ ਨੇ, ਫਿਰ ਉਸ ਤੋਂ ਬਾਅਦ ਹਜ਼ਾਰਾ ਸਿੰਘ ਜੀ ਤੇ 1333 ਇਹਨਾਂ ਕਾਲਸ ਨੂੰ ਆਪਾਂ, ਮੈਨੂੰ ਲੱਗਦਾ ਇਹੀ 3 ਕਾਲਸ ਲੈ ਕੇ ਆਪਾਂ ਵਾਈਂਡ ਅਪ ਕਰ ਦਿਆਂਗੇ। ਰਵੀ ਜੀ ਤੁਸੀਂ ਆਉਂਦੇ ਰਹੋ ਜੀ। ਹਾਂਜੀ ਹਰਜਿੰਦਰ ਜੀ, ਥੈਂਕ ਯੂ ਵੈਰੀ ਮਚ ਫॉर ਹੈਵਿੰਗ ਮੀ ਔਨ ਦਾ ਏਅਰ ਜੀ ਸਰ। ਭਾਜੀ ਮੈਂ ਨਾ 3 ਪੁਆਇੰਟ ਜਿਹੜੀ ਸਾਰੀ ਕਨਵਰਸੇਸ਼ਨ ਸੁਣ ਰਿਹਾ ਸੀ, ਮੈਂ ਜ਼ਰਾ 3 ਪੁਆਇੰਟ ਦੇ ਉੱਤੇ ਨਾਟ ਟੇਕਿੰਗ ਅ ਮਚ ਟਾਈਮ ਤੇ ਉਹਨਾਂ ਤੇ 1 ਬਾਈ 1 ਜਾਣਾ। ਹਾਂਜੀ। ਤੇ ਸਭ ਤੋਂ ਪਹਿਲਾਂ ਅਸੀਂ ਸਟਾਰਟ ਕੀਤਾ ਸੀ ਕਿ ਅਸੀਂ ਉਹਨਾਂ ਸਿਟੀਜ਼ ਦੀ ਨਾਮ ਲਿਆ ਸੀ ਕਿ ਜਿਹਨਾਂ ਸਿਟੀਜ਼ ਦੇ ਵਿੱਚ ਇਹ ਇੰਪਲੀਮੈਂਟ ਹੋਇਆ, ਜਿੱਦਾਂ ਕਿ ਨਾਇਗਰਾ ਰੀਜਨ ਦੀ ਅਸੀਂ ਗੱਲ ਕੀਤੀ ਹੈ, ਰਾਈਟ। ਤੇ ਅਗਰ ਅਸੀਂ ਇਹਦੀ ਫੁੱਲ ਕੇਸ ਸਟੱਡੀ ਦੇ ਵਿੱਚ ਕਰੀਏ, ਸਿਟੀ ਆਫ ਔਸ਼ਵਾ ਦੇ ਵਿੱਚ 3 ਸਾਲ ਤੋਂ ਬਾਅਦ ਬਾਈਂਡ ਅਪ ਹੋ ਗਿਆ ਆਲਰੇਡੀ, ਕੌਂਸਲ ਨੇ ਇਹਨੂੰ ਪੁੱਟ ਇਟ ਡਾਊਨ ਕਰਤਾ ਕਿਉਂਕਿ ਇਹਦਾ ਇਫੈਕਟਿਵਨੈਸ ਨਹੀਂ ਨਜ਼ਰ ਅੱਛਾ, ਤੁਸੀਂ ਕਹਿੰਦੇ ਉੱਥੇ ਉਹਨਾਂ ਨੇ 3 ਸਾਲ ਇਸ ਪ੍ਰੋਗਰਾਮ ਨੂੰ ਰੱਖਿਆ, ਹੁਣ ਉਹਨੂੰ ਵਾਈਂਡ ਅਪ ਕਰ ਦਿੱਤਾ ਵੀ ਇਹਨੂੰ ਵਾਪਸ ਲੈ ਲਿਆ ਗਿਆ ਇਹ ਪ੍ਰੋਗਰਾਮ। ਬਿਲਕੁਲ ਜੀ, ਬਿਲਕੁਲ। ਉਸ ਤੋਂ ਬਾਅਦ ਔਸ਼ਵਾ ਦੀ ਗੱਲ ਕਰ ਰਹੇ ਹੋ? ਸਿਟੀ ਆਫ ਔਸ਼ਵਾ ਦੇ ਵਿੱਚ। ਅੱਛਾ ਜੀ। ਤੇ ਉਸ ਤੋਂ ਬਾਅਦ ਸਿਟੀ ਆਫ ਕਾਰਨਵਾਲ ਦੇ ਵਿੱਚ ਵੀ ਇਹ ਜਦੋਂ ਲਾਂਚ ਹੀ ਕਰਨਾ ਸੀਗਾ ਤਾਂ ਉਸੇ ਟਾਈਮ ਇਹ ਕੌਂਸਲ ਦੇ ਵਿੱਚ ਵੋਟਿੰਗ ਦੇ ਵਿੱਚ ਪਾਸ ਨਾ ਸੀ ਹੋਇਆ ਤੇ ਉੱਥੇ ਵੀ ਇਹ ਬੰਦ ਹੋ ਗਿਆ ਸੀ। ਹੁਣ ਅਸੀਂ ਉਸ ਤੋਂ ਬਾਅਦ ਚੱਲਦੇ ਹਾਂ ਸਿਟੀ ਆਫ ਵਾਟਰਲੂ ਦੇ ਵਿੱਚ। ਸਿਟੀ ਆਫ ਵਾਟਰਲੂ ਦੇ ਵਿੱਚ ਅੱਜ ਦੀ ਡੇਟ ਦੇ ਉੱਤੇ ਆਲਰੇਡੀ ਇੱਕ ਤਰੀਕੇ ਦਾ ਸ਼ੈਲਫ ਦੇ ਉੱਤੇ ਪਿਆ ਹੋਇਆ, ਸਾਰੀਆਂ ਪੈਨਲਟੀਜ਼ ਜਿਹੜੀਆਂ ਹੈਗੀਆਂ ਹੋਲਡ ਤੇ ਪਾਈਆਂ ਹੋਈਆਂ, ਜਿਹੜੀ ਕਿ ਹਿਊਮਨ ਰਾਈਟਸ, ਅੰਟਾਰੀਓ ਹਿਊਮਨ ਰਾਈਟਸ ਕਮਿਸ਼ਨਸ ਨੇ ਪੂਰੀ ਰਿਗਰੈਸ ਇਹਦੇ ਉੱਤੇ ਇਨਵੈਸਟੀਗੇਸ਼ਨ ਦਿੱਤੀ ਔਰ ਕਨਕਲੂਜਨਸ ਕੀਤੀਆਂ ਨੇ ਆਨਲਾਈਨ। ਉਹਨਾਂ ਦੀ ਅੰਟਾਰੀਓ ਹਿਊਮਨ ਰਾਈਟਸ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਵਾਟਰਲੂ ਦੀ ਰਿਪੋਰਟ ਕੱਢ ਸਕਦੇ ਹੋ। ਉਹਦੇ ਵਿੱਚ ਕਈ ਜਿਹੜੀਆਂ ਚੀਜ਼ਾਂ ਹੈਗੀਆਂ ਕਨਫਲਿਕਟ ਕੀਤਾ। ਨਾਇਗਰਾ ਦੇ ਵਿੱਚ ਕਿਸੇ ਨੇ ਨਹੀਂ ਕੀਤਾ ਹੈਗਾ, ਰਾਈਟ, ਕਿਉਂਕਿ ਮੈਂ ਨਾਇਗਰਾ ਦੇ ਕੇਸ ਨੂੰ ਸਟੱਡੀ ਨਹੀਂ ਕੀਤਾ, ਮਤਲਬ ਇਸ ਕਰਕੇ ਮੈਂ ਉਹਦੇ ਉੱਤੇ ਜ਼ਿਆਦਾ ਕਮੈਂਟ ਨਹੀਂ ਕਰੂੰਗਾ। ਲੇਕਿਨ ਜਿਹੜੇ ਅਸੀਂ ਵੀ ਵਿਲ ਕਮਿੰਗ ਬੈਕ ਟੂ ਦੀ ਆਬਜੈਕਟਿਵ, ਰਾਈਟ, ਤੇ ਜਿਹੜੇ ਅਸੀਂ ਇਹ ਚੀਜ਼ਾਂ ਕਾਫੀ ਵਾਰ ਕਾਉਂਸਲਰ ਦੇ ਵਿੱਚੋਂ ਅਸੀਂ ਮੈਂ ਡਾਇਰੈਕਟ ਵੀ ਪੁੱਛੀਆਂ ਹੋਈਆਂ, ਮੈਂ ਉਹਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਟਿਚ ਕਰਕੇ ਵੀ ਪੁੱਛੀਆਂ ਹੋਈਆਂ, ਜਾਂ ਮੈਨੂੰ ਔਨ 에ਅਰ ਆਉਣ ਦਾ ਜਿਹੜਾ ਮੌਕਾ ਮਿਲਿਆ ਉਹਨਾਂ ਤੇ ਵੀ ਮੈਂ ਕੁਐਸਚਨ ਕੀਤਾ ਕਿ ਮੈਨੂੰ ਤੁਸੀਂ ਇੰਡੀਪੈਂਡੈਂਟ ਆਬਜੈਕਟਿਵ ਕਲੈਰੀਫਾਈ ਕਰੋ ਔਰ ਕੁਆਂਟੀਫਾਈਡ ਡੇਟਾ ਦਿਓ ਜਿਹਦੇ ਨਾਲ ਇਹ ਚੀਜ਼ ਜਸਟੀਫਾਈ ਹੋ ਜਾਏ ਕਿ ਇਸ ਪ੍ਰੋਗਰਾਮ ਦੀ ਲੋੜ ਕੀ ਸੀ। ਸਾਨੂੰ 3 ਚੀਜ਼ਾਂ ਦੀ ਜਿਹੜੀ ਆਵਾਜ਼ ਆ ਰਹੀ ਹੈ। ਪਹਿਲੀ ਗੱਲ ਤਾਂ ਇਲੀਗਲ ਬੇਸਮੈਂਟਸ ਨੂੰ ਟਾਰਗੇਟ ਕਰਨਾ, ਦੂਸਰਾ ਓਵਰ ਕਰਾਊਡਿੰਗ ਤੇ ਤੀਸਰਾ ਹੈਗਾ ਗਾਰਬੇਜ ਓਵਰਫਲੋ ਦੀ। ਇਹ 3 ਚੀਜ਼ਾਂ ਦੇ ਉੱਤੇ ਜਿਹੜਾ ਬੇਸ ਸਿਟੀ ਲੈ ਕੇ ਆਉਂਦੀ ਹੈ। ਮੈਂ ਇਹਨਾਂ ਦੇ ਉੱਤੇ ਤਿੰਨਾਂ ਦੇ ਉੱਤੇ ਇੱਕ ਵੈਰੀ ਵੈਰੀ ਸ਼ਾਰਟ ਸੈਂਟੈਂਸਿਸ ਦੇ ਵਿੱਚ ਕਰਾਂ। ਸਭ ਤੋਂ ਪਹਿਲਾਂ ਜਿੱਦਾਂ ਆਜ਼ਾਦ ਜੀ ਹੁਣਾਂ ਨੇ ਪਹਿਲਾਂ ਬਿਲਕੁਲ ਵੈਰੀ ਕਲੀਅਰਲੀ ਕੀਤਾ ਕਿ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਜਿਹੜੀ ਪ੍ਰੀ ਰਿਕੁਇਜ਼ਿਟ ਹੈਗੀ ਹੈ ਕਿ ਤੁਹਾਡੀਆਂ ਡਿਵੈਲਿੰਗਸ ਹੈਗੀਆਂ ਉਹ ਲੀਗਲ ਹੋਣੀਆਂ ਚਾਹੀਦੀਆਂ, ਰਾਈਟ। ਤੇ ਇਹਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਤੁਹਾਨੂੰ ਹਿੱਟ ਬੈਡ ਵੱਜ ਰਿਹਾ, ਆਲਰੇਡੀ ਬੰਦੇ ਨੇ 70,000 ਦੇ ਵਿੱਚ ਆਪਣੀ ਕੋਈ ਵੀ ਡਿਵੈਲਿੰਗ ਨੂੰ ਲੀਗਲ ਕੀਤਾ ਹੋਇਆ, ਹਾਊਸ ਨੂੰ ਛੱਡ ਕੇ ਜਿਹੜੀਆਂ ਚਾਹੇ ਐਡੀਸ਼ਨਲ ਕੋਈ ਵੀ ਰੈਂਟਲ ਯੂਨਿਟ ਬਣਾਈ ਹੈ, ਚਾਹੇ ਗਾਰਡਨ ਯੂਨਿਟ ਬਣਾਈ ਹੈ, ਚਾਹੇ ਬੇਸਮੈਂਟ ਲੀਗਲ ਕੀਤੀ ਹੋਈ, ਆਲਰੇਡੀ ਉਹ ਸਾਰੀ ਉਸ ਪ੍ਰੋਸੈਸ ਦੇ ਵਿੱਚੋਂ ਜਾ ਚੁੱਕਿਆ, ਠੀਕ ਹੈ। ਉਸ ਤੋਂ ਬਾਅਦ ਸਾਨੂੰ ਉਹ ਸਾਰੀਆਂ ਰਿਕੁਆਇਰਮੈਂਟਸ ਸਾਨੂੰ ਦੁਬਾਰਾ ਕਰਨੀਆਂ ਪੈ ਰਹੀਆਂ। ਇਹਦੇ ਵਿੱਚ ਜਿਹੜੀ ਇਲੀਗਲ ਹੈਗਾ ਉਹ ਤਾਂ ਅੱਜ ਵੀ ਸਿਟੀ ਦੇ ਬਾਇਲਾਜ਼ ਨੂੰ ਬ੍ਰੀਚ ਕਰ ਰਿਹਾ, ਰਾਈਟ। ਉਹਨਾਂ ਵਿੱਚ ਤਾਂ ਕੋਈ ਵੀ ਐਡ ਨਹੀਂ ਕੀਤਾ। ਹੁਣ ਇਸ ਪੂਰੀ ਰੈਂਟਲ ਐਪਲੀਕੇਸ਼ਨ ਜਿਹੜੀ ਲਾਇਸੈਂਸ ਐਪਲੀਕੇਸ਼ਨ ਹੈ ਇਹਦੇ ਵਿੱਚ ਅਕਨੋਲੇਜ ਕਰਾਈ ਜਾ ਰਿਹਾ ਸਿਰਫ ਉਸੇ ਬਾਇਲਾਜ਼ ਨੂੰ ਜਿਹੜੇ ਬਾਇਲਾਜ਼ ਐਗਜ਼ਿਸਟਿੰਗ ਨੇ। ਬਾਇਲਾਜ਼ ਪ੍ਰੋਪਰਟੀ ਸਟੈਂਡਰਡ ਨੂੰ ਕੋਈ ਵੀ ਚੇਂਜ ਨਹੀਂ ਕੀਤਾ ਗਿਆ ਇਸ RRL ਦੇ ਥੱਲੇ। ਔਰ ਦੂਸਰੀ ਗੱਲ ਹੈ ਇਹਦੇ ਵਿੱਚ ਸਾਡੇ ਕੋਲ ਫੋਰਸ ਜਿਹੜੀ ਅਨਕਨਸਟੀਟਿਊਸ਼ਨਲੀ ਕੰਸੈਂਟ ਲਿੱਤੀ ਜਾ ਰਹੀ ਹੈ ਲੈਂਡਲੋਰਡ ਨੂੰ। ਅਗਰ ਕਿਉਂਕਿ ਦੇਖੋ ਟੈਕਨੀਕਲਿਟੀ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ, ਉਹਦੇ ਵਿੱਚ ਸਾਨੂੰ ਕਿਹਾ ਜਾ ਰਿਹਾ ਕਿ ਲੈਂਡਲੋਰਡ ਸਾਨੂੰ ਕੰਸੈਂਟ ਦੇਵੇ ਕਿ ਇਹ ਜਿਹੜਾ ਹੈ ਕਿ ਮਤਲਬ ਵਿਦ ਐਂਡ ਵਿਦਾਊਟ ਨੋਟਿਸ ਦੇ ਵਿੱਚ ਸਿਟੀ ਜਿਹੜਾ ਐਂਟਰ ਕਰ ਸਕਦਾ ਰੈਂਡਮ ਇਨਸਪੈਕਸ਼ਨ। ਇਹ ਅਨਕਨਸਟੀਟਿਊਸ਼ਨਲ ਇਸ ਕਰਕੇ ਹੈ ਕਿਉਂਕਿ ਜਿਹੜਾ ਰਿਲੇਸ਼ਨਸ਼ਿਪ ਇਸ ਰੈਂਟਲ ਲਾਇਸੈਂਸਿੰਗ ਦਾ ਹੈ ਉਹ ਇੱਕ ਪ੍ਰੋਪਰਟੀ ਓਨਰ ਔਰ ਸਿਟੀ ਦੇ ਵਿੱਚ ਹੈ। ਲੇਕਿਨ ਜਿਹੜੀ ਯੂਨਿਟ ਰੈਂਟਲ ਡਿਕਲੇਅਰ ਕੀਤੀ ਹੋਈ ਹੈ ਉੱਥੇ ਟੇਨੈਂਟ ਰਹਿ ਰਿਹਾ, ਉਸ ਟਾਈਮ ਜਿਹੜਾ ਹੈ ਟ੍ਰਾਇੰਗਲ ਰਿਲੇਸ਼ਨਸ਼ਿਪ ਤੁਹਾਡਾ ਕ੍ਰੀਏਟ ਹੋ ਰਿਹਾ ਹੈ ਲੈਂਡਲੋਰਡ ਔਰ ਟੇਨੈਂਟ ਦੇ ਵਿਚਕਾਰ, ਜਿਹਦੇ ਵਾਸਤੇ ਰੈਜ਼ੀਡੈਂਸ਼ੀਅਲ ਟੈਨੈਂਸੀ ਐਕਟ ਹੈ। Residential Tenancy Act Section 26 or 27 does not allow that to be breached that. ਹੁਣ ਜਦੋਂ ਕੋਈ ਵੀ ਲਾਅ ਬਣਦਾ ਹੈ ਅਗਰ ਉਹ ਕਿਸੇ ਚੀਜ਼ ਦੇ ਨਾਲ ਕਨਫਲਿਕਟ ਕਰਦਾ, ਪ੍ਰੋਵਿੰਸ ਤੇ ਕਿਸੇ ਵੀ ਲਾਅ ਨਾਲ ਕਨਫਲਿਕਟ ਕਰੇਗਾ, ਸਿਟੀ ਉੱਤੇ ਸਟੈਂਡ ਨਹੀਂ ਕਰਦੀ, ਰਾਈਟ। ਉਹ ਜਿਹੜੀ ਫੋਰਸ ਜਿਹੜੀ ਐਕਨੋਲੇਜਮੈਂਟ ਹੈ ਉਹ ਫੋਰਸਡ ਹੈ, ਠੀਕ ਹੈ। ਅਗਰ ਤੁਸੀਂ ਉਹਨੂੰ ਕੰਸੈਂਟ ਨਹੀਂ ਦਿੰਦੇ ਤੁਹਾਡੀ ਐਪਲੀਕੇਸ਼ਨ ਅੱਗੇ ਨਹੀਂ ਚੱਲ ਰਹੀ, ਹੁਣ ਤਾਂ ਚਲੋ ਰਿਮੂਵ ਕਰ ਦਿੱਤੀ ਹੋਈ ਹੈ। ਤੀਸਰਾ ਆਬਜੈਕਟਿਵ ਦੀ ਜਿਹੜੀ ਮੈਂ ਗੱਲ ਕਰ ਰਿਹਾ ਹੈਗਾ, ਗਾਰਬੇਜ ਓਵਰਫਲੋ ਦੀ ਗੱਲ ਕਰਦੇ ਹਾਂ। ਹਾਂਜੀ, ਰੈਂਟਲ ਲਾਇਸੈਂਸ ਲੈਣ ਦੇ ਨਾਲ ਗਾਰਬੇਜ ਦੀ ਪ੍ਰੋਬਲਮ ਸੋਲਵ ਨਹੀਂ ਹੋਣੀ। ਰੂਟ ਕਾਜ਼ ਉਹਦਾ ਕੀ ਹੈ? ਰੂਟ ਕਾਜ਼ ਇਹ ਹੈ ਕਿ ਜਿਸ ਦਿਨ ਤੋਂ 2 ਡਵੈਲਿੰਗ ਯੂਨਿਟਸ ਬਣਨੀਆਂ ਸਟਾਰਟ ਹੋਈਆਂ, ਪਹਿਲਾਂ ਸਾਡੀ ਵੀਕਲੀ ਗਾਰਬੇਜ ਦੀ ਕਲੈਕਸ਼ਨ ਸੀ, ਫਿਰ ਇਹਨਾਂ ਨੇ ਬਾਈ ਵੀਕਲੀ ਪੁਸ਼ ਕਰ ਦਿੱਤੀ। ਔਰ ਜਦੋਂ ਤੋਂ ਜਿਹੜੀਆਂ ਆਪਣੇ ਲੀਗਲ ਬੇਸਮੈਂਟ ਅਸੀਂ ਦੇਣਾ, ਕਿਉਂਕਿ ਇਟਸ ਆਈ ਡੋਂਟ ਗੋ ਇਨਟੂ ਦੈਟ ਵਨ, ਇਲੀਗਲ ਜਿਹੜੀ ਅਸੀਂ ਬੇਸਮੈਂਟ ਦੀ ਗੱਲ ਕਰਦੇ ਹਾਂ ਇਟਸ ਅ ਵੈਰੀ ਵੇਗ ਵਰਡ।
ਕਿਉਂਕਿ ਉਹਦੇ ਵਿੱਚ ਨਾਨ ਕੰਪਲਾਇੰਟ ਦਾ ਵਰਡ ਇਜ਼ ਅ ਰਾਈਟ ਟੂ ਵਰਡ ਵਿਚ ਅਕੋਰਡਿੰਗ ਟੂ ਮੀ ਐਜ਼ ਲਾਈਕ ਅ ਟੈਕਨੀਕਲੀ ਅਗਰ ਅਸੀਂ ਗੱਲ ਕਰਦੇ ਹਾਂ। ਤੇ ਜਿਹੜੀਆਂ ਜਦੋਂ ਅਸੀਂ 2 ਡਵੈਲਿੰਗ ਦੀ ਅਸੀਂ ਬਣਾਉਣ ਦੀ ਗੱਲ ਕਰਦੇ ਹਾਂ ਤੇ ਇਹਦਾ ਮਤਲਬ ਹੈ ਡਿਕਲੇਅਰ ਹੈ ਸਿਟੀ ਨੂੰ ਕਿ ਇਹਦੇ ਵਿੱਚ 2 ਰੈਂਟਲ ਯੂਨਿਟ ਬਣ ਰਹੀਆਂ, 2 families ਕੈਨ ਰਿਜ਼ਾਈਡ ਇੰਡੀਪੈਂਡੈਂਟਲੀ ਅਕੋਰਡਿੰਗ ਟੂ ਦਾ ਸਿਟੀ, ਕਿਉਂਕਿ 2 ਆਕੂਪੈਂਸੀ ਸੈਪਰੇਟ ਪਰਮਿਟ ਇਸ਼ੂ ਹੋਏ ਨੇ। ਤੇ ਜਿਹੜਾ ਗਾਰਬੇਜ ਜਦੋਂ 2 families ਰਹਿ ਰਹੀਆਂ, ਸਿਟੀ ਕਿਉਂ ਸਨੀਕ ਇਨ, ਆਲਰੇਡੀ ਤੁਹਾਡਾ ਪ੍ਰੋਪਰਟੀ ਟੈਕਸ ਵਧਾ ਰਹੀ ਹੈ, ਵਾਈ ਦੇ ਆਰ ਜਸਟ ਸਨੀਕਿੰਗ ਇਨ under the one bin to collecting the garbage of the two families, right? ਪ੍ਰੋਬਲਮ ਉੱਥੇ ਹੈ। ਔਰ ਤੁਸੀਂ ਬਾਈ ਵੀਕਲੀ ਦੇ ਵਿੱਚ ਕਰਤਾ, ਇੱਕ ਤਾਂ ਸਕੈਜੂਅਲ ਤੁਸੀਂ ਐਕਸਟੈਂਡ ਕਰ ਦਿੱਤਾ, ਉਹ ਬਿਨ ਦੇ ਸਾਈਜ਼ ਨੂੰ ਨਾਲ ਤੁਸੀਂ ਇਨਕਰੀਜ਼ ਕਰਤਾ, 2 ਫੈਮਲੀਆਂ ਤੋਂ ਤੁਸੀਂ ਗਾਰਬੇਜ ਇੱਕ ਦੇ ਵਿੱਚ ਪਾ ਰਹੇ ਹੋ। ਅੱਜ ਦੇ ਵਿੱਚ ਤੁਸੀਂ ਕਿਸੇ ਵੀ ਕਮਿਊਨਿਟੀ ਦੇ ਵਿੱਚ, ਕਿਸੇ ਵੀ ਏਰੀਆ ਦੇ ਵਿੱਚ ਬਰੈਂਪਟਨ 'ਚ ਜਾ ਕੇ ਦੇਖੋ, ਜਦੋਂ ਗਾਰਬੇਜ ਕਲੈਕਸ਼ਨ 15 ਦਿਨਾਂ ਬਾਅਦ ਹੁੰਦਾ, ਤਕਰੀਬਨ ਸਾਰਿਆਂ ਦੇ ਬਿਨ ਭਰੇ ਹੁੰਦੇ ਨੇ। ਜਿੱਥੇ ਲੀਗਲ ਬੇਸਮੈਂਟ ਬਣੀ ਹੋਈ ਹੈ ਤਾਂ ਡੈਫੀਨੇਟਲੀ ਉਹਨਾਂ ਦੀ ਜਿਹੜੀ ਸੈਕਿੰਡ ਡਵੈਲਿੰਗ ਬਣੀ ਹੋਈ ਹੈ ਤਾਂ ਡੈਫੀਨੇਟਲੀ ਉੱਥੇ ਗਾਰਬੇਜ ਜਿਹੜਾ ਹੈਗਾ ਉਹ ਬਿਨ ਥੋੜਾ ਜਿਹਾ ਉੱਪਰ ਨੂੰ ਹੋਇਆ ਹੁੰਦਾ, ਓਵਰਫਲੋ ਹੋਣਾ ਹੀ ਹੈ। ਕਿਉਂਕਿ ਸਾਨੂੰ ਰੂਟ ਕਾਜ਼ ਨੂੰ ਫਿਕਸ ਕਰਨਾ ਹੈ। ਲਾਇਸੈਂਸ ਲੈਣ ਦੇ ਨਾਲ ਗਾਰਬੇਜ ਦੀ ਪ੍ਰੋਬਲਮ ਨਹੀਂ ਹੁੰਦੀ। ਇਸ ਕਰਕੇ ਇਹ ਕੁਐਸਚਨ ਜਿਹੜਾ ਹੈ ਰੇਜ਼ ਹੋ ਰਿਹਾ ਕਿ ਜਿਸ ਬੇਸ ਦੇ ਉੱਤੇ, ਤਿੰਨੋਂ ਬੇਸਿਸ ਦੇ ਉੱਤੇ ਤੁਸੀਂ ਜਿਹੜਾ ਕਾਉਂਸਲਰਸ ਨੇ ਜੋ ਔਨ ਏਅਰ ਵੀ ਜਾਂ ਮੀਡੀਆ ਦੇ ਉੱਤੇ ਵੀ ਜੋ ਅਨਾਊਂਸਮੈਂਟਸ ਕੀਤੀਆਂ ਕਿ ਇਹਦੀ ਜ਼ਰੂਰਤ ਕਿਆ ਸੀ, ਉਹ ਤਿੰਨੋਂ ਹੀ ਆਬਜੈਕਟਿਵ ਦੇ ਉੱਤੇ ਫੇਲ ਹੋ ਰਿਹਾ, ਇਹਨੂੰ ਆਨਸਰ ਨਹੀਂ ਕਰ ਰਿਹਾ। ਠੀਕ ਹੈ, ਇਹ ਜਿਹੜੇ ਮੈਂ ਇੱਕ ਮੇਨ ਹੈਗਾ ਤੀਸਰਾ ਪੁਆਇੰਟ ਸੀਗਾ, ਬਟ ਆਈ ਐਮ ਨਾਟ ਟੇਕਿੰਗ ਅ ਟਾਈਮ, ਆਈ ਵਿਲ ਗਿਵ ਇਟ ਡੈਫੀਨੇਟਲੀ ਟਾਈਮ ਟੂ ਦ ਨੈਕਸਟ ਕਾਲਰ ਟੂ ਬੀ ਸ਼ੇਅਰ ਦ ਵਿਊਜ਼। ਇਹ ਮੇਰੇ ਜਿਹੜੇ ਹੈਗੇ ਵਿਊਜ਼ ਨੇ, ਅਗਰ ਕੋਈ ਸਟੂਡੀਓ 'ਚ ਬੈਠ ਕੇ ਕੋਈ ਮੇਰੇ ਨਾਲ ਕੁਐਸਚਨ ਪੁੱਛਣਾ ਚਾਹੁੰਦਾ ਤਾਂ ਆਈ ਵਿਲ ਟੇਕ ਦੈਟ ਕੁਐਸਚਨ, ਅਦਰਵਾਈਜ਼ ਆਈ ਵਿਲ ਲੀਵ ਇਟ। ਸੋ ਕਾਲਾ ਸਾਹਿਬ, ਤੁਸੀਂ ਮੇਰੇ ਖਿਆਲ ਕੋਈ ਕਮੈਂਟ ਕਰਨਾ ਚਾਹੋ? ਕਾਫੀ ਡਿਟੇਲਡ ਤਰੀਕੇ ਦੇ ਨਾਲ ਔਰ ਕਾਫੀ ਜਿਹੜੇ ਪੁਆਇੰਟ ਬਾਏ ਪੁਆਇੰਟ ਇਹਨਾਂ ਨੇ ਜਿਹੜੇ ਪੁਆਇੰਟ ਆਪਣੇ ਦੱਸੇ ਨੇ, ਤੁਹਾਨੂੰ ਕੀ ਲੱਗ ਰਿਹਾ ਇਹਨਾਂ ਦੇ ਪੁਆਇੰਟਸ ਤੋਂ? ਜੀ, ਮੈਂ ਇਹਨਾਂ ਦੇ ਨਾਲ 100% ਸਹਿਮਤ ਹੈਗਾ ਕਿ ਡੈਫੀਨੇਟਲੀ ਜਿਹੜੀਆਂ ਆਲਰੇਡੀ ਲੀਗਲ ਬੇਸਮੈਂਟਸ ਹੈਗੀਆਂ ਨੇ, ਜਿਨ੍ਹਾਂ ਨੂੰ ਆਕੂਪੈਂਸੀ ਸਰਟੀਫਿਕੇਟ ਔਰ ਸੈਕਿੰਡ ਡਵੈਲਿੰਗ ਯੂਨਿਟ ਦੇ ਲਾਇਸੈਂਸ ਇਸ਼ੂ ਹੋ ਚੁੱਕੇ ਨੇ, ਉਹ ਇਸ ਦਾਇਰੇ ਤੋਂ, ਇਸ ਮਿਆਰ ਤੋਂ, ਇਹਦੇ ਤੋਂ ਬਾਹਰ ਹੋਣੀਆਂ ਚਾਹੀਦੀਆਂ ਨੇ ਫॉर श्योर। ਡੈਫੀਨੇਟਲੀ ਜੇ ਅਗਰ ਤੁਹਾਡਾ ਸੇਫਟੀ ਐਂਡ ਸਿਕਿਉਰਿਟੀ ਕੰਸਰਨ ਹੈ, ਤੁਸੀਂ ਸਿਟੀ ਆਫ ਬਰੈਂਪਟਨ ਦੇ ਜਿਹੜੇ ਤੁਹਾਡੇ ਨੁਮਾਇੰਦੇ ਨੇ ਜਾਂ ਰੈਜ਼ੀਡੈਂਟਸ ਹੈਗੇ ਨੇ, ਓਨਰਸ ਹੈਗੇ ਨੇ, ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਵੀ ਤੁਸੀਂ ਉਹਨਾਂ ਨੂੰ ਰਾਦਰ ਬੇਸਮੈਂਟ ਆਪਣੀਆਂ ਲੀਗਲ ਕਰਾਉਣ ਲਈ ਇੰਸਪਾਇਰ ਕਰੋ, ਹੋਰ ਲੀਗਲ ਯੂਨਿਟਸ ਬਣਾਉਣ ਲਈ ਇੰਸਪਾਇਰ ਕਰੋ, ਤਾਂ ਕਿ ਆਪਣੀ ਜਿਹੜੀ ਹੈਗੀ ਹਾਊਸਿੰਗ ਦੀ ਆਪਣੀ ਜਿਹੜੀ ਕ੍ਰਾਈਸਿਸ ਆ ਉਹ ਪੂਰੀ ਹੋ ਸਕੇ। ਕੁਇਕਲੀ ਮੈਂ ਇਹਦੇ 'ਚ ਐਡ ਕਰ ਦਿੰਦਾ ਵੀ ਅੱਜ ਜਿਹੜੀਆਂ ਬੇਸਮੈਂਟਸ ਆਲਰੇਡੀ ਲੀਗਲ ਨੇ, ਉਹਨਾਂ ਕੋਲੋਂ ਦੁਬਾਰਾ ਤੋਂ ਫਲੋਰ ਪਲਾਨਸ ਔਰ ਉਹ HVAC ਔਰ ESA ਦੇ ਸਰਟੀਫਿਕੇਟ ਮੰਗਣੇ ਤੇ ਇੱਦਾਂ ਹੀ ਹੋ ਗਿਆ ਜਿਵੇਂ ਕਿ ਤੁਹਾਡੇ ਕੋਲ G ਲਾਇਸੈਂਸ ਹੈ ਔਰ ਤੁਸੀਂ ਕਹੋ ਜੀ ਮੈਨੂੰ G1 ਦਾ ਟ੍ਰਾਂਸਕ੍ਰਿਪਟ ਲਿਆ ਕੇ ਦਿਓ, ਤੁਸੀਂ ਰਿਟਨ ਪਾਸ ਕਿਵੇਂ ਕੀਤਾ ਸੀ। ਰਾਈਟ। ਡਾਕਟਰ ਸਾਹਿਬ, ਹਾਂਜੀ, ਅਗਲੀ ਕਾਲ ਤੇ ਮੈਂ रवि जी बहुत शुक्रिया सर, धन्यवाद। हाँ जी, देखो सबसे पहले तो रवि जी आपका बहुत बहुत धन्यवाद। रवि जी जो हैं, इन्होंने ये जो पिटीशन अपनी ये स्टार्ट रवि जी ने की थी। वी आर वर्किंग एज ए टीम, वी आर वर्किंग एज ए टीम। सो ताई इन्हां दे कोल इन्नी डिटेल जानकारी इन्फॉर्मेशन है, ही हैज थोरोली एनालाइज्ड एवरीथिंग। ओके, तो मैं बहुत बहुत धन्यवाद करता हूँ कि इतना बड़ा मुद्दा ये लेके आए, एक कहीं ना कहीं ऐसी सॉल्यूशन तो जाना भी रूट काज की है, इसकी लोड की है। और ये जो पटिशन है, ये जो सारी डिस्कशन है, ये टैक्स पेयर का एक बहुत बड़ा जो पैसा है वो सेव करूँगी। सोच के देखो कि मान लो कि ब्रैम्पटन के अंदर फॉर एग्जांपल सारी जो डिवेलिंग्स लीगल है, मान लो, है ना, मतलब कंप्लाइंट है। हाँ जी, जो नॉन कंप्लाइंट है वो भी कंप्लाइंट हो जाती है। अगर मान लो 1 लाख डिवेलिंग अपने पास आ जाती है और सिटी $300 की फीस लेता है, तो कितना हो गया? $300 मिलियन सिटी को रेवेन्यू आएगा उसको। बेसिकली ये जो प्रोजेक्ट है, हाँ जी, ये कैश मशीन होगी सिटी के लिए, और ये जो पैसा है ये सारा जो ब्रैम्पटोनियन है उनकी जेब से ही निकलना है। राइट। ਸੋ ਆਪਾਂ ਅਗਲੀਆਂ ਕਾਲਸ ਤੇ ਚੱਲਦਾ, ਔਰ ਮੈਂ ਬੇਨਤੀ ਕਰਦਾ ਰਵੀ ਜੀ, ਬਹੁਤ ਸ਼ੁਕਰੀਆ ਸਰ। ਮੈਨੂੰ ਨਾ ਥੋੜਾ ਹੁਣ ਵਾਈਂਡ ਅਪ ਕਰਨਾ ਪੈਣਾ, ਤੇ ਸਾਡੇ ਨਾਲ ਇਸ ਵੇਲੇ 4 ਕਾਲਰ ਹੋਰ ਨੇ, ਆਈ ਥਿੰਕ ਡ੍ਰੌਪ ਕਰ ਗਿਆ। ਮੈਂ ਉਹਨਾਂ ਦਾ ਧੰਨਵਾਦ ਕਰਦਾ। ਹਜ਼ਾਰਾ ਸਿੰਘ ਜੀ ਦੇ ਕੋਲ ਵੀ ਕਾਫੀ ਇੰਪੋਰਟੈਂਟ ਪੁਆਇੰਟਸ ਹੋਣੇ, ਫਿਰ ਉਸ ਤੋਂ ਬਾਅਦ 1333 ਦੈਨ 7400। ਸੋ ਮੈਂ ਬੇਨਤੀ ਕਰਦਾ ਜੀ, ਹੋਰ ਕਾਲਸ ਨਾ ਕਰਿਓ ਪਲੀਜ਼। ਹੁਣ ਮੈਂ ਇਹ ਜਿਹੜੀ 7400 ਵਾਲੀ ਇੱਕ ਕਾਲ ਹੋਰ ਆ ਗਈ ਹੈ, ਉਹਨਾਂ ਨੂੰ ਔਨ ਏਅਰ ਕਰ ਲੈਂਦੇ, ਪਰ ਨਾਲ ਹੀ ਅਸੀਂ ਇੱਕ ਬ੍ਰੇਕ ਲੈ ਲੈਂਦੇ ਹਾਂ। ਸਾਡੇ ਸਟੇਸ਼ਨ ਦੇ ਮੈਸੇਜ ਵੀ ਰਹਿੰਦੇ ਨੇ, ਪਰ ਕਾਲਾ ਸਾਹਿਬ, ਜੇ ਮੈਂ ਕੁਇਕਲੀ ਕਿਉਂ ਨਾ ਆਪਣੀ ਰੀਅਲ ਸਟੇਟ ਨਾਲ ਰਿਲੇਟਡ ਵੀ ਥੋੜ੍ਹੀ ਜਿਹੀ ਅਨਾਊਂਸਮੈਂਟ ਕਰ ਦਈਏ, ਜਿਹੜੇ ਕੋਈ ਖਾਸ ਪ੍ਰੋਪਰਟੀਜ਼ ਆਪਣੇ ਕੋਲ ਜੋ ਹੈਗੀਆਂ ਨੇ ਤਾਂ। ਬਿਲਕੁਲ ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ। ਅਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਮਿਸਿਸਾਗਾ ਔਰ ਬੋਵੇਡ ਦੇ ਇੰਟਰਸੈਕਸ਼ਨ ਦੇ ਉੱਤੇ ਆਪਣੇ ਕੋਲ ਇੱਕ ਡੀਟੈਚ ਪ੍ਰੋਪਰਟੀ ਆਈ ਹੈ। ਜੇ ਅਗਰ ਕਿਸੇ ਨੇ ਅਪਗ੍ਰੇਡ ਕਰਨ ਬਾਰੇ ਘਰ ਸੋਚ ਰਹੇ ਹੈਗੇ ਨੇ, ਉਸ ਜਿਹੜਾ ਸਟੇਟ ਆਫ ਕ੍ਰੈਡਿਟ ਵਾਲਾ ਜਿਹੜਾ ਮਿਸਿਸਾਗਾ ਰੋਡ ਐਂਡ ਬੋਵੇਡ ਐਂਡ ਮਿਸਿਸਾਗਾ ਰੋਡ ਐਂਡ ਵਿਲੀਅਮਸ ਪਾਰਕਵੇ 'ਤੇ ਜਿਹੜਾ ਉਹ ਏਰੀਆ, ਉਹ ਸਟੇਟ ਆਫ ਕ੍ਰੈਡਿਟ ਵਿੱਚ ਮੰਨਿਆ ਜਾਂਦਾ, ਕਾਫੀ ਪੌਸ਼ ਏਰੀਆ। ਅਗਰ ਕੋਈ ਬੰਦਾ ਆਪਣੀ ਪ੍ਰੋਪਰਟੀ ਨੂੰ ਅਪਗ੍ਰੇਡ ਕਰਨ ਬਾਰੇ ਸੋਚ ਰਿਹਾ ਹੈਗਾ, ਦਿਸ ਇਜ਼ ਦਾ ਰਾਈਟ ਟਾਈਮ ਟੂ ਪਰਚੇਜ਼ ਦਿਸ ਪ੍ਰੋਪਰਟੀ। ਆਪਣੇ ਕੋਲ ਇੱਕ ਡੀਟੈਚ ਪ੍ਰੋਪਰਟੀ ਹੈ, 4 ਬੈਡਰੂਮ,
3 ਬੈੱਡਰੂਮ ਦੀ 3 ਬੈੱਡਰੂਮ ਦੀ ਇੱਥੇ ਲੀਗਲ ਬੇਸਮੈਂਟ ਬਣੀ ਹੋਈ ਹੈ ਜੀ। ਟੋਟਲ ਘਰ ਦੇ ਵਿੱਚ 6 ਵਾਸ਼ਰੂਮ ਹੈਗੇ ਨੇ, ਸੈਪਰੇਟ ਐਂਟਰੈਂਸ ਦੇ ਨਾਲ। 2860 ਸਕੁਅਰ ਫੁੱਟ ਦਾ ਇਹ ਡੀਟੈਚ ਘਰ ਹੈ। ਇਹਦੇ ਬਾਰੇ ਜਾਣਕਾਰੀ ਲੈਣੀ ਹੋਵੇ ਜਾਂ ਫਿਰ ਆਪਣੇ ਕੋਲ ਜੇਮਸ ਪੋਟਰ ਤੇ ਵੈਲੀ ਵੇ ਦੇ ਉੱਤੇ ਸਿਰਫ 2 ਮਹੀਨੇ ਪੁਰਾਣਾ ਬਿਲਡਰ ਦੇ ਵੱਲੋਂ ਜਿਹੜੀ ਪੋਜੈਸ਼ਨ ਹੁਣ ਲਈ ਗਈ ਹੈ, ਬ੍ਰੈਂਡ ਨਿਊ ਘਰ, ਨੈਵਰ ਲਿਵਡ ਇਨ ਪ੍ਰੋਪਰਟੀ ਹੈ। 4 ਬੈੱਡਰੂਮ 4 ਵਾਸ਼ਰੂਮ ਔਰ 3353 ਸਕੁਅਰ ਫੁੱਟ 3300 ਔਰ 53 ਸਕੁਅਰ ਫੁੱਟ ਦਾ ਇਹ ਜਿਹੜੀ ਪ੍ਰੋਪਰਟੀ ਹੈ, ਇਹ ਅਸੀਂ 2 ਪ੍ਰੋਪਰਟੀਜ਼ ਡੀਟੈਚ ਕੁਈਨ ਔਰ ਜਿਹੜਾ ਕ੍ਰੈਡਿਟ ਵਿਊ ਵਾਲਾ ਏਰੀਆ ਉਸ ਇੰਟਰਸੈਕਸ਼ਨ ਤੇ ਲੈ ਕੇ ਆਏ ਹਾਂ। ਬ੍ਰੈਂਡ ਨਿਊ ਲਿਸਟਿੰਗਸ ਨੇ, ਇਸ ਦੋਨੋਂ ਦਿਨ ਇਹਦੇ ਉੱਤੇ ਓਪਨ ਹਾਊਸ ਵੀ ਹੋਣ ਜਾ ਰਿਹਾ ਹੈ। ਇਹ ਦੋਨੋਂ ਪ੍ਰੋਪਰਟੀਜ਼ ਦੇ ਬਾਰੇ ਕਿਸੇ ਨੇ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਜਾਂ ਇਹਦੀ ਡਿਟੇਲਸ ਸਾਂਝੀ ਕਰਨੀ ਹੋਣ ਜਾਂ ਓਪਨ ਹਾਊਸ ਤੇ ਵਿਜ਼ਿਟ ਕਰਨਾ ਚਾਹੁੰਦੇ ਹੋਣ ਤਾਂ ਕਾਲ ਜਸਵਿੰਦਰ ਕਾਲਰਾ 4168733337 416 873 3337। ਗਿੱਲ ਸਾਹਿਬ ਗੱਲ ਨੂੰ 416 873 3337 ਦੇ ਉੱਤੇ ਤੁਸੀਂ ਕਾਲ ਕਰਕੇ ਜਸਵਿੰਦਰ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਸੋ ਇਹਨਾਂ ਦੇ ਨਾਲ ਇਹਨਾਂ ਪ੍ਰੋਪਰਟੀਜ਼ ਤੋਂ ਇਲਾਵਾ ਹੋਰ ਵੀ ਕਾਫੀ ਸਾਰੀਆਂ ਪ੍ਰੋਪਰਟੀਜ਼ ਦੇ ਵੇਰਵੇ ਲੈ ਸਕਦੇ ਹੋ। ਸੋ ਆਪਣੇ ਹੁਣ ਅਗਲੇ ਕਾਲਰਸ ਦੇ ਕੋਲ ਚੱਲਦਾ। ਡਾਕਟਰ ਸਾਹਿਬ ਹਾਂਜੀ ਤੁਸੀਂ ਕੁਝ ਕਮੈਂਟ अच्छा मैं ये कहना चाहता भी जैसे सपोज करो ਅਸੀਂ डेलीगेशन करना है ਹਾਂਜੀ तो ਅਸੀਂ ਉੱਥੇ ਮੰਨ ਲਓ ਕਿ 23 ਬੰਦੇ ਆ 25 ਬੰਦੇ ਆ 30 ਬੰਦੇ ਆ ਹਾਂਜੀ तो बेसिकली ब्रैम्पटन की जो पॉपुलेशन है वो करीब करीब ऑफिशियली 7 लाख तो ज़्यादा है। ਹਾਂਜੀ तो उत्थे भी जो रेजिडेंट की आवाज़ है भी रेजिडेंट की चाहते उत्थे पहुँचनी नहीं है। ठीक अभी मान लो सिटी और ब्रैम्पटन को चेंज करता है तो वो लोगों की वॉइस नहीं होगी, जी वो सिर्फ जो लोग वहाँ पे बैठे हैं उनकी वॉइस होगी। तो इनको चाहिए कि पूरे हर वार्ड के अंदर एक टाउन हॉल ऑर्गेनाइज की, सारे के सारे रेजिडेंट को इनविटेशन दिया जाए कि भाई आपने आना है और जो कंप्रीहेंसिव डिस्कशन होगा उससे जो निकल के आएगा उसके हिसाब से सिटी ऑफ ब्रैम्पटन को काम करना चाहिए। और दूसरा जो ओंटारियो लैंडलॉर्ड टेनेंट बोर्ड है उसकी ओवर हालिंग करने की ज़रूरत है, ਹਾਂਜੀ क्योंकि देखिए जब ਸੋ ਇਹ ਬਹੁਤ ਵਧੀਆ ਪੁਆਇੰਟ ਹੈ। ਮੈਂ ਪਹਿਲਾਂ ਵੀ ਗੱਲ ਕਰਦਾ ਸੀਗਾ ਕਿ ਆਪਾਂ ਪਿਛਲੇ ਦਿਨ ਹੀ ਉਹੀ ਸ਼ਬਦ ਵਰਤਣ ਲੱਗੇ ਕਿ ਜਿਹੜਾ ਕੈਨ ਆਫ ਵਾਰਮਸ ਜਿਹੜਾ ਓਪਨ ਕੀਤਾ ਸਿਟੀ ਨੇ, ਇਹ ਭਲਾ ਹੋ ਸਕਦਾ ਜਿਹੜੇ ਲੈਂਡਲੌਰਡਸ ਇਸ ਵੇਲੇ ਸਫਰ ਕਰ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜਿਨ੍ਹਾਂ ਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਪ੍ਰੋਪਰਟੀਜ਼ ਦੇ ਵਿੱਚ ਨੁਕਸਾਨ ਸਹਿਣਾ ਪਿਆ ਬਿਲਕੁਲ ਕਿ ਟੈਨੈਂਟ ਉਹਨਾਂ ਨੂੰ ਛੱਡਣ ਦੇ ਲਈ ਜਾਂ ਉਹਨਾਂ ਨੂੰ ਡੈਮੇਜ ਕਰਨ ਦੇ ਲਈ ਜਾਂ ਹੋਰ ਬਹੁਤ ਸਾਰੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ। ਸਰ ਮੈਂ ਇੱਥੇ ਐਡ ਕਰ ਦੇਵਾਂ, ਗੌਰਮੈਂਟ ਦੀ ਆਪਣੀ ਪਾਲਿਸੀਜ਼ ਹੀ ਕੰਟਰਾਡਿਕਟ ਕਰ ਰਹੀ ਨੇ। ਇੱਕ ਪਾਸੇ ਤਾਂ ਲੈਂਡਲੌਰਡ ਟੈਨੈਂਟ ਬੋਰਡ ਕਹਿ ਰਿਹਾ ਵੀ ਤੁਸੀਂ ਟੈਨੈਂਟ ਕੋਲੋਂ ਰੈਨੋਵੇਸ਼ਨ ਦੇ ਨਾਮ ਦੇ ਉੱਤੇ ਘਰ ਨੂੰ ਇਵਿਕਟ ਨਹੀਂ ਕਰਾ ਸਕਦੇ, ਤੇ ਦੂਜੇ ਪਾਸੇ ਸਿਟੀ ਕਹਿ ਰਹੀ ਹੈ ਵੀ ਤੁਸੀਂ ਲਾਇਸੈਂਸਿੰਗ ਦੇ ਨਾਮ ਦੇ ਉੱਤੇ ਇਸ ਘਰ ਦੇ ਵਿੱਚ ਇਹ ਵਾਲੀਆਂ ਚੀਜ਼ਾਂ ਨੂੰ ਅਮੈਂਡ ਕਰੋ। ਓਕੇ, ਤੁਹਾਡੀਆਂ ਗੌਰਮੈਂਟ ਦੀਆਂ ਆਪਣੀ ਪਾਲਿਸੀਜ਼ ਹੀ ਕੰਟਰਾਡਿਕਟ ਕਰ ਰਹੀਆਂ। ਓਕੇ, ਚਲੋ ਆਪਾਂ ਦੇਖਦੇ ਹਾਂ ਜੀ ਹਜ਼ਾਰਾ ਸਿੰਘ ਦੇ ਕੋਲ ਆਮ ਸ਼ੋਰ ਕਿ ਕੁਝ ਵੈਲਿਡ ਜਾਂ ਕੁਝ ਡਿਫਰੈਂਟ ਪੁਆਇੰਟਸ ਵੀ ਹੋ ਸਕਦੇ ਆ ਜਿਹੜੇ ਸੁਣਨੇ ਚਾਹੀਦੇ ਆ। ਪਰ ਮੈਂ ਨਾਲ ਹੀ ਦੱਸ ਦਿੰਦਾ ਦੋਸਤੋ, ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋ 1350 AM ਅਗਰ ਤੁਸੀਂ ਬਤੌਰ ਸਪਾਂਸਰ ਸਾਨੂੰ ਜੁਆਇਨ ਕਰਨਾ ਹੋਵੇ ਤਾਂ ਇਸ ਵੇਲੇ ਸਾਨੂੰ ਕੁਝ ਸਪੌਟਸ ਅਵੇਲੇਬਲ ਨੇ, ਕੁਝ ਸਪਾਂਸਰ ਚਾਹੀਦੇ ਨੇ। 647 400 6862 6474006862 ਤੇ ਸਾਡੇ ਪ੍ਰੋਗਰਾਮ ਨੂੰ ਬਤੌਰ ਸਪਾਂਸਰ ਜੁਆਇਨ ਕਰ ਸਕਦੇ ਹੋ। ਹਜ਼ਾਰਾ ਸਿੰਘ ਜੀ ਤੁਸੀਂ ਆਉਂਦੇ ਰਹੋ ਜੀ। ਹਾਂਜੀ, ਬਹੁਤ ਧੰਨਵਾਦ ਜੀ। ਮੈਂ ਤਾਂ ਪਹਿਲੀ ਗੱਲ ਕਿ ਤੁਸੀਂ ਜਿਹੜੇ ਇਹ ਸਾਰੇ ਸੋਰਸ ਤੋਂ ਇਨਫੋਰਮੇਸ਼ਨ ਦੇ ਰਹੇ, ਚਾਹੇ ਰਵੀ ਜੀ ਸਨ, ਚਾਹੇ ਡਾਕਟਰ ਸਾਹਿਬ ਨੇ, ਚਾਹੇ ਕਾਲੜਾ ਸਾਹਿਬ ਨੇ, ਗੱਲ ਮੁੱਕਦੀ ਇੱਥੇ ਆਉਂਦੀ ਜੀ। ਸਿਟੀ ਨੇ ਇਹ ਕੰਮ ਬਹੁਤਾ ਸੋਚੇ ਵਿਚਾਰੇ ਤੋਂ ਬਿਨਾਂ ਕਾਹਲੀ ਕੀਤਾ। ਹਾਲਾਤ ਇਹ ਨਹੀਂ ਕਿ ਮੇਅਰ ਸਾਹਿਬ ਕਹਿੰਦੇ ਨੇ ਵੀ 30,000 ਤੋਂ ਵੱਧ ਜਾਂ 30,000 ਤੋਂ ਵੱਧ ਬੇਸਮੈਂਟ ਇਲੀਗਲ ਹੋ ਸਕਦੀਆਂ। ਕਹਿਣ ਤੋਂ ਮੇਰਾ ਮਤਲਬ ਉਹਨਾਂ ਨੂੰ ਐਗਜ਼ੈਕਟ ਇਹ ਨਹੀਂ ਪਤਾ ਵੀ ਮੇਰੇ ਸ਼ਹਿਰ ਦੇ ਵਿੱਚ ਦੂਸਰੀ ਵਾਰੀ ਮੇਅਰ ਬਣੇ ਨੇ ਉਹ ਵੀ ਇਲੀਗਲ ਬੇਸਮੈਂਟ ਅਸਲ ਵਿੱਚ ਹੈ ਕਿੰਨੀਆਂ, ਉਹਨਾਂ ਦਾ ਕਿਆ ਫਰਕ। ਅੱਛਾ, ਉਸ ਤੋਂ ਅੱਗੇ ਹੁਣ ਇਹ ਕਿ ਸਿਟੀ ਕੋਲ ਵਾਰ-ਵਾਰ ਆਪਾਂ ਗੱਲ ਕਰਦੇ ਉਹਨਾਂ ਦਾ ਜਿਹੜਾ ਵੀ ਨਿਸ਼ਾਨਾ ਹੈ ਜਾਂ ਜੋ ਵੀ ਉਹਨਾਂ ਦਾ ਗੋਲ ਹੈ ਜਾਂ ਜੋ ਵੀ ਉਹਨਾਂ ਦੀ ਇਸ਼ੂ ਹੈ ਉਹਦੇ ਨਾਲ ਡੀਲ ਕਰਨ ਲਈ ਉਹਨਾਂ ਦੇ ਕੋਲ ਜਿਹੜੇ ਬਾਈਲਾ ਪਹਿਲਾਂ ਹੀ ਹੈ ਨਾ, ਤੇ ਉਹਨਾਂ ਦੀ ਉਹ ਵਰਤੋਂ ਤਾਂ ਕਰਦੇ ਨਹੀਂ। ਹੁਣ ਕਿਤੇ ਗ੍ਰਾਹ ਦੂਜਾ ਆਪਣਾ ਰਸ਼ ਆ, ਮੰਨ ਲਓ ਕਰਾਊਡ ਆ, ਉਹਨਾਂ ਨੇ ਕਰਾਊਡ ਨੂੰ ਡੀਲ ਕਰਨਾ, ਉੱਥੇ ਆਪਣੇ ਭੇਜਣ ਉਹ ਬਾਈਲਾ ਇੰਸਪੈਕਟਰ ਉਹ ਜਾ ਕੇ ਉੱਥੇ ਉਹਨਾਂ ਨੂੰ ਟਿਕਟ ਦੇਣ। ਜਿੱਥੇ ਕਾਰਾਂ 5 7 10 ਵਾਧੂ ਖੜੀਆਂ ਫਜ਼ੂਲ, ਉਹਨਾਂ ਨੂੰ ਜਾ ਕੇ ਉਹ ਆਪਣਾ ਟਿਕਟ ਦੇਣ। ਜਿੱਥੇ ਕੋਈ ਕਿਸੇ ਤਰ੍ਹਾਂ ਦਾ ਵੀ ਕੰਸਰਨ ਹੈ ਉੱਥੇ ਸੋ ਮੁੱਖ ਦੀ ਗੱਲ ਹੈ ਵੀ ਸਿਟੀ ਆਪਣਾ ਜਿੰਨੇ ਉਹਨਾਂ ਕੋਲ ਟੂਲ ਪਹਿਲਾਂ ਹੈ ਨਾ ਉਹਨਾਂ ਦੀ ਵਰਤੋਂ ਸ਼ੁਰੂ ਕਰੋ, ਨਾ ਕਿ ਨਵੇਂ ਟੂਲ ਲਿਆ ਕੇ ਤੁਸੀਂ ਆਪਣੇ ਟੂਲ ਬਾਕਸ ਦੇ ਵਿੱਚ ਰੱਖੋ। ਇੰਟਰਸਟਿੰਗ ਗੱਲ ਜੀ, ਇਹ ਸ਼ੁਰੂ ਕਿੱਥੋਂ ਹੋਈ ਸੀ ਗੱਲ? ਅਸਲ ਵਿੱਚ ਇਹ ਲਾਇਸੈਂਸਿੰਗ ਦਾ ਕਾਨਸੈਪਟ ਆਈਡੀਆ ਇੱਥੋਂ ਆਇਆ ਸੀ, ਜਿਹੜੀ ਆਪਣੀ ਸ਼ੋਰਟ ਟਰਮ ਜਿਹਨਾਂ ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ ਸ਼ੋਰਟ ਟਰਮ ਰੈਂਟਲ ਦਾ ਬਿਜ਼ਨਸ ਚੱਲਿਆ, Airbnb ਦੇ ਵਿੱਚ ਲੋਕਾਂ ਨੇ ਪੈਸੇ ਬਣਾਉਣੇ ਸ਼ੁਰੂ ਕੀਤੇ ਤੇ ਔਰ ਸਿਟੀ ਨੇ ਸਮਝਿਆ ਵੀ ਵੀ ਵਾਂਟ ਅ ਪਾਈ ਆਫ ਸ਼ੇਅਰ ਆਫ ਦਾ ਪਾਈ ਐਜ਼ ਵੈਲ। ਅੱਛਾ, ਉਹਦੇ ਤੋਂ ਉਹਦੇ ਵਿੱਚ ਵੀ ਤੁਸੀਂ ਇਵੈਕਟ ਨਹੀਂ ਕਰਾ ਸਕਦੇ। ਜੇ ਤੁਸੀਂ ਇੱਕ ਰਾਤ ਲਈ ਕਿਸੇ ਬੰਦੇ ਨੂੰ Airbnb ਦੇ ਕਰ ਦੇ ਦਿੱਤਾ
ਤੁਸੀਂ ਉਹ ਬੰਦਾ ਅਗਲੇ ਦਿਨ ਆਕੜ ਗਿਆ ਵੀ ਮੈਂ ਨਹੀਂ ਜਾਣਾ, ਤੇ ਉਹਨੂੰ ਕੋਈ ਕਹਿਣ ਦਾ ਮਤਲਬ ਹੈ ਵੀ ਤੁਹਾਡੀਆਂ ਜਿਹੜੀਆਂ ਲੋਕਲ ਅਥਾਰਟੀਜ਼ ਨੇ ਉਹਨਾਂ ਦੇ ਕੋਲ ਉਦਾਂ ਹੀ ਜਾਣਾ ਪਏਗਾ ਜਿੱਦਾਂ ਆਪਾਂ ਦੂਸਰੇ ਥਾਵਾਂ ਤੇ ਜਾਂਦੇ ਹਾਂ। ਸਿਟੀ ਕੁਝ ਨਹੀਂ ਕਰ ਸਕਦਾ। ਟੋਰਾਂਟੋ ਦੇ ਵਿੱਚ ਅੱਜ ਦੀ ਟੋਰਾਂਟੋ ਸਟਾਰ ਦੀ ਇੱਕ ਖਬਰ ਹੈ ਜੀ, ਉੱਥੇ ਕੀ ਇੰਟਰਸਟਿੰਗ ਸਿਚੁਏਸ਼ਨ ਹੋਈ ਆ ਕਿ ਤੁਸੀਂ ਤੁਹਾਡੀ ਅਪਾਰਟਮੈਂਟ ਆ ਤੇ ਉੱਥੇ ਜਿਹੜੇ ਕਿਸੇ ਨੂੰ ਤੁਸੀਂ ਲੀਜ਼ ਕੀਤੀ ਆ, ਜਿਸ ਬੰਦੇ ਨੂੰ ਲੀਜ਼ ਕੀਤੀ ਆ ਉਹਨੇ ਆਪਣਾ ਲਾਇਸੈਂਸ ਲੈ ਲਿਆ, ਆਹ ਜਿਹੜਾ RRL ਲਿਆ ਉਹਨੇ ਸਿਟੀ ਆਫ ਆਪਣੇ ਟੋਰਾਂਟੋ ਤੋਂ, ਉਹਨੇ RRL ਲਾਇਸੈਂਸ ਲੈ ਕੇ ਗਾਂ ਆਪਣੇ ਤੌਰ ਦੇ ਉੱਤੇ ਬਿਜ਼ਨਸ ਸ਼ੁਰੂ ਕਰਤਾ। ਔਰ ਟੋਰਾਂਟੋ ਸਿਟੀ ਤੇ Airbnb ਜਿਹੜੇ ਹੈਗੇ ਉਹਦੇ ਖਿਲਾਫ ਹੁਣ ਲਾ ਸੂਟ ਹੋ ਰਹੇ ਆ। ਸੋ ਕਹਿਣ ਤੋਂ ਮੇਰਾ ਉਤੋਂ ਮੇਰੇ ਮਨ 'ਚ ਆਈਡੀਆ ਇਹ ਆਇਆ, ਕਹਿੰਦਾ ਮਤਲਬ ਵਿਚਾਰ ਇਹ ਆਇਆ ਵੀ ਆਪਣੇ ਜਿਹੜੇ ਸਿਟੀ ਹਾਲ ਦੇ ਵਿੱਚ ਬੈਠੇ ਆਫੀਸਰ ਨੇ, ਬਿਊਰੋਕਰੇਟ ਨੇ ਤੇ ਜਿਹੜੇ ਕਾਉਂਸਲਰ ਨੇ, ਇਹ ਕੰਮ ਕਹਿੰਦਾ ਮਤਲਬ ਮੈਨੂੰ ਤਾਂ ਲੱਗਦਾ ਜਿੱਦਾਂ ਅੱਧ ਸੁੱਤੇ ਜਿਹਾ ਕਰੀ ਜਾਂਦੇ ਆ। ਹੁਣ ਇੱਥੇ ਆਪਣੇ ਹਫ਼ਤਾ ਨਹੀਂ ਹੋਇਆ ਤੇ ਜੇ ਹਫ਼ਤੇ ਬਾਅਦ ਇਹਨਾਂ ਨੂੰ ਉਹ ਪਤਾ ਲੱਗਿਆ ਵੀ ਇਹਨੂੰ ਪਾਸ ਕਰਨਾ, ਕਹਿਣ ਤੋਂ ਭਾਵੇਂ ਹੈ ਜੀ। ਹਜ਼ਾਰਾ ਸਿੰਘ ਜੀ, ਕਿਤੇ ਆਪਣੇ ਪ੍ਰੋਗਰਾਮ ਦਾ ਏਜੰਡਾ ਇਹ ਨਾ ਬਣਾ ਦਿਓ ਵੀ ਮੈਂ ਹਰਜਿੰਦਰ ਮੋਰਚਾ ਖੋਲ ਕੇ ਬਹਿ ਗਿਆ ਸਿਟੀ ਦੇ ਖਿਲਾਫ। ਨਾ ਜੀ ਨਾ ਤੁਹਾਡਾ ਮੈਂ ਤਾਂ ਪੱਖ ਸੁਣ ਰਿਹਾ, ਜੇ ਕੋਈ ਪੱਖ 'ਚ ਬੋਲਣ ਵਾਲਾ ਭਾਈ ਉਹ ਵੀ ਆ ਜਾਓ। ਸੋ ਮੈਂ ਪਲੇਟਫਾਰਮ ਪ੍ਰੋਵਾਈਡ ਕਰ ਰਿਹਾ। ਹਾਂਜੀ ਸਰ, ਮੇਰਾ ਫਰਜ਼ ਹੈ ਕਿ ਕੁਐਸਚਨ ਰੇਜ਼ ਕਰਨਾ। ਬੇਸਿਕ ਸਾਡਾ ਕੁਐਸਚਨ ਇੰਨਾ ਹੀ ਆ। ਮੇਰਾ ਵੀ ਨਾਲ ਇਹਨਾਂ ਦੇ ਕੁਐਸਚਨ ਇਹ ਵੀ ਇਹਦੀ ਲੋੜ ਕੀ ਸਿਟੀ ਕੋਲ ਆਪਣੀਆਂ ਜਿਹੜੀਆਂ ਸਮੱਸਿਆਵਾਂ ਕਹਿੰਦੇ ਨੇ ਉਹਨਾਂ ਨੂੰ ਹੱਲ ਕਰਨ ਲਈ ਉਹਨਾਂ ਦੇ ਕੋਲ ਪਹਿਲੇ ਟੂਲ ਨਹੀਂ ਸਨ। ਜੇ ਨਹੀਂ ਸਨ ਤਾਂ ਫੇਰ ਤਾਂ ਗੱਲ ਅੱਗੇ ਆਉਂਦੀ ਆ। ਸੋ ਮੁੱਖ ਦੀ ਗੱਲ ਹੈਗੀ ਜੀ ਇਹ ਇਸ ਪ੍ਰੋਗਰਾਮ ਦੀ ਲੋੜ ਨਹੀਂ। ਜਿਹਨਾਂ ਲੋਕਾਂ ਨੇ ਇਸ ਚੀਜ਼ ਨੂੰ ਅੱਗੇ ਲਿਆਂਦਾ ਉਹਨਾਂ ਦਾ ਬਹੁਤ। ਤੁਹਾਨੂੰ ਲੱਗਦਾ ਕਿ ਬਿਲਕੁਲ ਹਜ਼ਾਰਾ ਸਿੰਘ ਜੀ, ਇਸ ਤੋਂ ਪਹਿਲਾਂ ਕਿ ਅਗਲੀ ਕਾਲ ਤੇ ਚੱਲੀਏ, ਇਹ ਤੁਹਾਨੂੰ ਲੱਗਦਾ ਵੀ ਇਹ ਪ੍ਰੋਗਰਾਮ ਬਿਲਕੁਲ ਖਾਰਜ ਹੋ ਜਾਣਾ ਚਾਹੀਦਾ, ਬੰਦ ਹੋ ਜਾਣਾ ਚਾਹੀਦਾ, ਜਾਂ ਇਹਦੇ 'ਚ ਕੋਈ ਸੁਧਾਰ ਕਰਕੇ ਇਹਨੂੰ ਕਿਸੇ ਨਵੇਂ ਸਿਰਿਓਂ ਨਵੇਂ ਤਰੀਕੇ ਨਾਲ ਲੋਕਾਂ 'ਚ ਪ੍ਰੋਪਰ ਐਡਵਰਟਾਈਜ਼ ਕਰਕੇ, ਲੋਕਾਂ ਨੂੰ ਇਨਫੋਰਮ ਕਰਕੇ, ਕੌਨਫੀਡੈਂਸ 'ਚ ਲੈ ਕੇ ਕੋਈ ਇੱਦਾਂ ਦੇ ਪ੍ਰੋਗਰਾਮ ਦੀ ਲੋੜ ਹੈ? ਸਿਟੀ ਨੂੰ ਪਹਿਲਾ ਕੰਮ ਇਹ ਕਰਨਾ ਚਾਹੀਦਾ, ਉਹ ਲੋਕਾਂ ਦੇ ਵਿੱਚ ਆਪਣੇ 3-4 ਕੰਸਰਨ ਜਿਹੜੇ ਆ ਉਹਨਾਂ ਬਾਰੇ ਲੋਕਾਂ ਨੂੰ ਦੱਸੇ। ਇੱਕ ਹਫ਼ਤਾ ਉਹਦੇ ਬਾਰੇ ਕਹਿੰਦਾ ਦੱਸੇ ਵੀ ਸਾਡੇ ਆਹ ਕੰਸਰਨ, ਆਹ ਸਾਨੂੰ ਸ਼ਿਕਾਇਤਾਂ ਆ ਰਹੀਆਂ। ਉਸ ਤੋਂ ਬਾਅਦ ਉਹਨਾਂ ਸ਼ਿਕਾਇਤਾਂ ਦੇ ਆਧਾਰ ਤੇ ਲੋਕਾਂ ਨੂੰ ਉਹ ਆਪਣੇ ਪ੍ਰਪੇਅਰ ਹੋਣ ਲਈ, ਕੋਈ ਉਹਨੂੰ ਰੈਕਟੀਫਾਈ ਕਰਨ ਦੇ ਲਈ ਉਹਨਾਂ ਨੂੰ ਟੂਲ ਸੁਝਾਵੇ। ਉਸ ਤੋਂ ਬਾਅਦ ਨਾਲ ਹੀ ਐਲਾਨ ਕਰੇ ਵੀ ਜਿਨ੍ਹਾਂ ਨੇ ਜੇ ਇਹ ਹਫ਼ਤੇ 10-15 ਮਹੀਨੇ ਦੇ ਵਿੱਚ ਆਹ ਕਿਸੇ ਬੰਦੇ ਨੇ ਪ੍ਰੋਬਲਮ ਜਿਹੜੀਆਂ ਸ਼ਿਕਾਇਤਾਂ ਜਿਹੜੀਆਂ ਦੂਰ ਨਾ ਕੀਤੀਆਂ ਤੇ ਉਸ ਨੂੰ ਅਸੀਂ ਫਿਰ ਆਪਣੇ ਬਾਈਲਾ ਜਿਹੜੇ ਹੈਗੇ ਆ ਉਹ ਆਲਰੇਡੀ ਪਹਿਲਾਂ ਹੀ ਸਾਡੇ ਟੂਲ ਬਾਕਸ ਦੇ ਵਿੱਚ ਹੈਗੇ ਆ, ਅਸੀਂ ਉਹਨਾਂ ਨੂੰ ਫਿਰ ਸਖਤੀ ਨਾਲ ਲਾਗੂ ਕਰਾਂਗੇ। ਤੇ ਫਿਰ ਨਾ ਕੋਈ ਬੰਦਾ ਕਹੇ ਕਿ ਸਾਨੂੰ ਫਾਈਨ ਕਰ ਦਿੱਤਾ, ਸਾਨੂੰ ਇਸ ਤਰ੍ਹਾਂ ਕਰ ਦਿੱਤਾ। ਔਰ ਮੈਂ ਸਿਟੀ ਨੂੰ ਇਹ ਵੀ ਬੇਨਤੀ ਵੀ ਕਰਦਾ ਵੀ ਸਿਟੀ ਜਿੱਥੇ ਵੀ ਕੋਈ ਵਾਇਓਲੇਸ਼ਨ ਦੀ ਆਪਣੇ ਬਾਈਲਾ ਦੀ ਵਾਇਓਲੇਸ਼ਨ ਹੁੰਦੀ ਆ ਉੱਥੇ ਪੂਰੀ ਸਖਤੀ ਨਾਲ ਕਾਰਵਾਈ ਕਰੇ। ਰਾਈਟ, ਠੀਕ ਹੈ ਸਰ। ਹਾਂਜੀ ਜੀ, ਬਹੁਤ ਸ਼ੁਕਰੀਆ ਸਰ, ਧੰਨਵਾਦ ਜੀ, ਥੈਂਕ ਯੂ। 1333 ਬਹੁਤ ਬਰੀਫ ਰੱਖਿਓ ਜੀ ਆਪਣੀ ਗੱਲਬਾਤ। ਹਾਂਜੀ ਭਾਜੀ, ਥੈਂਕ ਯੂ ਭਾਜੀ, ਕੋਈ ਗੱਲ ਨਹੀਂ, ਤੁਸੀਂ ਲੈ ਲਓ ਆਪਣੇ, ਉਹ ਓਕੇ ਵਿਦ ਇਟ। ਭਾਜੀ ਮੈਂ ਦੇਖਿਓ ਇਹਦੇ ਵਿੱਚ ਐਂਡ ਦੇ ਵਿੱਚ ਹਲੇ ਸਾਰਾ ਕੁਝ ਨਿਕਲਣਾ ਨਾ, ਤੁਸੀਂ ਪੁੱਛ ਰਹੇ ਵੀ ਹੋਣਾ ਚਾਹੀਦਾ ਕਿ ਨਹੀਂ ਹੋਣਾ, ਇਹਦਾ ਰਿਜ਼ਲਟ ਇਹੀ ਨਿਕਲਣਾ ਜੀ। ਇਟ ਵਿਲ ਨਾਟ ਬੀ ਯੂਜ਼ਫੁਲ ਐਟ ਆਲ ਵੰਸ ਜਿਹਲੇ ਤੁਸੀਂ ਸਾਰੀ ਗੱਲਬਾਤ ਹੋ ਜਾਣੀ ਨਾ ਆਪਣੇ ਸਾਹਮਣੇ ਬੈਠ ਕੇ ਸਾਰੀ, it won't be any useful। ਕਿਉਂਕਿ ਪ੍ਰੋਬਲਮ ਜਿਹੜੀ ਮੇਨ ਪ੍ਰੋਬਲਮ ਕੀ ਆ, ਸਿਟੀ ਕੋਲ ਰਿਸੋਰਸਿਸ ਹੈ ਨਹੀਂ ਗੇ, ਉਹਨਾਂ ਕੋਲ ਬਾਈਲ ਆਫਸਰ ਹੀ ਹੈ ਨਹੀਂ ਗੇ, 6 ਤਾਂ ਬੰਦੇ ਸਾਰੇ ਰੱਖੇ ਉਹਨਾਂ ਨੇ, ਉਹ ਕਿੰਨੇ ਕੁ ਨੂੰ ਹੈਂਡਲ ਕਰ ਲੈਣਗੇ। ਸੋ ਉਹ ਪ੍ਰੋਬਲਮ ਉਹਨਾਂ ਦੀ ਆ। ਪਰ ਇਹਦਾ ਸੌਰੀ ਮੈਂ ਇੱਕ ਚੀਜ਼ ਬਾਈ ਜੀ ਗੱਲ ਕਰਨੀ ਚਾਹੁੰਦਾ ਸੀ ਸਤਿੰਦਰ ਬਾਈ, ਕਿ ਜੇ ਹੁਣ ਇਹ ਗੱਲ ਤੁਰੀ ਹੈ ਤਾਂ ਕਿਸੇ ਤਣ ਪੱਤਣ ਤਾਂ ਲੱਗਣੀ ਚਾਹੀਦੀ ਹੈ। ਜਾਂ ਤਾਂ ਕਮ ਸੇ ਕਮ ਆਪਾਂ ਲੈਂਡਲੋਰਡਸ ਦੇ ਹੱਕ ਵਧਾਉਣ ਦੇ ਲਈ ਕੋਈ ਕੰਮ ਕਰਾ ਲਈਏ, ਜਾਂ ਸਿਟੀ ਨੂੰ ਕੋਈ ਨਾ ਕੋਈ ਹੋਰ ਤਰੀਕੇ ਨਾਲ ਅਕਾਊਂਟੇਬਲ ਬਣਾਉਣ ਦੇ। ਨਹੀਂ ਤਾਂ ਫਿਰ ਆਪਾਂ ਵੀ ਘੰਟਿਆਂ ਬੱਧੀ ਸਾਡਾ ਰੇਡੀਓ ਦਾ ਟਾਈਮ ਲੱਗ ਚੁੱਕਿਆ ਹੈ। ਆਜ਼ਾਦ ਸਾਹਿਬ ਦੀ ਗੱਲ ਕਰੀਏ, ਹੋਰ ਕਿੰਨੀ ਵੱਡੀ ਕਮਿਊਨਿਟੀ, ਜਾਂ ਸਾਡੇ ਪੋਲੀਟੀਸ਼ੀਅਨਸ ਜਿਹੜੇ ਸਾਡੇ ਕਾਉਂਸਲਰਸ ਨੇ, ਉਹ ਕਿੰਨਾ ਕੰਮ ਇਹਦੇ 'ਤੇ ਕਰ ਚੁੱਕੇ ਆ। ਤਾਂ ਉਹ ਕੰਮ ਸਾਰਾ ਕਿਤੇ ਇੱਦਾਂ ਨਾ ਹੋਵੇ ਵੀ ਵੇਸਟ ਹੀ ਹੋ ਜਾਵੇ। ਨਹੀਂ ਹੋਣਾ ਹੀ ਆਪਾਂ ਜੀ ਵੇਸਟ, ਲਾਈਕ ਚਲੋ ਠੀਕ ਹੈ, ਅਸੀਂ ਕਹਿੰਦੇ ਕਾਉਂਸਲਰ ਦੀ ਗਲਤੀ ਇਹਨਾਂ ਦੀ, ਪਰ ਮੈਂ ਤੁਹਾਨੂੰ ਦੱਸਦਾ ਇਹ ਜਿਹੜਾ ਕੰਮ ਹੈ, ਮੈਂ ਆਪਣੇ ਜਿਹੜੇ ਤੁਹਾਡੇ ਕੋਲ ਬੈਠੇ ਨੇ ਡਾਕਟਰ ਸਾਹਿਬ, ਮੈਂ ਇਹਨਾਂ ਨੂੰ ਬੇਨਤੀ ਕਰ ਚੁੱਕਿਆ ਪਹਿਲਾਂ। ਇਹਨੂੰ ਹੁਣ ਲੈਂਡਲੋਰਡ ਸਾਰੇ ਇਕੱਠੇ ਹੋ ਕੇ ਨਾ, ਜਿਹੜਾ ਈਵਨ ਜਿਹੜੇ ਪ੍ਰੋਵਿੰਸ ਨੇ ਜਿਹੜੇ ਲਾ ਬਣਾਏ ਹੋਏ ਆਪਣੇ ਲੈਂਡਲੋਰਡ ਟੈਨੈਂਟ ਬੋਰਡ, ਉੱਥੇ ਤੱਕ ਵੀ ਆਪਾਂ ਜਾਣਾ ਚਾਹੁੰਦੇ ਹਾਂ। ਕਿਉਂਕਿ ਇਹ ਕਿਸੇ ਤੜਪਤਨ ਤੇ ਲਾਓ। ਇਹ ਜਿਹੜਾ ਨਾ ਇਹ ਇਸ਼ੂ ਜਿਹੜਾ ਹੈ ਇਹ ਪ੍ਰੋਵਿੰਸ਼ੀਅਲ ਇਸ਼ੂ ਹੈ, ਇਹ ਮਿਊਨਿਸਪੈਲਿਟੀ ਇਸ਼ੂ ਨਹੀਂ ਹੈ, ਲੈਂਡਲੋਰਡ ਟੈਨੈਂਟ ਬੋਰਡ। ਸੋ ਇੱਥੇ ਵੀ ਉੱਥੇ ਵੀ ਭਾਜੀ ਉੱਥੇ ਵੀ ਜਾਣਾ ਚਾਹੀਦਾ ਇਕੱਠੇ ਹੋ ਕੇ। ਬਿਲਕੁਲ ਮੈਂ ਉਹੀ ਗੱਲ ਕਰਨਾ ਵੀ ਗੱਲ ਜੇ ਛਿੜੀ ਹੈ ਤਾਂ ਉਹਨੂੰ ਤੁਰਨਾ ਚਾਹੀਦਾ। ਅੱਛਾ, ਪਰ ਇੱਕ ਚੀਜ਼ ਸੌਰੀ ਮੈਂ ਸਾਰੇ ਦੋਸਤਾਂ ਨੂੰ ਬੇਨਤੀ ਕਰਦਾ ਕਿ ਇੱਥੇ ਕਿਤੇ ਇੱਦਾਂ ਨਾ ਹੋਵੇ ਵੀ ਮੈਂ ਦੁਬਾਰਾ ਫੇਰ ਗੱਲ ਕਰਨ ਲੱਗਿਆ ਵੀ ਨਾ ਤਾਂ ਸਾਡਾ ਕੋਈ ਏਜੰਡਾ ਇੱਥੇ ਕੋਈ ਸਿਟੀ ਨੂੰ ਬਦਨਾਮ ਕਰਨਾ, ਨਾ ਹੀ ਸਾਡਾ ਏਜੰਡਾ ਕੋਈ ਟੈਨੈਂਟਸ ਨੂੰ ਬਦਨਾਮ ਕਰਨਾ। ਕੋਈ ਇੱਦਾਂ ਨਹੀਂ ਵੀ ਅਸੀਂ ਇੱਥੇ ਮੋਰਚਾ ਖੋਲ ਕੇ ਬਹਿ ਗਏ ਵੀ ਲੈਂਡਲੋਰਡ ਦੇ ਇਕੱਲੇ ਹੱਕ ਨੇ, ਇਕੱਲੇ ਟੈਨੈਂਟਸ ਦੇ ਆਪਣੇ ਹੱਕ ਨੇ, ਉਹਨਾਂ ਦੀ ਵੀ ਸਾਨੂੰ ਕਦਰ ਉਨੀ ਕਰਨੀ ਚਾਹੀਦੀ ਹੈ। ਪਰ ਜਿੱਥੇ ਮਿਸਯੂਜ਼ ਹੁੰਦੇ ਆ, ਜਿੱਥੇ ਲੈਂਡਲੋਰਡਸ ਵਿਕਟਮ ਬਣਦੇ ਆ,
ਉਹਨਾਂ ਦਾ ਵੀ ਪਹਿਲ ਦੇ ਆਧਾਰ ਦੇ ਉੱਤੇ ਧਿਆਨ ਦੇਣਾ ਪੈਣਾ। ਸੋ ਅਸੀਂ ਮੈਂ ਪਹਿਲਾਂ ਵੀ ਅਕਸਰ ਗੱਲ ਕਰਦੇ ਹਾਂ ਕਿ ਸੌਰੀ ਸਤਿੰਦਰ ਭਾਈ ਤੁਹਾਡੀ ਕਾਲ ਮੈਂ ਕਰਦਾ ਔਨ ਏਅਰ, ਪਰ ਅਸੀਂ ਗੱਲ ਇਹ ਕਰਦੇ ਹਾਂ ਕਿ ਬਹੁਤ ਹੀ ਵਾਰੀ ਸਾਡੇ ਸਾਹਮਣੇ ਇਸ ਤਰ੍ਹਾਂ ਦੇ ਕੇਸਿਸ ਆਏ ਨੇ ਜਿਹੜੇ ਲੈਂਡਲੋਰਡ ਵਿਕਟਮ ਬਣੇ ਨੇ। ਜਿੱਥੇ ਟੈਨੈਂਟ ਵਿਕਟਮ ਬਣੇ ਨੇ, ਮੈਂ ਉਹਨਾਂ ਨੂੰ ਵੀ ਵੈਲਕਮ ਕਰੂੰਗਾ ਜੇ ਕੱਲ੍ਹ ਨੂੰ ਆ ਕੇ ਸਾਨੂੰ ਕਹਿਣ ਭਾਈ ਵੀ ਆਹ ਦੇਖੋ ਜੀ ਸਾਡੇ ਲੈਂਡਲੋਰਡਸ ਨੇ ਸਾਡੇ ਨਾਲ ਧੱਕਾ ਕੀਤਾ ਹੈ, ਸਾਨੂੰ ਖਰਾਬ ਕੀਤਾ ਹੈ, ਤਾਂ ਆਪਾਂ ਉਹਨਾਂ ਦੀ ਗੱਲ ਵੀ ਉੱਦਾਂ ਹੀ ਰੱਖਾਂਗੇ। ਸਾਡੇ ਤੱਕ ਅਜੇ ਤੱਕ ਜਿੰਨੀਆਂ ਕਿ ਮੇਰੇ ਕੋਲ ਕੋਈ ਕੰਪਲੇਂਟਸ ਆਈਆਂ ਜਾਂ ਮੈਂ ਖੁਦ ਵਿਕਟਮ ਬਣ ਚੁੱਕਿਆ 1-2 ਵਾਰੀ, ਸੋ ਉਹ ਲੈਂਡਲੋਰਡਸ ਦੇ ਤੌਰ ਦੇ ਉੱਤੇ ਲੋਕ ਵਿਕਟਮ ਬਣੇ ਆ। ਸੋ ਸ਼ਾਇਦ ਅਸੀਂ ਇਸ ਕਰਕੇ ਇਸ ਗੱਲ ਨੂੰ ਵੀ ਪ੍ਰਾਇਓਰਿਟੀ ਦੇ ਆਧਾਰ ਦੇ ਉੱਤੇ ਚਾਹੁੰਦੇ ਹਾਂ ਕਿ ਸਰਕਾਰਾਂ, ਚਾਹੇ ਉਹ ਫੈਡਰਲ ਨੇ, ਚਾਹੇ ਉਹ ਪ੍ਰੋਵਿੰਸ਼ੀਅਲ ਨੇ, ਅਤੇ ਚਾਹੇ ਉਹ ਮਿਊਨਸੀਪਲ ਲੈਵਲ ਦੇ ਉੱਤੇ ਨੇ, ਜਿਹੜੇ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਕੋਈ ਇਸ ਤਰ੍ਹਾਂ ਦੇ ਅਧਿਕਾਰ ਨੇ, ਹੱਕ ਨੇ, ਉਹਨਾਂ ਲਈ ਇੱਕ ਰਿਫੋਰਮ ਲੈ ਕੇ ਆਉਣ ਦੇ ਲਈ ਕੋਸ਼ਿਸ਼ ਕਰਨ। ਇਹ ਨਾ ਹੋਵੇ ਵੀ ਸਾਲਾਂ ਬੱਧੀ ਜਿਹੜੇ ਪਹਿਲਾਂ ਦਕੀਆਂ ਨੂੰ ਸੀ, ਜਾਂ ਆਪਣੇ ਵਿਚਾਰ ਲੈ ਕੇ ਜਾਂ ਆਪਣੇ ਪਲਾਨ ਲੈ ਕੇ, ਜਾਂ ਜਦੋਂ ਪਾਪੂਲੇਸ਼ਨ ਘੱਟ ਸੀ, ਜਦੋਂ ਇਸ ਤਰ੍ਹਾਂ ਦੀ ਕੋਈ ਅਗਰੈਸ਼ਨ ਨਹੀਂ ਸੀ, ਉਹੀ ਸਿਸਟਮ ਜੇ ਚੱਲੀ ਜਾਣਾ ਹੁਣ 100 ਸਾਲ ਬਾਅਦ ਵੀ, ਅਤੇ ਉਹਦੇ 'ਚ ਕੋਈ ਰਿਫੋਰਮ ਨਹੀਂ ਲੈ ਕੇ ਆਉਣਾ, ਤਾਂ ਫਿਰ ਅਲਟੀਮੇਟਲੀ ਤਾਂ ਸਾਨੂੰ ਹਰਜ਼ਾਨਾ ਭੁਗਤਣਾ ਹੀ ਪੈਣਾ ਕਿਸੇ ਨਾ ਕਿਸੇ ਨੂੰ ਉਸ ਚੀਜ਼ ਦਾ। ਜੀ ਸਤਿੰਦਰ ਭਾਈ। ਹਾਂਜੀ ਭਾਈ, ਹੁਣ ਦੇਖੋ ਜਿਹੜਾ ਇਹ ਦੇਖੋ ਜਿਹੜਾ ਹੈਮਿਲਟਨ 'ਚ ਹੋਇਆ ਸੀਗਾ, ਇੱਕ ਲੈਂਡਲੋਰਡ ਨੇ ਆਫਟਰ ਹੀ ਵਾਸ ਸੋ ਫਰਸਟ੍ਰੇਟਡ ਕਿਉਂਕਿ ਉਹਨੂੰ ਰੈਂਟ ਨਹੀਂ ਸੀ ਦੇ ਰਿਹਾ, ਕਪਲ ਸੀਗਾ, ਹੀ ਐਂਡ ਅਪ ਸ਼ੂਰਿੰਗ them ਐਂਡ ਹਿਮਸੈਲਫ। ਸੋ ਦੇਖੋ ਇਹ ਫਰਸਟ੍ਰੇਸ਼ਨ ਜਿਹੜੀ ਇੱਥੇ ਤੱਕ ਹੀ ਹੈ। ਔਰ ਦੇਖੋ ਕੋਈ ਵੀ ਜਿਹੜਾ ਲਾਅ ਆ ਲੈਂਡਲੋਰਡ ਦੇ ਹੱਕ 'ਚ ਕੁਝ ਵੀ ਨਹੀਂ। ਤੁਸੀਂ ਇੱਕ ਕੋਰਟ 'ਚ ਕੇਸ ਲੈ ਕੇ ਤੁਸੀਂ ਦੇਖ ਲਓ, ਲੈਂਡਲੋਰਡ ਬੋਰਡ ਦੇ 9 ਮਹੀਨੇ ਕੇਸ ਪਏ ਆ। ਮੇਰਾ ਇੱਕ ਕੇਸ ਚੱਲ ਰਿਹਾ 1.5 ਸਾਲ ਹੋ ਗਿਆ ਭਾਜੀ। ਜੀ 1.5 ਸਾਲ ਹੋ ਗਿਆ। ਔਰ ਕੀ ਆ, $200 ਦੀ ਚੀਜ਼ ਆ ਉਹ। ਹਾਂਜੀ, $200 ਪਿੱਛੇ 1.5 ਸਾਲ ਹੋ ਜਾਣੀ। ਅੱਛਾ, ਪਰ ਮੈਂ ਸੌਰੀ ਇੱਥੇ ਨਾਮ ਨਹੀਂ ਲੈਂਦਾ, ਮੇਰੀ ਚਲੋ ਮੈਂ ਵੀ ਨਹੀਂ ਦੱਸਦਾ, ਪਰ ਇੱਕ ਪੋਲੀਟੀਸ਼ੀਅਨ ਹੀ ਆ, ਲੋਕਲ ਹੀ ਆ, ਉਹ ਕਹਿੰਦਾ ਯਾਰ ਮੈਂ ਤੁਹਾਡਾ ਕੀ ਹੱਲ ਕਰਾਉਣਾ, ਮੇਰੀ ਆਪਣੀ ਪ੍ਰਾਪਰਟੀ ਦੱਬੀ ਬੈਠੇ ਆ। ਹਾਂਜੀ ਹਾਂਜੀ। ਸੋ ਦੇਖੋ ਹੁਣ ਗੱਲ ਇੰਨੀ ਆ ਵੀ ਬਿੱਲੀ ਦੇ ਗੱਲ ਟੱਲੀ ਕੌਣ ਬੰਨੂਗਾ। ਇੰਨਾ ਹੀ ਆ ਰੌਲਾ ਹੋਰ ਕੁਝ ਨਹੀਂ। ਉਹੀ ਤਾਂ ਮੈਂ ਕਹਿੰਦਾ ਵੀ ਇੱਥੇ ਜੀ ਹਨਾ ਜੀ। ਬੜੀ ਮਿਹਰਬਾਨੀ ਸਰ, ਧੰਨਵਾਦ ਸਰ। ਘਰ ਹੀ ਹਾਲੇ। ਔਰ ਮੈਂ ਤਾਂ ਚਾਹੁੰਦਾ ਐਂਡ ਦੇ ਵਿੱਚ ਇਹਨੂੰ ਖਤਮ ਕੀਤਾ ਜਾਵੇ, ਤੇ ਈਵਨ ਜਿਹੜੇ ਲੈਂਡਲੋਰਡ ਟੈਨੈਂਟ ਬੋਰਡ ਦੇ ਲਾਅ ਹੈ ਨਾ, ਉਹਨਾਂ ਦੇ ਵਿੱਚ ਵੀ ਥੋੜੀ ਨਿਗਾਹ ਮਾਰੀ ਜੇ ਉਹ ਯੂਜ਼ਫੁਲ ਨਹੀਂ ਹੈਗੀ। ਇਫ ਯੂ ਵਾਂਟ ਵੇਟ, ਜਿਹੜਾ ਲੈਂਡਲੋਰਡ ਨੂੰ 9 ਮਹੀਨੇ ਵੇਟ ਕਰਨ ਨਾਲੋਂ ਲੈਟ them take the decision in their own hands instead of ਉੱਥੇ ਤੁਹਾਡੇ ਕੋਰਟ ਜਾ ਕੇ ਅਸੀਂ ਕਰਨਾ ਕੀ ਸਾਲ ਬੈਠੇ ਨੇ। ਜੀ ਥੈਂਕ ਯੂ ਸਰ, ਥੈਂਕ ਯੂ ਜੀ। ਆਪਾਂ ਦੋਸਤੋ ਕਾਲਜ ਹੁਣ ਮਨਪ੍ਰੀਤ ਜੀ ਨੇ। ਮਨਪ੍ਰੀਤ ਜੀ ਤੁਸੀਂ ਆਉਂਦੇ ਰਹੋ ਜੀ। ਭਾਜੀ ਕੀ ਹਾਲ ਚਾਲ ਹੈ ਜੀ? ਠੀਕ ਆ ਜੀ। ਭਾਜੀ ਪਹਿਲੀ ਪ੍ਰੋਬਲਮ ਆ ਕਿ ਜਦ ਤੱਕ ਆਪਣੇ ਬੰਦੇ ਯੂਨਾਈਟ ਨਹੀਂ ਹੁੰਦੇ, ਹਾਂਜੀ, ਪੰਜਾਬੀ, ਗੁਜਰਾਤੀ, ਤਮਿਲ, ਜਦ ਤੱਕ ਆਪਾਂ ਆਪ ਕੌਂਸਲਰ ਦੇ ਵਿੱਚ ਨਹੀਂ ਵੜਦੇ, ਇਹ ਗੋਰਿਆਂ ਨੇ ਆਪਾਂ ਨੂੰ ਖਾਣਾ ਹੀ ਖਾਣਾ ਆ। ਆਊਟ ਆਫ 9, 7 live in Orangeville and Caledon. 60% of their force, they live outside of Brampton. I can prove it if you give me data. ਜੀ ਰਾਈਟ। ਪ੍ਰੋਬਲਮ ਪਤਾ ਕੀ ਹੈ ਭਾਜੀ, ਜਿਹੜੇ ਤਾਂ ਜਿਵੇਂ ਆਪਣੇ ਆਮ ਫਰਮ ਬੰਬੇ ਰਾਈਟ, ਜਿਹੜੇ ਤਾਂ ਗੁਜਰਾਤੀ ਭਾਈ ਨੇ, ਇਹਨਾਂ ਨੇ ਆਪਦੀਆਂ ਲੀਗਲ ਬੇਸਮੈਂਟਾਂ ਕਰਾ ਲਈਆਂ। ਮੈਂ ਇਹਨਾਂ ਦੇ ਮੁਜ਼ਾਹਰੇ 'ਚ ਵੀ ਗਿਆ ਸੀ, ਓਕੇ, ਉੱਥੇ ਕਿਸੇ ਪੰਜਾਬੀ ਨੇ ਨਹੀਂ ਆਉਣਾ। ਓਕੇ, ਪ੍ਰੋਬਲਮ ਹੈ ਕਿ 80% ਪੰਜਾਬੀ ਬੰਦਿਆਂ ਦੀ ਜਿਹੜੀ ਬੇਸਮੈਂਟ ਆ ਉਹ ਇਲੀਗਲ ਆ, ਤੇ ਉਹ ਰੈਂਟ ਦਿੰਦੇ ਆ, ਉਹਨਾਂ ਦੀ ਲੜਾਈਆਂ ਹੁੰਦੀਆਂ। ਤੇ ਜਿਹੜੇ ਆਪਣੇ ਬੰਦੇ ਉੱਥੇ ਗਏ ਆ 300 whatever 3000 ਹੀ ਸੈਟ, ਉਹ ਸਿਰਫ ਉਹ ਡਰਦੇ ਆ ਕਿਉਂਕਿ ਉਹਨਾਂ ਨੇ ਰੈਂਟ 'ਤੇ ਐਂਡ ਆਫ ਦਾ ਡੇ ਦੇਣਾ ਕਿਹਨੂੰ ਆ? ਉਹਨਾਂ ਨੇ ਰੈਂਟ 'ਤੇ ਦੇਣਾ ਆਪਣੇ ਪੰਜਾਬੀਆਂ ਨੂੰ। ਤੇ ਉਹ ਜਿਹੜੇ ਗੁਜਰਾਤੀ ਬਾਈ ਆ ਉਹ ਸਿਰਫ ਇਸ ਲਈ ਡਰਦੇ ਆ ਕਿ ਦੇ ਵਾਂਟ ਟੂ ਬੀ ਲੀਗਲਾਈਜ਼। ਬਸ ਸਿਟੀ ਨੂੰ ਹੁਣ ਇੱਕ ਰੈਵਨਿਊ ਦਾ ਪ੍ਰੋਸੈਸ ਮਿਲ ਗਿਆ ਆ। ਬਟ ਐਂਡ ਆਫ ਮਾਈ ਸਟੋਰੀ ਇਹ ਆ ਕਿ ਆਪਾਂ ਬੰਦਿਆਂ ਨੂੰ ਇਕੱਠਾ ਹੋਣਾ ਪੈਣਾ ਆ, ਨਹੀਂ ਤਾਂ ਇਹ ਗੋਰੇ ਨੇ ਆਪਾਂ ਨੂੰ ਲੁੱਟ ਕੇ ਖਾਣਾ ਆ। ਅੱਛਾ ਮਨਪ੍ਰੀਤ ਭਾਈ, ਵੈਸੇ ਤੁਸੀਂ ਗੁਜਰਾਤੀ, ਪੰਜਾਬੀ ਜਾਂ ਗੋਰੇ, ਮੇਰਾ ਖਿਆਲ ਆਪਾਂ ਇਸ ਦੌੜ 'ਚੋਂ ਬਾਹਰ ਨਿਕਲੀਏ ਥੋੜ੍ਹਾ ਜਿਹਾ, ਮੈਨੂੰ ਇਹ ਲੱਗਦਾ। ਬਾਕੀ ਵਿਦ ਡਿਊ ਰਿਸਪੈਕਟ ਆਈ ਐਪਰੀਸ਼ੀਏਟ ਤੁਸੀਂ ਕਾਲ ਕੀਤੀ ਹੈ। ਅੱਛਾ, ਪਰ ਹਾਂਜੀ, ਇੱਥੇ ਲੀਗਲ ਕੰਮ ਕਰਦਾ ਆ, ਫੂਡ ਤੇ ਇੰਡਸਟਰੀ ਤੇ ਆ, ਠੀਕ ਆ ਭਾਜੀ। ਇੱਥੇ ਇੰਨਾ ਰੇਸਿਜ਼ਮ ਸ਼ੁਰੂ ਹੋ ਗਿਆ ਕਿ ਉਹ ਬੰਦਾ ਮੈਨੂੰ ਮੂੰਹ ਤੇ ਆ ਕੇ ਕਹਿ ਰਿਹਾ, ਦੇਖੋ ਹਮਾਰਾ ਰਾਮ ਮੰਦਿਰ ਬਣ ਗਿਆ, ਮਥੁਰਾ ਮੇਂ ਬਣਾएंगे। ਇੱਕ ਮੇਰਾ ਮੁਸਲਿਮ ਭਰਾ ਪਾਕਿਸਤਾਨ ਤੋਂ ਖੜਾ ਆ, ਠੀਕ ਹੈ ਨਾ। ਲਾਈਕ ਆਈ ਡੋਨਟ ਵਾਂਟ ਟੂ ਲਾਈਕ, ਮੈਂ ਤੁਹਾਡਾ ਟੌਪਿਕ ਚੇਂਜ ਨਹੀਂ ਕਰਨਾ ਚਾਹੁੰਦਾ ਜੀ ਜੀ। ਤੁਸੀਂ ਪਤਾ ਕੀ ਆ, ਐਂਡ ਆਫ ਦਾ ਡੇ ਆਪਣੇ ਪੰਜਾਬੀ ਗਟਸੀ ਆ, ਉਹ ਬੇਸਮੈਂਟ ਦਿੰਦੇ ਵੀ ਆ। ਦੇ ਆਰ ਨਾਟ ਈਵਨ ਸਕੇਅਰਡ ਆਫ ਦ ਗਾਏ, ਲਾਈਕ ਉੱਥੇ ਆਉਣਾ ਹੈ ਕਿ ਨਹੀਂ। ਬੰਦੇ ਸਿਰਫ ਉਹੀ ਡਰ ਰਹੇ ਆ ਕਿ ਸਿਰਫ ਜਿਹੜੇ
ਵਾਇਲੈਂਸ ਦੇ ਵਿੱਚ ਬਲੀਵ ਨਹੀਂ ਕਰਦੇ ਆਪਾਂ ਨਹੀਂ ਵਾਇਲੈਂਸ ਸੋ ਮੈਂ ਥੋੜ੍ਹਾ ਜਿਹਾ ਸਮਝਣਾ ਚਾਹੁੰਦਾ ਕਿਉਂਕਿ ਮੁੱਦਾ ਹੁਣ ਹੋਰ ਪਾਸੇ ਲੈ ਜਾਣਾ ਤੁਸੀਂ ਵੀ ਤੁਸੀਂ ਕਹਿੰਦੇ ਹੋ ਵੀ ਆਪਣੇ ਪੰਜਾਬੀ ਨਹੀਂ ਹੈਗੇ ਇਸ ਗੱਲ ਦੇ ਵਿਰੋਧ 'ਚ। ਨਾ ਭਾਜੀ 80% ਮੇਰੇ ਫਰੈਂਡ ਨੇ, ਮੈਂ ਤੁਹਾਨੂੰ ਲਿਸਟ ਲਿਆ ਦੂੰਗਾ ਜਿਨ੍ਹਾਂ ਦੀਆਂ ਬੇਸਮੈਂਟਾਂ ਇਲੀਗਲ ਨੇ ਤੇ ਭਾਜੀ 2-2000 25-25 3500 ਹਾਂਜੀ, ਪਰ ਉਹ ਤਾਂ ਸਗੋਂ ਜ਼ਿਆਦਾ ਕੜਿੱਕੀ ਚਾਹੁੰਣਗੇ ਫਿਰ ਉਹ ਤਾਂ। ਬੇਸਮੈਂਟਾਂ ਕੱਢੀਆਂ ਹੋਈਆਂ ਉਹਨਾਂ ਨੇ। ਮਨਪ੍ਰੀਤ ਭਾਈ ਮੈਨੂੰ ਲੱਗਦਾ ਨਾ ਤੁਸੀਂ ਪੂਰੀ ਤਰ੍ਹਾਂ ਨਾਲ ਇਸ ਪ੍ਰੋਗਰਾਮ ਨੂੰ ਅੰਡਰਸਟੈਂਡ ਨਹੀਂ ਕਰ ਰਹੇ। ਜਿਹੜੇ ਪੰਜਾਬੀ ਬੰਦੇ ਆਪਣੀ ਬੇਸਮੈਂਟ ਇਲੀਗਲ ਬਣਾ ਕੇ ਬੈਠੇ ਉਹਨਾਂ ਨੂੰ ਤਾਂ ਜ਼ਿਆਦਾ ਡਰਨ ਦੀ ਲੋੜ ਹੈ ਫਿਰ। ਨਹੀਂ, ਉਹਨਾਂ ਨੇ ਅਨਾਉਂਸ ਨਹੀਂ ਕਰਨਾ ਹੈਗਾ। ਪਰ ਫਿਰ ਉਹ ਪੈਨਲਟੀਜ਼ ਦਾ ਸਾਹਮਣਾ ਕਰਨਾ ਪਊਗਾ ਕੋਈ ਨਾ ਕੋਈ ਕੱਲ ਨੂੰ। ਕੋਈ ਪੈਨਲਟੀ ਦਾ ਚੱਕਰ ਹੀ ਹੈ ਨਹੀਂ। ਰਾਈਟ। ਮੇਰੀ ਸਟਰੀਟ ਦੇ ਵਿੱਚ ਮੈਂ ਆਪਦਾ ਘਰ ਸੇਲ ਤੇ ਲਾਇਆ ਸੀ। ਹਾਂਜੀ। ਤੇ ਮੈਨੂੰ ਇਹ ਲੱਗਦਾ ਸੀ ਮੇਰੀ ਬੇਸਮੈਂਟ ਲੀਗਲ ਆ ਤੇ ਅਸੀਂ ਸਿਟੀ ਤੇ ਗਏ ਆ, ਉਹ ਕਹਿੰਦੇ ਤੁਹਾਡੀ ਬੇਸਮੈਂਟ ਲੀਗਲ ਹੀ ਹੈ ਨਹੀਂ। ਉਹ ਕਹਿੰਦੇ ਤੁਹਾਡੀ ਬੇਸਮੈਂਟ ਕੋਈ ਲੀਗਲ ਕਰਨੀ ਆ। ਜਦੋਂ ਮੈਂ ਘਰ ਬਾਈ ਕੀਤਾ ਰਾਈਟ, ਹਾਂਜੀ, ਉਹ ਕਹਿੰਦਾ ਉਹਦਾ 35000 ਲੱਗੂਗਾ। ਠੀਕ ਹੈ। Like bloody hell, I've been renting it from last 3 years. Right. And the guy's giving me cash. Is a family for $1,500. ठीक Why है। should I go to the city and tell? ठीक है brother। I want to rent my house. ਠੀਕ ਹੈ ਵੀਰੇ, ਬਹੁਤ ਮਿਹਰਬਾਨੀ। ਹੁਣ ਆਪਾਂ ਅਗਲੀ ਇੱਕ ਕਾਲ ਲੈ ਲੈਂਦੇ ਹਾਂ। ਹਾਂਜੀ, ਥੈਂਕ ਯੂ। ਕਰ ਰਹੇ ਆ ਹਾਂਜੀ, ਜਿਨ੍ਹਾਂ ਨੇ ਜਿਹੜੇ ਗੜ੍ਹ ਤੇ ਖੜ ਨਹੀਂ ਸਕਦੇ ਤੇ ਉਹਨਾਂ ਨੇ ਸਿਟੀ ਕੋਲ ਜਾ ਕੇ ਮਿੰਨਤਾਂ ਕੀਤੀਆਂ ਤੇ ਗੋਰਿਆਂ ਨੂੰ ਪਤਾ ਲੱਗ ਗਿਆ ਹਾਂਜੀ ਕਿ ਬਾਈ ਇਹ ਬੰਦੇ ਕਮਜ਼ੋਰ ਨੇ ਤੇ ਇਹਨਾਂ ਤੋਂ ਪੈਸੇ ਲਓ। ਜਿਵੇਂ ਔਸ਼ਵਾ ਦੀ ਗੱਲ ਕੀਤੀ ਆ ਬਾਈ ਨੇ। ਹਾਂਜੀ, ਉਹ ਆਪਾਂ ਨਾ ਡਿਸਕਸ਼ਨ ਡਿਫਰੈਂਟ ਪਾਸੇ ਚੱਲ ਜਾਣੀ ਮੇਰਾ ਵੀਰ। ਮਨਪ੍ਰੀਤ ਭਾਈ ਬਹੁਤ ਮਿਹਰਬਾਨੀ ਮੇਰਾ ਵੀਰ। ਵੀਰੇ ਹਾਂਜੀ ਟੈਲਿੰਗ ਯੂ ਦਾ ਰਿਐਲਿਟੀ। ਹਾਂਜੀ ਹਾਂਜੀ, ਨਹੀਂ ਠੀਕ ਹੈ, ਬਹੁਤ ਮਿਹਰਬਾਨੀ ਸਰ। ਧੰਨਵਾਦ ਮੇਰਾ ਭਰਾ, ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਥੈਂਕ ਯੂ। ਸੋ ਦੋਸਤੋ ਮੈਂ ਬਾਰ-ਬਾਰ ਬੇਨਤੀ ਕਰ ਰਿਹਾ ਸੀ ਹੁਣ ਹੋਰ ਕਾਲਸ ਨਾ ਕਰਿਓ ਤੇ 2 ਕਾਲਸ ਪਰਮਿੰਦਰ ਜੀ ਦੀ ਤੇ ਪਤਾ ਨਹੀਂ ਮੇਰਾ ਦਿਲ ਨਹੀਂ ਕਰਦਾ ਹੁੰਦਾ ਵੀ ਮੈਂ ਡ੍ਰੌਪ ਕਰਾਂ। 7400 ਤੇ ਪਰਮਿੰਦਰ ਜੀ, ਬਸ ਇਹੀ 2 ਕਾਲਸ ਹੋਣਗੀਆਂ। ਹਾਂਜੀ 7400 ਤੁਸੀਂ ਆਉਂਦੇ ਰਹੋ ਜੀ। ਹਾਂਜੀ ਗਿੱਲ ਸਾਹਿਬ, ਮੈਂ ਅੱਧਾ ਮਿੰਟ ਹੀ ਬਸ ਲੈਣਾ। ਹਾਂਜੀ ਸਰ। ਮੈਂ ਜਿਹੜੇ ਇਹਦੇ 'ਚ 2-3 ਕਾਲਮ ਹੈ ਨਾ ਉਹਨਾਂ ਬਾਰੇ ਅਸੀਂ ਈਮੇਲਾਂ ਵੀ ਬਹੁਤ ਕੀਤੀਆਂ ਨੇ। ਹਾਂਜੀ। ਇੱਕ ਤਾਂ ਜਿਹੜਾ ਪੁਲਿਸ ਕਲੀਅਰੈਂਸ ਵਾਲਾ ਤੇ 2 ਇੰਸਪੈਕਸ਼ਨਾਂ ਵਾਲਾ ਵੀ ਉਹ ਰਿਮੂਵ ਕਰ ਦਿਓ। ਹਾਂਜੀ। ਬਾਕੀ ਸਾਨੂੰ ਕੋਈ ਪ੍ਰੋਬਲਮ ਨਹੀਂ। ਕੋਈ ਅਸੀਂ ਉਹਨਾਂ ਵਾਰਡਾਂ 'ਚ ਰਹਿ ਰਹੇ ਹਾਂ ਜਿਨ੍ਹਾਂ ਵਾਰਡਾਂ ਦੀ ਇਹ ਹੋ ਰਿਹਾ ਸਾਰਾ ਕੁਛ। ਅੱਛਾ ਬਾੜ ਸਾਹਿਬ ਬੋਲ ਰਹੇ ਨਾ ਤੁਸੀਂ ਹੁਣ। ਅੱਛਾ ਬਾੜ ਸਾਹਿਬ, ਤੁਸੀਂ ਤਾਂ ਪੰਜਾਬੀ ਹੋ, ਤੁਸੀਂ ਕਿੱਦਾਂ ਚਾਹੁੰਦੇ ਵੀ ਇਹ ਜਿੱਦਾਂ ਮਨਪ੍ਰੀਤ ਬਾਈ ਕਹਿ ਕੇ ਗਿਆ ਵੀ ਆਪਣੇ ਪੰਜਾਬੀ ਨਹੀਂ ਉਹਨਾਂ ਨੂੰ ਫਿਕਰ ਹੈਗਾ ਵੀ ਕੋਈ ਚੱਕਰ ਨਹੀਂ, ਅਸੀਂ ਤਾਂ ਰੈਡੀ ਹਾਂ। ਉਹ ਪਤਾ ਨਹੀਂ, ਮੈਨੂੰ ਤਾਂ ਸਮਝ ਨਹੀਂ ਲੱਗੀ ਵੀ ਭਾਈ ਕੀ ਮੇਰੇ ਬਿਲਕੁਲ ਦਿਮਾਗ 'ਚ ਨਹੀਂ ਪਿਆ ਆਪਣੇ ਕੀ ਬੋਲਿਆ। ਚਲੋ ਤੁਸੀਂ ਕੰਟੀਨਿਊ ਕਰੋ ਆਪਣੀ ਗੱਲ। ਹਾਂਜੀ। ਦੇਖ ਅਸੀਂ ਉਸ ਵਾਰਡ 'ਚ ਰਹਿ ਰਹੇ ਹਾਂ, ਉੱਥੇ ਰਜਿੰਦਰ ਸਿੰਘ ਜਿੱਦਾਂ ਸਾਡੇ 25% ਘਰ ਜਿਹੜੇ ਆ ਨਾ ਹੁਣ ਉਹ ਰੈਂਟਲ ਪ੍ਰਾਪਰਟੀਆਂ ਨੇ। ਹਾਂਜੀ। ਔਰ ਉਹਨਾਂ ਘਰਾਂ ਦੇ ਵਿੱਚ ਜਿੱਦਾਂ ਕਬੂਤਰਾਂ ਦੇ ਖੁੱਡੇ ਨਹੀਂ ਬਣਾਏ ਹੁੰਦੇ। ਹਾਂਜੀ। ਇਹ ਹਾਲ ਬਣ ਗਿਆ ਆ ਉੱਥੇ। ਨਾ ਤੇ ਉਹ ਰਹਿਣ ਵਾਲਿਆਂ ਵਾਸਤੇ ਕਾਬਲ ਨੇ, ਉਹ ਲਿਵਿੰਗ ਰੂਮਾਂ ਦੇ ਵਿੱਚ ਸਾਰੇ ਉਹਨਾਂ ਦੇ ਖੁੱਡੇ ਜਿੱਦਾਂ ਇੱਕ ਬੰਦੇ ਨੂੰ 8-8 9 ਜਾਣਿਆਂ ਨੂੰ ਇੱਕ ਵਾਸ਼ਰੂਮ ਆ। ਹੁਣ ਦੇਖੋ ਨਾ ਤੇ ਉਹ ਲੀਗਲ ਰਹਿਣ ਵਾਲਿਆਂ ਵਾਸਤੇ ਠੀਕ ਹੈ ਤੇ ਨਾ ਹੁਣ ਦੇਖੋ ਉਹਦੇ ਨਾਲ ਜਿਹੜੀ ਸਾਡੇ ਘਰਾਂ ਦੀ ਮਾਰਕੀਟ ਆ ਉਹ ਸਾਰਿਆਂ ਦੇ ਇਫੈਕਟ ਪੈਂਦਾ। ਹਾਂ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਕਾਲਮ 2-3 ਹੈਗੇ ਨਾ ਪੁਲਿਸ ਕਲੀਅਰੈਂਸ ਤੇ 2 ਉਹ ਰਿਮੂਵ ਕਰਨ। ਉਹ ਤਾਂ ਵੈਸੇ ਆਲਰੇਡੀ ਕਰਤੇ ਸੀਗੇ ਜੀ ਉਹਨਾਂ ਨੇ 1-2 ਪੁਆਇੰਟ। ਵੈਸੇ ਹੁਣ ਦੇਖਦੇ ਆ ਨਵਾਂ ਰਿਫਾਰਮ ਲੈ ਕੇ ਇਹਦੇ 'ਚ ਕੀ ਰਿਵਾਈਜ਼ ਕਰਕੇ ਲੈ ਕੇ ਆਉਂਦੇ ਆ ਜਾਂ ਮੰਤਰਾ ਦਾ ਡਾਕਟਰ ਸਾਹਿਬ ਤਾਂ ਕਹਿੰਦੇ ਜੀ ਇਹਨੂੰ ਰੱਦ ਹੀ ਕਰਾਉਣਾ, ਮੂਲ ਰੂਪ 'ਚ ਹੀ ਰੱਦ ਕਰਾ ਦੇਣਾ ਕਹਿੰਦੇ। ਨਹੀਂ ਉਹ ਪਤਾ ਕੀ ਗੱਲ ਹੈ ਜੀ, ਉਹ ਬਾਰ-ਬਾਰ ਸਿਟੀ ਵਾਲੇ ਆ ਕੇ ਨੋਟਿਸ ਲਾਉਂਦੇ ਆ ਕਿਉਂਕਿ ਘਰੇ ਨਹੀਂ ਵੜਨ ਦਿੰਦੇ। ਸਿਟੀ ਵਾਲੇ ਬਹੁਤ ਪਰੇਸ਼ਾਨ ਇਸ ਚੀਜ਼ ਤੋਂ। ਓਕੇ ਜੀ, ਠੀਕ ਹੈ ਸਰ। WhatsApp ਬਹੁਤ ਮਿਹਰਬਾਨੀ, ਥੈਂਕ ਯੂ। ਸੋ ਦੋਸਤੋ ਲਾਸਟ ਕਾਲ ਲੈ ਕੇ ਆਪਾਂ ਫਿਰ ਸਮਾਪਤ ਕਰਦੇ ਹਾਂ। ਆਲਰੇਡੀ ਕਾਫੀ ਲੰਬਾ ਸਮਾਂ ਲੱਗ ਗਿਆ ਸਾਡਾ ਤੇ ਮੇਰੇ ਕੋਈ ਸਪਾਂਸਰਸ ਵੀ ਰਹਿੰਦੇ ਆ। ਮੈਂ ਅਗਲੇ ਕਾਲਰ ਸਾਡੇ ਪਰਮਿੰਦਰ ਜੀ ਨੇ ਆਉਂਦੇ। ਪਰਮਿੰਦਰ ਜੀ ਤੁਸੀਂ ਆਉਂਦੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਵੀਰ। ਟੌਪਿਕ RL ਤੇ ਚੱਲ ਰਿਹਾ ਜੀ, ਬਿਲਕੁਲ ਠੀਕ ਹੈ ਭਾਜੀ। ਦੇਖੋ ਮੈਂ ਆਪਣਾ ਪਰਸਨਲ ਪੁਆਇੰਟ ਆਫ ਵਿਊ ਦੱਸਦਾ ਜੀ। ਮਤਲਬ ਇਹ ਏਦਾਂ ਲੱਗਦਾ ਜਿਵੇਂ ਜਿਹੜਾ ਮਤਲਬ ਪ੍ਰੋਜੈਕਟ ਲਿਆਂਦਾ ਇਹਨਾਂ ਨੇ ਜਿਵੇਂ ਕਿਸੇ ਇਮੈਚਿਓਰ ਨੇ ਡਿਜ਼ਾਈਨ ਕੀਤਾ ਹੁੰਦਾ। ਮਤਲਬ ਤੁਸੀਂ ਗ੍ਰੇਡ 10th ਜਾਂ ਗ੍ਰੇਡ 12th ਦੇ ਬੱਚੇ ਵੀ ਥੋੜੇ ਜਿਹੇ ਜ਼ਿਆਦਾ ਹੁਸ਼ਿਆਰ ਹੋਊਗੇ। ਜੇ ਉਹਨਾਂ ਨੂੰ ਵੀ ਕੋਈ ਅਸਾਈਨਮੈਂਟ ਦੇ ਦਿਓ ਨਾ, ਉਹ ਵੀ ਥੋੜਾ ਜਿਹਾ ਹੱਥ ਪੱਲਾ ਮਾਰ ਕੇ ਗੂਗਲ ਸਰਚ ਕਰਕੇ ਫੇਰ ਕਰਨ ਚੀਜ਼ਾਂ। ਰਾਈਟ। ਹੁਣ ਤੁਸੀਂ ਇਹ ਦੇਖੋ, ਇਹ ਕਹਿ ਰਹੇ ਪਾਇਲਟ ਪ੍ਰੋਜੈਕਟ ਅੱਧਾ ਬਰੈਂਪਟਨ ਦਾ ਵੇਚ ਲਿਆਂਦਾ। ਪਾਇਲਟ ਪ੍ਰੋਜੈਕਟ ਸੀ ਕੋਈ ਇੱਕ ਅੱਧਾ ਵਾਰਡ ਫੜੋ ਤੇ ਇੰਸਪੈਕਟਰ ਤੁਹਾਡੇ ਕੋਲ ਵੈਸੇ ਹੈ ਨਹੀਂ ਗੇ ਇੰਸਪੈਕਸ਼ਨਾਂ ਕਰਨ ਲਈ। ਤੇ ਜੇ ਤੁਹਾਡੇ ਕੋਲ ਇੰਸਪੈਕਟਰ ਹੈ ਨਹੀਂ, ਤੁਸੀਂ ਇੰਨੇ 5 ਵਾਰਡ ਦੀ ਕਿਵੇਂ ਇੰਸਪੈਕਸ਼ਨ ਕਰੋਗੇ ਜਾ ਕੇ? ਕਿਵੇਂ ਸਾਰਿਆਂ ਨੂੰ ਲਾਇਸੈਂਸ ਇਸ਼ੂ ਕਰੋਗੇ? ਕੀ ਕਰੋਗੇ? ਹੁਣ ਲਾਇਸੈਂਸ ਲੈ ਕੇ ਭਾਜੀ ਮੈਂ ਇੱਕ ਐਗਜ਼ਾਮਪਲ ਦਿੰਦਾ ਜੀ। ਤੁਹਾਡੇ ਕੋਲ ਰੈਂਟਲ ਪ੍ਰਾਪਰਟੀ ਹੈ, ਤੁਸੀਂ 5 ਬੰਦਿਆਂ ਨੂੰ ਲੀਜ਼ ਤੇ ਦਿੱਤੀ ਹੈ ਪ੍ਰਾਪਰਟੀ, ਉੱਥੇ 15 ਰਹਿਣ ਲੱਗ ਗਏ। ਲਾਇਸੈਂਸ ਉਹਨੂੰ ਕਿਵੇਂ ਸਹੀ ਕਰੇਗਾ? ਇਹ ਮਤਲਬ ਇੱਕ ਸੋਚਣ ਵਾਲੀ ਗੱਲ ਹੈ ਜੀ। ਲਾਇਸੈਂਸ ਲੈਣ ਨਾ ਉੱਥੇ 10 ਬੰਦੇ ਨਾ ਰਹਿਣ, ਉਹ ਕਿਵੇਂ ਹੋ ਸਕਦਾ? ਉਹ ਤਾਂ ਮੇਰੀ ਗੈਰ ਮੌਜੂਦਗੀ 'ਚ ਰਹਿ ਰਹੇ ਆ ਉੱਥੇ। ਦੂਜੀ ਗੱਲ ਭਾਜੀ, ਇੱਕ ਸਿੰਪਲ ਜੀ ਗੱਲ ਹੈ, ਇਹ ਲਾਇਸੈਂਸ ਨਾਲ ਸਿਟੀ ਨੂੰ ਇੱਕ ਆਥੋਰਾਈਜੇਸ਼ਨ ਜ਼ਿਆਦਾ ਮਿਲ ਰਹੀ ਹੈ ਕਿ ਤੁਸੀਂ ਲੈਂਡਲੋਰਡ ਨੂੰ ਫਾਈਨ ਕਰ ਸਕਦੇ ਹੋ।
ਹੁਣ ਮੈਂ ਗੱਡੀ ਚਲਾ ਰਿਹਾ ਜੀ, ਮੈਂ ਆਪਣੇ ਬ੍ਰਦਰ ਦੀ ਗੱਡੀ ਚਲਾ ਰਿਹਾ, ਜੇ ਮੈਂ ਐਕਸੀਡੈਂਟ ਕਰੂੰਗਾ ਟਿਕਟ ਮੈਨੂੰ ਮਿਲੇਗੀ, ਰਾਈਟ। ਹੁਣ ਉੱਥੇ ਜੇ ਲੈਂਡਲੋਰਡ ਨਹੀਂ ਰਹਿ ਰਿਹਾ, ਟੈਨੈਂਟਡ ਪ੍ਰਾਪਰਟੀ ਹੈ, ਕੋਈ ਗਾਰਬੇਜ ਓਵਰਫਲੋ ਹੈ, ਪਾਰਕਿੰਗ ਸਹੀ ਨਹੀਂ ਕੀਤੀ, ਤੁਸੀਂ ਟਿਕਟ ਉਹਨਾਂ ਦਿਓ, ਸਿਟੀ ਉਹਨਾਂ ਨੂੰ ਤਾਂ ਟਿਕਟ ਦੇ ਨਹੀਂ ਸਕਦੀ, ਉਹਦਾ ਜ਼ਿੰਮੇਵਾਰ ਲੈਂਡਲੋਰਡ ਹੈ। ਮਤਲਬ ਹਰ ਪਾਸੇ ਲੈਂਡਲੋਰਡ ਨੂੰ ਇੱਕ ਜਾਂ ਦੂਜੀ ਚੀਜ਼ ਤੋਂ ਇੱਕ ਬਰਡਨ ਹੀ ਹੈ ਬੇਸਿਕਲੀ, ਹਰ ਸਾਲ ਰੀਨਿਊ ਕਰਾਓ ਜਾਂ ਪੇਪਰ ਵਰਕ ਪੂਰਾ ਕਰੋ। ਪਹਿਲਾਂ ਹੀ ਬਹੁਤ ਕੁਝ ਚੱਲ ਰਿਹਾ ਇਹ ਚੀਜ਼ਾਂ, ਤਾਂ ਮੈਨੂੰ ਲੱਗਦਾ ਵੀ ਇਹ ਪੌਜ਼ ਤਾਂ ਹੋਇਆ ਪਰ ਇਹ ਟੋਟਲੀ ਬੰਦ ਹੋਣਾ ਚਾਹੀਦਾ ਜੀ। ਇਟਸ ਰੀਅਲੀ ਨਾਟ ਵਰਥ। ਠੀਕ ਹੈ ਭਾਜੀ, ਬਹੁਤ ਮਿਹਰਬਾਨੀ ਸਰ, ਥੈਂਕ ਯੂ ਸੋ ਮਚ। ਸੋ ਦੋਸਤੋ ਹੁਣ ਮੈਂ ਮਾਫੀ ਚਾਹੁੰਦਾ ਜੀ, ਬਾਕੀ ਕਾਲਸ ਨਹੀਂ ਔਨ ਏਅਰ ਕਰ ਸਕਾਂਗਾ ਤੇ ਹੁਣ ਆਪਾਂ ਸਮਾਪਤ ਕਰਦੇ ਹਾਂ ਗੱਲਬਾਤ ਨੂੰ। ਕਾਲਰ ਸਾਹਿਬ ਪਹਿਲਾਂ ਤੁਹਾਡੇ ਕਲੋਜ਼ਿੰਗ ਰਿਮਾਰਕਸ ਲੈਣੇ, ਫਿਰ ਆਪਾਂ ਡਾਕਟਰ ਸਾਹਿਬ ਨੂੰ ਦਿੰਦੇ 2-3 ਮਿੰਟ। ਸੋ ਬੇਨਤੀ ਹੈ ਜੀ ਬਾਕੀ ਕਾਲਸ ਡ੍ਰੌਪ ਕਰ ਦਿਓ ਜੀ ਪਲੀਜ਼, ਆਪਾਂ ਹੋਰ ਕਾਲਸ ਨਹੀਂ ਲੈਂਦੇ ਜੀ ਸਰ। ਸਾਰੀ ਕਾਲਸ ਨੂੰ ਆਪਾਂ ਸਮ ਅਪ ਕਰਕੇ ਵਾਕਈ ਜਦੋਂ ਸਾਰੇ ਲੋਕਾਂ ਦੇ ਆਪਾਂ ਵਿਚਾਰ ਸੁਣੇ ਹੈਗੇ ਨੇ, ਡਾਕਟਰ ਸਾਹਿਬ ਦੇ ਵਿਚਾਰ ਸੁਣੇ, ਵਾਕਈ ਦੇਖਣ ਨੂੰ ਇਹ ਲੱਗ ਰਿਹਾ ਹੈਗਾ ਕਿ ਜੀ ਇਹ ਜਿਹੜਾ ਪ੍ਰੋਗਰਾਮ ਹੈ ਮੂਲ ਰੂਪ ਤੋਂ ਹੀ ਰੱਦ ਹੋਣਾ ਚਾਹੀਦਾ, ਨੋ ਡਾਊਟ ਅਬਾਊਟ ਇਟ। ਯੈਸ, ਸੇਫਟੀ ਐਂਡ ਸਿਕਿਉਰਿਟੀਜ਼ ਅਗਰ ਕੰਸਰਨ ਹੈਗੇ ਨੇ ਸਿਟੀ ਦੇ ਤਾਂ ਡੈਫੀਨੇਟਲੀ ਉਹਦੇ ਉੱਤੇ ਹੋਰ ਪੈਰਾਮੀਟਰਸ ਨੇ, ਸਿਟੀ ਨੂੰ ਹੋਰ ਇਹਦੇ 'ਤੇ ਦੇਖੋ ਫਿਰ ਆਪਾਂ ਗੱਲ ਲੰਬੀ ਚੱਲ ਜਾਏਗੀ। ਇਹ ਬੇਸਿਕਲੀ ਇਹ ਵਾਰਡ ਜਿਹੜੇ ਨੇ ਉਹ ਇਸੇ ਕਰਕੇ ਇੰਕਲੂਡ ਕੀਤੇ ਗਏ ਸੀਗੇ ਕਿਉਂਕਿ ਇੱਥੇ ਪੋਸਟ ਸੈਕੰਡਰੀ ਕਾਲਜਿਸ ਔਰ ਐਜੂਕੇਸ਼ਨ ਜਿਹੜੇ ਅਦਾਰੇ ਨੇ ਉਹ ਵੀ ਇੱਕ ਮੋਟਿਵ ਸੀਗਾ ਸਿਟੀ ਦਾ ਕਿ ਵੀ ਜਿੱਥੇ ਸਟੂਡੈਂਟਸ ਬਹੁਤ ਜ਼ਿਆਦਾ ਜਾਂ ਆਪਣੇ ਇਹੋ ਜਿਹੇ ਟੈਨੈਂਟਸ ਬਹੁਤ ਜ਼ਿਆਦਾ ਰਹਿ ਰਹੇ ਨੇ ਉਸ ਚੀਜ਼ ਨੂੰ, ਏਰੀਆ ਨੂੰ ਕਵਰ ਕੀਤਾ ਜਾਏ, ਉਹਨੂੰ ਸੇਫ ਐਂਡ ਸਿਕਿਉਰ ਕੀਤਾ ਜਾਏ। ਲੇਕਿਨ ਇਹਦੇ 'ਤੇ ਦੂਜੇ ਸਾਈਡ ਦਾ ਜਿਹੜਾ ਇਹਦਾ ਦੂਜਾ ਪੱਖ ਹੈ ਕਿ ਵੀ ਜਿਹੜੀਆਂ ਆਲਰੇਡੀ ਪ੍ਰੋਪਰਟੀਜ਼ ਜਿਹੜੀਆਂ ਆਪਣੀਆਂ ਲੀਗਲ ਹੈਗੀਆਂ ਨੇ ਉਹ ਇਸ ਤੋਂ ਬਾਹਰ ਹੋਣ, ਕਿਉਂਕਿ ਆਲਰੇਡੀ ਉਹਨਾਂ ਨੂੰ ਆਕੂਪੈਂਸੀ ਸਰਟੀਫਿਕੇਟ, ਸੈਕੰਡ ਡਵੈਲਿੰਗ ਯੂਨਿਟ ਦੇ ਪਰਮਿਟਸ ਦਿੱਤੇ ਜਾ ਚੁੱਕੇ ਨੇ ਜੀ। ਯੈਸ, ਜਿਵੇਂ ਹੁਣ ਲਾਸਟ ਆਪਣੀ ਕਾਲਰ ਕਹਿ ਕੇ ਗਏ ਨੇ ਕਿ ਵੀ ਜੇ ਮੰਨ ਲਓ ਆਪਣਾ ਰੈਂਟਲ ਪ੍ਰੋਗਰਾਮ ਦੇ ਅਧੀਨ ਵੀ ਆ ਜਾਂਦੀ ਹੈ ਉਹ ਪ੍ਰੋਪਰਟੀ, ਔਰ ਉੱਥੇ 5 ਦੀ ਥਾਂ 'ਤੇ ਜੇ 15 ਬੰਦੇ ਰਹਿ ਰਹੇ ਨੇ ਤੇ ਉਹਦੇ ਉੱਤੇ ਕੰਟਰੋਲ ਸਿਟੀ ਕਿਵੇਂ ਕੰਟਰੋਲ ਕਰੇਗੀ? ਸੋ ਬੇਸਿਕਲੀ ਇਵਨ ਲੈਂਡਲੋਰਡ ਵੀ ਕਿਵੇਂ ਕੰਟਰੋਲ ਕਰੇਗਾ? ਡੈਫੀਨੇਟਲੀ ਜੇ ਉਹਦੇ ਵੀ ਨੋਟਿਸ ਤੋਂ ਬਿਨਾਂ ਹੀ ਕਈ ਵਾਰੀ ਰਹਿ ਜਾਂਦੇ ਆ। ਸੋ ਉਹਨੂੰ ਬੇਸਿਕਲੀ ਇੱਕ ਆਮ ਪੋਪੂਲੇਸ਼ਨ ਨੂੰ, ਦ ਮਾਸ ਪੋਪੂਲੇਸ਼ਨ ਨੂੰ, ਆਈ ਵੁੱਡ ਸੇ ਕਿ ਮਾਸ ਪੋਪੂਲੇਸ਼ਨ ਨੂੰ ਜਾਗਰਤ ਕਰਨ ਦੀ ਲੋੜ ਹੈ ਬਜਾਏ ਕਿ ਇਹੋ ਜਿਹੇ ਹੋਰ ਅਨਨੈਸੈਸਰੀਲੀ ਨਾਟ ਰਿਕੁਆਇਰਡ। ਅੱਛਾ, ਤੁਹਾਨੂੰ ਕਿਤੇ ਇਦਾਂ ਤਾਂ ਨਹੀਂ ਲੱਗ ਰਿਹਾ ਸਰ ਕਿ ਐਵੇਂ ਇੱਕ ਵੇਵ ਜਿਹੀ ਬਣ ਗਈ ਆ ਵੀ ਵਿਰੋਧ 'ਚ ਹੀ ਤੁਰ ਪਿਆ ਲੋਕਾਂ ਨੇ ਕਿਸੇ ਨੇ ਇਸ ਪਾਸੇ ਨੂੰ ਪੱਖ ਵੱਲ ਨੂੰ ਸੋਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਜ਼ਿਆਦਾ ਮਾਫ਼ ਕਰੋ ਮੇਰੇ ਲਫ਼ਜ਼, ਕਈ ਵਾਰੀ ਤਾਂ ਮੈਨੂੰ ਗਵਰਨਮੈਂਟ ਦੇ ਕਈ ਡਿਸੀਜਨਸ ਜਿਹੜੇ ਨੇ ਨਾ ਉਹ ਟੋਟਲ ਨੌਨਸੈਂਸ ਲੱਗਦੇ ਨੇ। ਸੌਰੀ ਜੇ ਅਗਰ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ, ਪਹਿਲਾਂ ਹੀ ਮੈਂ ਮਾਫੀ ਮੰਗ ਲੈਣਾ। ਤੁਹਾਨੂੰ ਯਾਦ ਹੋਵੇਗਾ, ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸ ਰਿਹਾ, ਰੀਅਲ ਸਟੇਟ ਦੇ 1995 ਦੇ ਵਿੱਚ ਇਹੋ ਜਿਹੀ ਵੇਵ ਤੁਹਾਨੂੰ ਅਗਰ ਤੁਸੀਂ ਬਹੁਤ ਪੁਰਾਣੇ ਰੀਅਲ ਸਟੇਟ 'ਚ ਜਾ ਕੇ ਦੇਖੋ, ਜਿਹੜੀਆਂ ਬੇਸਮੈਂਟਾਂ 1995 ਤੇ ਪਹਿਲਾਂ ਦੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਉਸ ਵੇਲੇ ਗ੍ਰੈਂਡ ਪੇਰੈਂਟ ਬੇਸਮੈਂਟ ਸਟਰੀਟ ਕੀਤਾ ਗਿਆ ਸੀ। ਉਹਨਾਂ ਨੂੰ ਕਿਹਾ ਗਿਆ ਸੀ ਵੀ ਸਾਰੀਆਂ ਬੇਸਮੈਂਟਾਂ ਜਿਹੜੀਆਂ ਫਿਨਿਸ਼ ਨੇ ਉਹ ਲੀਗਲਾਈਜ਼ਡ ਨੇ। ਅੱਛਾ, ਇੱਕ ਸਿਟੀ ਬਰੈਂਪਟਨ ਸਿਟੀ ਇਸ ਮਾਹੌਲ 'ਚੋਂ ਵੀ ਨਿਕਲ ਚੁੱਕੀ ਹੈ, ਅਗਰ ਮੈਂ ਕਿਸੇ ਦਾ ਉਹ ਕਰ ਸਕਾਂ ਤਾਂ। ਉਹ ਵੀ ਉਦੋਂ ਵੀ ਇਹ ਜਿਹੜੀਆਂ ਸਾਰੀਆਂ ਬੇਸਮੈਂਟਾਂ ਨੂੰ ਲੀਗਲਾਈਜ਼ ਕਰਨ ਦਾ ਜਿਹੜਾ ਮਕਸਦ ਸੀਗਾ ਉਹ ਇਹੀ ਸੀਗਾ ਕਿ ਬੇਸਮੈਂਟ ਜਿਹੜੀ ਬਰੈਂਪਟਨ ਦੀ ਵੱਧਦੀ ਹੋਈ ਆਬਾਦੀ ਨੂੰ ਇੱਕ ਪ੍ਰੋਪਰ ਅਕੋਮੋਡੇਸ਼ਨ ਪ੍ਰੋਵਾਈਡ ਕਰ ਸਕਣਾ। ਠੀਕ ਹੈ। ਅੱਛਾ, ਇੱਥੇ ਮੇਰਾ ਮਕਸਦ ਦੋਸਤੋ ਇੱਕ ਵਾਰੀ ਫਿਰ ਇਹੀ ਆ ਵੀ ਹੋ ਸਕਦਾ ਸਾਡੀ ਅੱਜ ਦੀ ਜਿਹੜੀ ਡਿਸਕਸ਼ਨ ਹੈ ਕੁਛ ਲੋਕਾਂ ਨੂੰ ਲੱਗਿਆ ਹੋਵੇ ਯਾਰ ਵੀ ਇਹ ਮਸਲੇ ਕਿਉਂ ਆਪਾਂ ਇੰਨੇ ਵੱਡੇ ਪੱਧਰ ਦੇ ਉੱਤੇ ਅੱਜ ਡਿਸਕਸ ਕਰ ਰਹੇ ਹਾਂ। ਅੱਜ ਦੀ ਨਹੀਂ ਗੱਲ, ਆਪਾਂ ਨੂੰ ਰੋਜ਼ ਹੀ ਜਿਸ ਮੌਕੇ ਵੀ ਸਾਡਾ ਟਾਈਮ ਲੱਗੇ ਸਾਨੂੰ, ਮੇਰੇ ਖਿਆਲ ਕੋਈ ਨਾ ਕੋਈ ਆਪਣੀ ਡਿਸਕਸ਼ਨ ਜਿਹੜੀਆਂ ਇਸ ਤਰ੍ਹਾਂ ਦੀਆਂ ਜੇ ਕਰ ਨਹੀਂ ਸਕਦੇ ਕਮ ਸੇ ਕਮ ਸੁਣਿਆ ਜ਼ਰੂਰ ਕਰੀਏ। ਉਹਦੇ ਨਾਲ ਇਹ ਆ ਵੀ ਅਸੀਂ ਕਿਸੇ ਨਾ ਕਿਸੇ ਰੂਪ 'ਚ ਆਪਣਾ ਇੱਕ ਰੋਲ, ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਉਣ ਦੇ ਲਈ ਐਫਰਟ ਜ਼ਰੂਰ ਕਰੀਏ, ਕੰਮ ਕਰੀਏ। ਆਪਣੇ ਜਿਹੜੇ ਸਿਟੀ ਦੇ ਨੁਮਾਇੰਦੇ ਆ ਜਾਂ ਪ੍ਰੋਵਿੰਸ ਦੇ ਜਾਂ ਫੈਡਰਲ ਨੁਮਾਇੰਦੇ ਆ, ਜਦੋਂ ਉਹਨਾਂ ਨੇ ਆਉਣਾ ਹੁੰਦਾ ਤੁਹਾਡੇ ਕੋਲ, ਉਹਨਾਂ ਨੂੰ ਮਿਲਣਾ ਹੁੰਦਾ, ਇਕੱਲੀ ਫੋਟੋ ਕਰਵਾਉਣ ਤੱਕ ਨਾ ਸੀਮਿਤ ਹੋਈਏ। ਉਹ ਵੀ ਵਿਚਾਰੇ ਤੰਗ ਆ ਜਾਂਦੇ ਕਈ ਵਾਰੀ ਫੋਟੋਆਂ ਕਰਵਾ ਕੇ, ਤਾਂ ਉਹਨਾਂ ਦਾ ਵੀ ਪੱਖ ਰੱਖੀਏ, ਪਰ ਨਾਲ ਉਹਨਾਂ ਨੂੰ ਅਵੇਅਰ ਕਰ ਦਈਏ, ਅਲਰਟ ਕਰ ਦਈਏ, ਅਕਾਊਂਟੇਬਲ ਬਣਾ ਦਈਏ ਕਿ ਭਾਈ ਕੱਲ੍ਹ ਨੂੰ ਇੱਦਾਂ ਨਹੀਂ ਹੋਣਾ ਵੀ ਬਿਨਾਂ ਤਿਆਰੀ ਦੇ ਹੋਮਵਰਕ ਕੀਤਿਆਂ ਤੁਸੀਂ ਐਗਜ਼ਾਮ ਦੇਣ ਆ ਜਾਓਗੇ ਜਾਂ ਕਲਾਸ 'ਚ ਆ ਕੇ ਜਿਵੇਂ ਬੱਚਾ ਜਿਹੜਾ ਮੁੜ ਕੇ ਨਲਾਇਕ ਗਿਣਿਆ ਜਾਂਦਾ। ਸੋ ਇਸ ਤਰ੍ਹਾਂ ਨਾ ਹੋਵੇ ਕਿ ਸਾਡੇ ਪੋਲੀਟੀਸ਼ੀਅਨ ਨੂੰ ਲੋਕ ਕਹਿਣ ਯਾਰ ਵੀ ਇਹ ਤਾਂ ਹੋਮਵਰਕ ਕੀਤੇ ਬਿਨਾਂ ਹੀ ਜਿਹੜੀ ਮਰਜ਼ੀ ਪਾਲਿਸੀ, ਜਿਹੜਾ ਮਰਜ਼ੀ ਪਲਾਨ ਲੈ ਕੇ ਆ ਜਾਂਦੇ ਆ, ਅਤੇ ਉਹ ਫਿਰ ਸੀਰੀਅਸ ਨਾ ਲਿਆ ਜਾਵੇ। ਕੱਲ੍ਹ ਨੂੰ ਇਸੇ ਪ੍ਰੋਬਲਮ ਦਾ ਕਰਕੇ ਕਿਤੇ ਇੱਦਾਂ ਨਾ ਹੋਵੇ ਕਿ ਕੋਈ ਬਹੁਤ ਇੰਪੋਰਟੈਂਟ ਪ੍ਰੋਗਰਾਮ, ਬਹੁਤ ਇੰਪੋਰਟੈਂਟ ਜਿਹੜੀ ਲੋੜ ਹੈ ਉਹ ਵੀ ਇਸੇ ਖਾਤੇ 'ਚ ਹੀ ਗਿਣ ਲਿਆ ਜਾਵੇ ਕਿ ਯਾਰ ਇਹਨਾਂ ਨੇ ਤਾਂ ਹੋਮਵਰਕ ਹੀ ਨਹੀਂ ਕੀਤਾ ਹੋਣਾ, ਤਾਂ ਅਸੀਂ ਵਿਰੋਧ ਕਰ ਦਈਏ ਤਾਂ ਕੋਈ ਗੱਲ ਇਹਨਾਂ ਨੇ ਕੈਂਸਲ ਕਰ ਹੀ ਦੇਣਾ। ਸੋ ਇਹ ਵੀ ਟਰੈਂਡ ਨਾ ਬਣ ਜਾਵੇ ਕਿਤੇ। ਸੋ ਖੈਰ, ਡਾਕਟਰ ਸਾਹਿਬ ਦੇ ਕੋਲ ਜਾਣ ਤੋਂ ਪਹਿਲਾਂ ਇੱਕ ਵਾਰੀ ਕਾਲਰਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਹਨੂੰ ਆਪਣੀ ਲੰਬੀ ਗੱਲਬਾਤ ਚੱਲੀ ਹੈ। ਜਸਵਿੰਦਰ ਕਾਲਰਾ ਹੋਰੀ ਰੀਮੈਕਸ ਗੋਲਡ ਸਾਡੇ ਪ੍ਰਾਊਡ ਟੀਮ ਮੈਂਬਰ ਨੇ। ਸੋ ਇਹਨਾਂ ਦੇ ਨਾਲ ਤੁਸੀਂ ਰੀਅਲ ਸਟੇਟ ਨਾਲ ਸੰਬੰਧਿਤ ਔਰ ਵਿਸ਼ੇਸ਼ ਤੌਰ ਦੇ ਉੱਤੇ ਆਪਾਂ ਕੋਈ ਵੀ ਘਰ ਖਰੀਦਣ ਜਾਂ ਵੇਚਣ ਲਈ, ਔਰ ਵਿਸ਼ੇਸ਼ ਤੌਰ ਦੇ ਉੱਤੇ ਇਸ ਵੇਲੇ ਕੁਛ ਸਪੈਸ਼ਲ ਪ੍ਰੋਪਰਟੀਜ਼ ਨੇ ਇਹਨਾਂ ਦੇ ਕੋਲ ਜਿਨ੍ਹਾਂ ਦਾ ਵੇਰਵਾ ਲੈਣ ਦੇ ਲਈ ਤੁਸੀਂ 416 873 3337 ਦੇ ਉੱਤੇ ਕਾਲ ਕਰ ਸਕਦੇ ਹੋ। ਅਤੇ ਬਾਕੀ ਕਲੋਜ਼ਿੰਗ ਰਿਮਾਰਕਸ ਆਜ਼ਾਦ ਸਾਹਿਬ ਦੇ ਲੈਣੇ ਆਪਾਂ, ਪਰ ਆਪਣੇ ਵੱਲੋਂ ਇੱਕ ਵਾਰੀ ਰੀਅਲ ਸਟੇਟ ਨਾਲ ਰਿਲੇਟਡ ਥੋੜ੍ਹੀ ਜਿਹੀ ਅਪਡੇਟ ਦੇ ਦਿਓ। ਬਿਲਕੁਲ ਦੱਸ ਦਿੰਦੇ ਹਾਂ ਜੀ। ਅੱਜ ਤੋਂ ਬਾਅਦ ਅਸੀਂ ਰੈਗੂਲਰ ਤੁਹਾਨੂੰ ਇੱਥੇ ਇਸ ਮੰਚ ਤੋਂ, ਇਸ ਰੇਡੀਓ ਪ੍ਰੋਗਰਾਮ ਦੇ ਰਾਹੀਂ ਜਿਹੜੀਆਂ ਵੀ ਸਾਡੀਆਂ
ਐਕਸਕਲੂਸਿਵ ਲਿਸਟਿੰਗਸ ਆ ਰਹੀਆਂ ਨੇ ਜਾਂ ਅਜੇ MLS 'ਤੇ ਨਹੀਂ ਆਈਆਂ, ਜੇ ਤੁਸੀਂ ਉਹਨਾਂ ਦੀ ਪਹਿਲਾਂ ਤੋਂ ਹੀ ਵਿਊਇੰਗ ਕਰਨਾ ਚਾਹੁੰਦੇ ਹੋ ਬਜਾਏ ਕਿ ਇਸ ਤੋਂ ਪਹਿਲਾਂ ਕਿਸੇ ਹੋਰ ਪਾਸੇ ਉਹ ਪ੍ਰੋਪਰਟੀ ਮਿਸ ਕਰ ਜਾਣ। ਵੈਸੇ ਅਜੇ ਹੈ ਤਾਂ ਇਹ ਸਾਰੀ ਦੀ ਸਾਰੀ ਬਾਇਰਸ ਮਾਰਕੀਟ ਹੀ ਹੈ, ਲੇਕਿਨ ਇਸ ਵੇਲੇ ਜਿਹੜੀ ਸਭ ਤੋਂ ਜ਼ਿਆਦਾ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਉਹਨਾਂ ਦੀਆਂ, ਚਾਹੇ ਉਹ ਨਿਊ ਕੰਸਟਰਕਸ਼ਨਸ ਦੀ ਕਲੋਜ਼ਿੰਗਸ ਆ ਰਹੀਆਂ ਨੇ, ਚਾਹੇ ਉਹਨਾਂ ਦੀ ਆਪਣੀ ਪ੍ਰੋਬਲਮ ਹੈ, ਉਹ ਹੈਗੀ ਹੈ ਮੌਰਗੇਜ। ਉਹ ਅਸੀਂ ਗਾਰੰਟੀ ਕਰਦੇ ਹਾਂ ਕਿ ਵੀ ਤੁਹਾਡੀ ਮੌਰਗੇਜ ਗਾਰੰਟੀਡ ਹੋਏਗੀ। ਘੱਟੋ ਘੱਟ 10 ਦਿਨ ਪਹਿਲਾਂ ਤੁਹਾਡੇ ਕੋਲ ਸਾਈਨ ਕੀਤੀ ਹੋਈ ਅਪਰੂਵਡ ਮੌਰਗੇਜ ਪਈ ਹੋਏਗੀ ਕਲੋਜ਼ਿੰਗ ਤੋਂ ਪਹਿਲਾਂ। ਵੈਰੀ ਗੁੱਡ। ਇਹ ਸਾਡਾ ਵਾਅਦਾ ਹੈ ਸਾਰੇ ਤੁਹਾਡੇ ਲਿਸਨਰਸ ਦੇ ਨਾਲ। ਅਤੇ ਜੇ ਅਗਰ ਤੁਸੀਂ ਕੋਈ ਪ੍ਰੋਪਰਟੀ ਦੇਖਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ਸਾਡੀ ਜਿਹੜਾ ਇੱਕੋ ਹੀ ਨੰਬਰ ਹੈ ਆਪਣੇ ਕੋਲ 4168733337 416 873 3337। ਔਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਇੱਦਾਂ ਗੱਲਬਾਤ ਨੂੰ ਜਾਰੀ ਰੱਖਾਂਗੇ। ਬੜੀ ਮਿਹਰਬਾਨੀ ਸਰ। 416 873 3337। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਜੀ ਮੀਡੀਆ ਗਰੁੱਪ।